ਤੁਸੀਂ ਸੁਣ ਰਹੇ ਹੋ ਰੇਡੀਓ ਲੋਹਗੜ੍ਹ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹੀ ਦੀ ਆ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਦੀ, ਵੀ ਸਿੱਖ ਧਰਮ ਫਿਲਾਸਫੀ ਜੀ। ਅਤੇ ਉਹਦਾ ਆਪਾਂ ਪਿਛਲੇ ਵਾਰੀ ਜਿਹੜੀ ਕਹਿ ਲਓ ਵੀ ਇੰਟਰੋਡਕਸ਼ਨ ਆ ਵੀ ਉਹ ਤੁਹਾਨੂੰ ਕਰਵਾਈ ਸੀਗੀ ਜੀ। ਅਤੇ ਅੱਜ ਆਪਾਂ ਧਰਮ ਕੀ ਹੈ ਉਸ ਸੰਕਲਪ ਬਾਰੇ ਜਿਹੜਾ ਆ ਵੀ ਉਹ ਜਿਹੜੀ ਆ ਵੀ ਉਹ ਵਿਚਾਰ ਕਰਨੀ ਆ ਕਿ ਸਿੱਖ ਧਰਮ ਮੁਤਾਬਕ ਧਰਮ ਦੀ ਪਰਿਭਾਸ਼ਾ ਜਿਹੜੀ ਆ ਵੀ ਉਹ ਕੀ ਆ, ਅਤੇ ਹੋਰਨਾਂ ਧਰਮਾਂ ਦੇ ਜਿਹੜੇ ਕਹਿ ਲਓ ਵੀ ਵਰਲਡ ਵਿਊ ਨੇ, ਵੀ ਦੁਨੀਆ ਨੂੰ ਦੇਖਣੇ ਦੇ ਨਜ਼ਰੀਏ ਨੇ, ਵੀ ਉਹਨਾਂ ਦੇ ਜਿਹੜੇ ਨਜ਼ਰੀਏ ਤੋਂ ਵੱਖ ਕਿੱਥੇ ਕਿੱਥੇ ਅਸੀਂ ਹੁੰਦੇ ਹਾਂ, ਅਤੇ ਉਹਨਾਂ ਦੇ ਨਾਲ ਸਾਡਾ ਜਿਹੜੇ ਦੇਖਣ ਦੀ ਦ੍ਰਿਸ਼ਟੀ ਆ ਵੀ ਉਹ ਕਿੱਥੇ ਮੇਲ ਖਾਂਦੀ ਆ। ਜੀ। ਅਤੇ ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਜਿਹੜਾ ਆ ਵੀ ਵਿਚਾਰ ਕਰੀਏ, ਅਤੇ ਆਸ ਸਾਡੀ ਇਹ ਵੀ ਰਹਿੰਦੀ ਆ ਵੀ ਜਿਹੜੀਆਂ ਕਿਤਾਬਾਂ ਅਸੀਂ ਵਿਚਾਰਦੇ ਹਾਂ ਵੀ ਉਹ ਤੁਹਾਡੀ ਜਿਹੜੀ ਕਿਊਰੀਓਸਿਟੀ ਆ ਵੀ ਉਹਨੂੰ ਥੋੜ੍ਹਾ ਜਿਹਾ ਵੀ ਤੇਜ਼ ਕਰਨ, ਵੀ ਤਾਂ ਕਿ ਵੀ ਤੁਹਾਨੂੰ ਵੀ ਇਹ ਲਾਗ ਲੱਗੇ ਵੀ ਕੋਈ ਨਾ ਕੋਈ ਕਿਤਾਬ ਜਿਹੜੀ ਆ ਵੀ ਉਹ ਅਸੀਂ ਪੜ੍ਹਨੀ ਆ ਵੀ ਇਸ ਵਿਸ਼ੇ ਬਾਰੇ। ਜੀ। ਅਤੇ ਉਹ ਹੀ ਇੱਕ ਆਸ ਦੇ ਨਾਲ ਵੀ ਅਸੀਂ ਜਿਹੜੀ ਇਹ ਲੜੀਆਂ ਨੇ ਵੱਖ ਵੱਖ ਕਿਤਾਬਾਂ ਦੀਆਂ ਵੀ ਉਹ ਥੋੜ੍ਹੀਆਂ ਜਿਹੀਆਂ ਇੰਟਰੋਡਿਊਸ ਕਰਕੇ ਕੁਛ ਵਿੱਚੋਂ ਖਾਸ ਅੰਸ਼ ਜਿਹੜੇ ਨੇ ਉਹ ਪੜ੍ਹ ਕੇ ਅਤੇ ਫਿਰ ਆਪਾਂ ਜਿਹੜੀ ਆ ਵੀ ਉਹ ਇੱਕ ਤੋਂ ਦੂਜੀ ਕਿਤਾਬ ਤੱਕ ਵੀ ਇਹ ਸਫ਼ਰ ਜਿਹੜਾ ਆ ਵੀ ਉਹ ਜਾਰੀ ਰੱਖ ਰਹੇ ਹਾਂ। ਅਤੇ ਇਸੇ ਦੇ ਨਾਲ ਹੀ ਹੁਣ ਲੜੀ ਦਾ ਜਿਹੜਾ ਦੂਜਾ ਭਾਗ ਆ ਵੀ ਉਹ ਆਪਾਂ ਹੁਣ ਗਾਂਹ ਤੋਰੀਏ। ਜੀ ਬਿਲਕੁਲ। ਅਤੇ ਗਾਹਾਂ ਭਾਜੀ ਉਹ ਲਿਖਦੇ ਨੇ, ਵੈਸੇ ਇਹ ਅਸੀਂ ਪਿਛਲੇ ਹਫਤੇ ਵਿਚਾਰ ਲਿਆ ਸੀਗਾ, ਲੇਕਿਨ ਅਸੀਂ ਇਹਨੂੰ ਸਿਰਫ ਪੜ੍ਹ ਦਿੰਦੇ ਹਾਂ ਕਿ ਉਹ ਕਹਿੰਦੇ ਨੇ ਕਿ ਧਰਮ ਸੰਬੰਧੀ ਕੁਝ ਪੱਛਮੀ ਵਿਦਵਾਨਾਂ ਦੀਆਂ ਰਾਵਾਂ। ਧਰਮ ਕੀ ਹੈ? ਇਸ ਦਾ ਉੱਤਰ ਇੱਕ ਪੱਛਮੀ ਵਿਦਵਾਨ ਇਉਂ ਦਿੰਦਾ ਹੈ: ਵਹਿਮ ਭਰਮ ਅਤੇ ਪਖੰਡ ਦਾ ਨਾਂ ਧਰਮ ਨਹੀਂ। ਸੱਚਾਈ ਨਾਲ ਪਿਆਰ ਕਰਨਾ, ਦੁਖੀਆਂ ਦੀ ਸੇਵਾ ਕਰਨੀ, ਨਿਰਬਲਾਂ ਅਤੇ ਗਰੀਬਾਂ ਦੀ ਸਹਾਇਤਾ ਕਰਨੀ, ਆਜ਼ਾਦੀ ਨਾਲ ਪਿਆਰ ਕਰਨਾ, ਹਰ ਤਰ੍ਹਾਂ ਦੀ ਗੁਲਾਮੀ ਦੇ ਵਿਰੁੱਧ ਲੜਨਾ, ਦਲੇਰੀ ਅਤੇ ਸਾਹਸ ਨੂੰ ਵਧਾਉਣਾ, ਤੁਅੱਸਬ ਨੂੰ ਘੱਟ ਕਰਨਾ, ਮਨੁੱਖ ਮਾਤਰ ਦੇ ਭਲੇ ਲਈ ਇਸ ਢੰਗ ਨਾਲ ਯਤਨ ਕਰਨਾ ਜਿਸ ਨਾਲ ਮਨੁੱਖ ਦੇ ਦਿਲ ਦਿਮਾਗ ਨੂੰ ਤਸੱਲੀ ਹੋਵੇ, ਇਹੀ ਸੱਚਾ ਧਰਮ ਹੈ। ਅਤੇ ਇੱਥੇ ਤੱਕ ਅਸੀਂ ਪਿਛਲੀ ਵਾਰ ਵਿਚਾਰ ਲਿਆ ਸੀਗਾ। ਅਤੇ ਇਸ ਤੋਂ ਅੱਗੇ ਹਾਂਜੀ ਲਿਖਦੇ ਹਨ ਕਿ ਇੱਕ ਧਾਰਮਿਕ ਆਗੂ ਦਾ ਕਥਨ ਹੈ: ਮੋਰਲ ਟਰਸਟ ਇਨ ਰਿਐਲਿਟੀ। ਹਕੀਕਤ ਉੱਤੇ ਇਖਲਾਕੀ ਭਰੋਸੇ ਦਾ ਨਾਂ ਹੀ ਧਰਮ ਹੈ। ਧਰਮ ਉਹ ਪਵਿੱਤਰ ਨਿਯਮ ਹੈ ਜੋ ਸਾਡੇ ਜੀਵਨ ਨੂੰ ਬਣਾਉਂਦਾ ਹੈ, ਕਾਇਮ ਰੱਖਦਾ ਹੈ ਅਤੇ ਉਸ ਦੀ ਉਸਾਰੀ ਕਰਦਾ ਹੈ। ਸਿੱਖ ਗੁਰੂ ਸਾਹਿਬ ਨੇ ਧਰਮ ਦੇ ਲੱਛਣ ਇਸ ਤਰ੍ਹਾਂ ਦੱਸੇ ਹਨ: ਮਨੁੱਖ ਅਤੇ ਉਸ ਪ੍ਰਭੂ ਸ਼ਕਤੀ ਦੇ ਪਰਸਪਰ ਆਤਮਕ ਸੰਬੰਧ ਨੂੰ ਧਰਮ ਕਹਿੰਦੇ ਹਨ। ਹੁਣ ਜਿਹੜਾ ਇਹ ਸਾਰੀ ਹੈਗੀ ਆ ਵਾਰਤਾ ਆਪਾਂ ਜੀ ਪੜ੍ਹੀ ਆ, ਹਾਂਜੀ, ਵੀ ਇਹਦੇ ਵਿੱਚ ਇੱਕ ਸੌਖਾ ਜਿਹਾ ਜਿਹੜਾ ਹੈਗਾ ਆ ਵੀ ਟੈਸਟ ਕਹਿ ਲਓ ਵੀ ਉਹ ਹਰੇਕ ਬੰਦਾ ਜਿਹੜਾ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਕਰ ਸਕਦਾ ਵੀ ਜੇ ਮੰਨ ਲਓ ਵੀ ਦੋ ਜਿਹੜੇ ਆਪਾਂ ਵਿਰੋਧੀ ਜਿਹੜੇ ਸੰਕਲਪ ਨੇ, ਵੀ ਜਿੱਦਾਂ ਕਹਿ ਲਓ ਵੀ ਇਮਾਨਦਾਰੀ ਅਤੇ ਬੇਈਮਾਨੀ। ਹੁਣ ਉਹਦੇ ਵਿੱਚੋਂ ਜੋ ਚੰਗਾ ਆ ਉਹ ਧਰਮ ਆ, ਜੋ ਮਾੜਾ ਆ ਉਹ ਅਧਰਮ ਆ। ਬਿਲਕੁਲ। ਸੋ ਇਸ ਕਰਕੇ ਵੀ ਇਮਾਨਦਾਰੀ ਜਿਹੜੀ ਆ ਉਹ ਧਰਮ ਆ ਅਤੇ ਬੇਈਮਾਨੀ ਜਿਹੜੀ ਆ ਉਹ ਅਧਰਮ ਆ। ਅਤੇ ਇੱਦਾਂ ਹੀ ਕੋਈ ਵੀ ਜਿਹੜੇ ਦੋ ਆਪਾ ਵਿਰੋਧੀ ਹੈਗੇ ਆ ਸੰਕਲਪ ਜੀ, ਉਹਨਾਂ ਨੂੰ ਲੈ ਲਓ ਵੀ ਉਹਦੇ ਵਿੱਚੋਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਕਿਹੜਾ ਕੰਮ ਜਿਹੜਾ ਆ ਉਹ ਧਾਰਮਿਕ ਆ ਜੀ, ਅਤੇ ਕਿਹੜਾ ਕੰਮ ਜਿਹੜਾ ਆ ਉਹ ਅਧਾਰਮਿਕ ਆ। ਜੀ ਬਿਲਕੁਲ। ਅਤੇ ਉਹ ਜਿੱਦਾਂ ਵੀ ਤੁਸੀਂ ਇਹ ਲੈ ਲਓ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਪਰ ਉਹ ਤੋਂ ਪਹਿਲਾਂ ਵੀ ਜਿਹੜੀ ਆਪਾਂ ਪਿਛਲੀ ਵਾਰੀ ਵੀ ਜਪਜੀ ਸਾਹਿਬ ਦਾ ਜਿਹੜਾ ਦਿੱਤਾ ਸੀਗਾ ਵੀ ਹਵਾਲਾ, ਵੀ ਪਹਿਲੀ ਪੌੜੀ ਦੇ ਵਿੱਚ ਹੀ ਗੁਰੂ ਪਾਤਸ਼ਾਹ ਕਹਿ ਦਿੰਦੇ ਨੇ ਵੀ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਯਾਨੀ ਕਿ ਵੀ ਔਰ ਉਹ ਆਪਾਂ ਫਿਰ ਜਦੋਂ ਚਲੋ ਵੀ ਅਖੰਡ ਪਾਠ ਹੁੰਦਾ ਆ ਅਤੇ ਉਹਦੇ ਵਿੱਚ ਬਹੁਤੀ ਜਿਹੜੀ ਬਾਣੀ ਆ ਉਹ ਤਾਂ ਕੋਈ ਸੁਣਦਾ ਨਹੀਂ ਬਹਿ ਕੇ ਜੀ, ਪਰ ਜਦੋਂ ਭੋਗ ਪੈਣਾ ਹੁੰਦਾ ਆ ਉਦੋਂ 9ਵੇਂ ਮਹਿਲ ਦੇ ਸ਼ਲੋਕ ਜਿਹੜੇ ਨੇ ਜੀ ਵੀ ਉਹ ਸਾਰੇ ਹੀ ਸੁਣਦੇ ਨੇ ਜੀ। ਅਤੇ ਉਹਦੇ ਵਿੱਚ ਫਿਰ ਜਦੋਂ ਵੀ ਆਪਣਾ ਅੰਦਰ ਜਿਹੜਾ ਆ ਉਹ 'ਤੇ ਝਾਤ ਮਾਰਨੀ ਅਤੇ ਉਹਨੂੰ ਰੋਜ਼ ਜਿਹੜਾ ਚੀਨਣਾ ਅਤੇ ਉਹਦੇ ਬਾਰੇ ਵਿਚਾਰ ਕਰਨੀ, ਸੋਚਣਾ, ਜੀ, ਉਹ ਦੱਸਿਆ ਜਾਂਦਾ। ਜੀ।
ਉਹ ਆਪਾਂ ਸਾਰੇ ਉਹਦੇ ਨਾਲ ਜਿਹੜੇ ਆ ਵੀ ਵਾਕਫ ਆ। ਜੀ ਉਹੀ ਚੀਜ਼ ਜਿਹੜੀ ਆ ਵੀ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਹਾਲਤ ਦੇ ਵਿੱਚ ਹੈਗੇ ਆ, ਬਿਲਕੁਲ ਕੋਈ ਵੀ ਹਾਲਾਤ ਜਿਹੜੇ ਆ ਵੀ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੱਕ ਸਿਚੁਏਸ਼ਨ ਜਿਹੜੀ ਆ, ਇੱਕ ਹਾਲਾਤ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ ਤੇ ਤੁਸੀਂ ਉਹਦੇ ਵਿੱਚ ਕੋਈ ਫੈਸਲਾ ਕਰਨਾ ਹੈ। ਜੀ ਉਹ ਫੈਸਲਾ ਕਰਨ ਲੱਗਿਆ ਜਦੋਂ ਤੁਸੀਂ ਆਪਣੇ ਅੰਦਰ ਝਾਤ ਮਾਰਦੇ ਆ ਤੇ ਆਪਣੇ ਆਪ ਨੂੰ ਸਵਾਲ ਪੁੱਛਦੇ ਆ ਇਮਾਨਦਾਰੀ ਦੇ ਨਾਲ, ਬਿਲਕੁਲ ਭਈ ਹੁਣ ਇਸ ਹਾਲਤ ਦੇ ਵਿੱਚ ਧਰਮ ਕੀ ਆ ਤੇ ਅਧਰਮ ਕੀ ਆ, ਜੀ ਤੇ ਉਹ ਤੁਹਾਨੂੰ ਉੱਥੇ ਆਪੇ ਹੀ ਜਵਾਬ ਮਿਲ ਜਾਣਾ। ਬਿਲਕੁਲ ਕਿਉਂਕਿ ਇਹ ਫਿਰ ਕਿਸੇ ਨੂੰ ਦੱਸਣਾ ਨਹੀਂ ਪੈਣਾ ਵੀ ਭਾਈ ਭਈ ਆਹ ਜਿਹੜੀ ਗੱਲ ਆ ਇਹ ਠੀਕ ਆ, ਜੀ ਆਹ ਗੱਲ ਜੇ ਤੂੰ ਕਰੇਂਗਾ ਤੇ ਇਹ ਗਲਤ ਆ। ਬਿਲਕੁਲ ਉੱਥੇ ਫਿਰ ਗੱਲਾਂ ਜਿਹੜੀਆਂ ਹੈਗੀਆਂ ਨਾ ਵੀ ਜਦੋਂ ਤੁਸੀਂ ਕੋਈ ਗਲਤ ਕੰਮ ਕਰਨ ਦੀ ਦਿਮਾਗ ਦੇ ਵਿੱਚ ਆਉਣੀ ਆ, ਬਿਲਕੁਲ ਫਿਰ ਤੁਹਾਨੂੰ ਆਪਣੇ ਆਪ ਨੂੰ ਜਸਟੀਫਿਕੇਸ਼ਨਾਂ ਦੇਣੀਆਂ ਪੈਣੀਆਂ ਸਹੀ ਗੱਲ ਹੈ ਜੀ। ਭਈ ਆਹ ਹੁਣ ਮੈਂ ਕੰਮ ਗਲਤ ਕਰਨ ਲੱਗਿਆ ਪਰ ਮੇਰਾ ਕੀ ਕਸੂਰ ਆ, ਭਈ ਆਹ ਉਹਨੇ ਫਲਾਣੇ ਨੇ ਐਂ ਕੀਤਾ, ਉਹਦੇ ਕਰਕੇ ਐਂ ਕੀਤਾ, ਹੁਣ ਜੇ ਮੈਂ ਐਂ ਨਹੀਂ ਕਰਦਾ ਤੇ ਫਿਰ ਇਹਦੇ ਨਾਲ ਆਹ ਨੁਕਸਾਨ ਹੋਣਾ ਹੈ। ਜੀ ਜਾਂ ਫਿਰ ਤੁਸੀਂ ਉਹਨੂੰ ਭਈ ਜਿਹੜੀ ਹੈ ਨਾ ਆਰਟੀਫੀਸ਼ੀਅਲ ਚੰਗਿਆਈ ਜਿਹੜੀ ਆ ਵੀ ਆਰਟੀਫੀਸ਼ੀਅਲ ਚੰਗਿਆਈ ਜਿਹੜੀ ਆ ਵੀ ਉਹਦਾ ਕੱਪੜਾ ਪਵਾ ਕੇ ਤੇ ਉਹਨੂੰ ਤੁਸੀਂ ਆਪਣੇ ਅੰਦਰ ਜਸਟੀਫਾਈ ਕਰ ਲੈਂਦੇ ਆ ਵੀ ਜਿੱਦਾਂ ਜਿਹੜੇ ਆ ਦੂਸਰੇ ਆ ਕਹਿ ਲਓ ਵੀ ਆ ਅਪਗ੍ਰੇਡ ਤੇ ਢੱਡਰੀਆਂ ਵਾਲੇ ਦੇ ਚੇਲੇ ਜਦੋਂ ਇਹ ਗਾਲਾਂ ਕੱਢਦੇ ਆ, ਜੀ ਇਹਨਾਂ ਦੀਆਂ ਗਾਲਾਂ ਜਿਹੜੀਆਂ ਆ ਵੀ ਇਹਨਾਂ ਨੂੰ ਪਤਾ ਆ ਵੀ ਇਹ ਗਲਤ ਆ, ਬਿਲਕੁਲ ਵੀ ਜੋ ਕਰਦੇ ਪਏ ਉਹ ਗਲਤ ਆ, ਜੀ ਪਰ ਉਹਨੂੰ ਜਸਟੀਫਾਈ ਕਰਨੇ ਲਈ, ਉਹਨੂੰ ਧਰਮ ਦਾ ਜਿਹੜਾ ਮੁਖੌਟਾ ਆ ਉਹ ਪਾਉਣੇ ਲਈ ਜੀ ਇਹ ਹਵਾਲਾ ਦਿੰਦੇ ਨੇ ਵੀ ਅਸੀਂ ਕਰੀਏ, ਅਸੀਂ ਤਾਂ ਟਕਸਾਲੀਆਂ ਦਾ ਗਾਲਾਂ ਦਾ ਜਵਾਬ ਦੇ ਰਹੇ ਹਾਂ। ਬਿਲਕੁਲ, ਜਾਂ ਫਿਰ ਇਦਾਂ ਕਹਿ ਦਿੰਦੇ ਗੁਰੂ ਸਾਹਿਬ ਨੇ ਵੀ ਬਾਣੀ ਚ ਕਿਹਾ, ਬਾਬਰ ਨੂੰ ਜਾਬਰ ਕਿਹਾ ਹੈ, ਇਤਿਹਾਸਕ ਹਵਾਲਾ ਬਿਲਕੁਲ। ਉਹ ਮਤਲਬ ਭਈ ਉਹ ਜਿਹੜੀਆਂ ਨਾ ਵੀ ਘਟੀਆ ਜਿਹੜੀਆਂ ਸਾਰੀਆਂ ਦਲੀਲਾਂ ਨੇ ਔਰ ਆਪਣੇ ਆਪ ਨੂੰ ਜਸਟੀਫਾਈ ਕਰਨੇ ਲਈ ਜਿਹੜੀਆਂ ਦਲੀਲਾਂ ਘੜੀਆਂ ਜੀ ਭਈ ਉਹ ਸਾਰੀਆਂ ਇਹਨਾਂ ਨੂੰ ਵੀ ਪਤਾ ਹੁੰਦਾ ਆ ਵੀ ਜਿਹੜਾ ਬੰਦਾ ਬੇਈਮਾਨ ਆ ਉਹਨੂੰ ਪਤਾ ਹੁੰਦਾ ਵੀ ਉਹ ਬੇਈਮਾਨੀ ਕਰ ਰਿਹਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਅਲਟੀਮੇਟਲੀ ਭਈ ਗੱਲ ਜਿਹੜੀ ਆ ਵੀ ਉਹ ਉੱਥੇ ਹੀ ਆ ਜਾਂਦੀ ਆ ਵੀ ਤੁਸੀਂ ਅੰਦਰ ਆਪਣੇ ਝਾਤ ਮਾਰੋ, ਬਿਲਕੁਲ ਆਪਣੇ ਆਪ ਨੂੰ ਸਵਾਲ ਪੁੱਛੋ, ਇਮਾਨਦਾਰੀ ਨਾਲ ਸਵਾਲ ਪੁੱਛੋ ਤੇ ਇਮਾਨਦਾਰੀ ਨਾਲ ਉਹਦਾ ਜਵਾਬ ਜਿਹੜਾ ਆ ਵੀ ਅੰਦਰ ਜੋ ਤੁਹਾਡੇ ਦਿਲ ਦੇ ਵਿੱਚ ਆਇਆ ਬਿਲਕੁਲ ਉਹਨੂੰ ਇੱਕ ਵਾਰੀ ਸੁਣ ਲਓ ਚੰਗੀ ਤਰ੍ਹਾਂ ਨਾਲ ਤੇ ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਹੁਣ ਜੋ ਤੁਸੀਂ ਕਰਨਾ ਇੱਥੇ ਵੀ ਜੇ ਧਾਰਮਿਕ ਕੰਮ ਕਰਨਾ ਹੈ ਜਾਂ ਕਹ ਲਓ ਵੀ ਧਰਮੀ ਜਾਂ ਠੀਕ ਕੰਮ ਕਰਨਾ ਜੀ ਉਹ ਕੀ ਆ। ਬਿਲਕੁਲ। ਤੇ ਜੇ ਤੁਸੀਂ ਇਹ ਤੋਂ ਇਲਾਵਾ ਕੁਝ ਕਰਨ ਲੱਗੇ ਆ ਇਹ ਤੋਂ ਉਲਟ ਜੀ ਫਿਰ ਭਾਈ ਵੀ ਤੁਸੀਂ ਧਰਮ ਦੇ ਰਾਹ ਤੇ ਨਹੀਂ ਗਏ। ਬਿਲਕੁਲ। ਫਿਰ ਔਰ ਉਹਦੇ ਲਈ ਫਿਰ ਉਹੀ ਗੱਲ ਆ ਜਾਂਦੀ ਭਈ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਆ ਭਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਆ ਭਈ ਇਹਨਾਂ ਦੇ ਉੱਤੇ ਕਾਬੂ ਰੱਖਣਾ ਹੈ ਜੀ। ਹੁਣ ਉਹ ਇਹ ਪੰਜ ਜਿਹੜੇ ਆ ਵੀ ਜਿਹੜੀ ਵੀ ਤੁਸੀਂ ਨਾ ਬਹਾਨਾ ਘੜੋਗੇ, ਜਿਹੜੀ ਵੀ ਜਸਟੀਫਿਕੇਸ਼ਨ ਘੜੋਗੇ, ਉਹ ਇਹਨਾਂ ਪੰਜਾਂ ਚੋਂ ਇੱਕ ਜਿਹੜਾ ਆ ਵੀ ਉਹਦੇ ਉੱਤੇ ਬੇਸਡ ਹੋਣੀ ਆ। ਬਿਲਕੁਲ। ਜਾਂ ਤੁਸੀਂ ਲੋਭ ਦੇ ਉੱਤੇ ਕਹੋਗੇ ਵੀ ਜੇ ਮੈਂ ਇਦਾਂ ਨਹੀਂ ਕਰਦਾ ਤੇ ਮੇਰੇ ਪੁੱਤ ਧੀ ਦਾ ਨੁਕਸਾਨ ਹੁੰਦਾ ਆ, ਜਾਂ ਤੁਸੀਂ ਇਹ ਕਹੋਗੇ ਵੀ ਇਹ ਭਈ ਜੇ ਮੈਂ ਇਦਾਂ ਨਹੀਂ ਕਰਦਾ ਤੇ ਮੈਨੂੰ ਪੈਸੇ ਦਾ ਨੁਕਸਾਨ ਹੁੰਦਾ ਜੀ। ਸੋ ਉਹ ਲੋਭ ਤੇ ਮੋਹ ਜਿਹੜੇ ਆ ਵੀ ਉਹ ਦੋ ਕਵਰ ਹੋ ਜਾਂਦੇ ਆ। ਤੇ ਫਿਰ ਤੁਸੀਂ ਕਹੋਗੇ ਵੀ ਇਹ ਵੀ ਜਿਹੜਾ ਕਾਮ ਆ ਵੀ ਕਾਮ ਬਸ ਹੋ ਕੇ ਤੇ ਵੀ ਇਹ ਵੀ ਹੁਣ ਮੈਂ ਆਹ ਕਰਨਾ ਆ ਵੀ ਜੇ ਮੈਂ ਕਹ ਲਓ ਵੀ ਕਾਮ ਛੱਡ ਦਿੰਨਾ ਆ ਤੇ ਉਹ ਕਹ ਲਓ ਵੀ ਉਹ ਛੱਡਣੇ ਜੋਗਾ ਬੰਦਾ ਜੇ ਕੰਟਰੋਲ ਹੈ ਨਹੀਂ ਤੇ ਫਿਰ ਹੈ ਨਹੀਂਗਾ ਜੀ। ਸੋ ਉਹ ਜਿੰਨੀ ਲੱਚਰਤਾ ਤੁਸੀਂ ਦੇਖਦੇ ਆ ਵੀ ਇਹ ਜਿਹੜਾ ਦੂਸਰਾ ਰਾਹ ਦਾ ਏਜੰਟ ਆ ਤੇ ਇਹ ਸਾਰੇ ਜਿਹੜੇ ਬਹਿ ਕੇ ਲੱਚਰਤਾ ਜਦੋਂ ਫਲਾਉਂਦੇ ਆ ਉਹ ਕਾਮ ਜਿਹੜਾ ਹੈ ਨਾ ਉਹ ਸਿਰ ਚੜ ਕੇ ਬੋਲ ਰਿਹਾ ਹੁੰਦਾ, ਆਪਣਾ ਕੰਟਰੋਲ ਹੈ ਨਹੀਂ। ਬਿਲਕੁਲ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਫਿਰ ਜਦੋਂ ਗੁੱਸਾ ਆ ਗਿਆ, ਗੁੱਸੇ ਦੇ ਵਿੱਚ ਬੰਦਾ ਜਿਹੜਾ ਕਤਲ ਕਰਨ ਤੱਕ ਚੱਲ ਜਾਂਦਾ। ਬਿਲਕੁਲ। ਤੇ ਉਹ ਸਾਰਾ ਜਿਹੜਾ ਆ ਵੀ ਹਰੇਕ ਚੀਜ਼ ਜਿਹੜੀ ਆ ਵੀ ਜਦੋਂ ਤੁਸੀਂ ਉਹਨੂੰ ਥੋੜਾ ਜਿਹਾ ਵਿਚਾਰ ਲੈਂਦੇ ਜੀ ਆਪੇ ਹੀ ਤੁਹਾਨੂੰ ਜਿਹੜਾ ਆ ਵੀ ਉਹ ਚਾਨਣਾ ਹੋ ਜਾਂਦਾ ਵੀ ਇਹਦੇ ਵਿੱਚ ਧਰਮ ਕੀ ਆ। ਬਿਲਕੁਲ। ਇੱਥੇ ਤੱਕ ਧਰਮ ਆ। ਬਿਲਕੁਲ। ਜਦੋਂ ਤੁਸੀਂ ਇਹ ਤੋਂ ਗਾਂਹ ਚੱਲ ਗਏ ਜਾਂ ਇਹ ਤੋਂ ਉਲਟ ਚੱਲ ਗਏ ਉੱਥੋਂ ਧਰਮ ਜਿਹੜਾ ਆ ਵੀ ਤੁਸੀਂ ਉਹਦੇ ਖੇਤਰ 'ਚ ਆ ਜਾਂਦੇ। ਬਿਲਕੁਲ ਭਾਜੀ, ਇਹਦੇ ਨਾਲ ਇੱਕ ਗੱਲ ਇਹ ਵੀ ਜੁੜਦੀ ਹੈ ਨਾ ਕਿ ਜਿਹੜੇ ਹੁਣ ਆਪਾਂ ਗੱਲ ਕਰਕੇ ਹਟੇ ਆ ਕਿ ਜਿਹੜੀਆਂ ਐਕਸਕਿਊਜ਼ਸ ਇਹ ਬੇਈਮਾਨ ਬੰਦਾ ਆਪਣੇ ਅੰਦਰ ਘੜਦਾ ਆ, ਜੇ ਉਹ ਨਾ ਘੜੇ ਤਾਂ ਉਹਦਾ ਜੀਣਾ ਦੁਸ਼ਵਾਰ ਹੋ ਜਾਵੇ। ਬਿਲਕੁਲ। ਉਹ ਜਿਹੜਾ ਆਤਮਿਕ ਜਿਹੜਾ ਪ੍ਰੈਸ਼ਰ ਆ ਨਾ ਉਹਦੇ ਤੇ ਜਿਹੜਾ ਮਾਨਸਿਕ ਪ੍ਰੈਸ਼ਰ ਆ ਉਹ ਝੇਲ ਨਾ ਸਕੇ। ਉਹ ਇਸ ਕਰਕੇ ਉੱਦਾਂ ਦੀ ਦਲੀਲਾਂ ਘੜ ਲੈਂਦੇ ਆ ਕਿ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ ਕਿ ਭਾਈ ਮੈਂ ਜੋ ਕਰ ਰਿਹਾ ਆ ਇਹ ਧਰਮ ਦਾ ਹੀ ਕੰਮ ਆ। ਤਾਂ ਹੁਣ ਜਿਹੜਾ ਬਾਹਮਣ ਵੀ ਸੀਗਾ, ਜੋ ਵੀ ਉਹਨੇ ਕੁਕਰਮ ਕਰਨੇ ਹੁੰਦੇ ਸੀਗੇ ਜਾਂ ਜੋ ਵੀ ਉਹਨੇ ਪੁੱਠੇ ਜਾਂ ਸਿੱਧੇ ਕੰਮ ਕਰਨੇ ਹੁੰਦੇ ਸੀਗੇ ਉਹਨੂੰ ਧਰਮ ਦਾ ਚੋਲਾ ਪਾ ਦਿੰਦਾ ਸੀਗਾ ਤਾਂ ਕਿ ਉਹਦੇ ਤੇ ਸਵਾਲ ਨਾ ਕੀਤੇ ਜਾਣ, ਤਾਂ ਕਿ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਨਾ ਕੀਤਾ ਜਾਵੇ ਕਿ ਉਹ ਸਾਰਾ ਕੁਛ ਹੈ ਜੀ ਧਰਮ ਕਹਿ ਰਿਹਾ ਹੈ ਇੱਦਾਂ, ਜਦ ਕਿ ਉਹ ਅਸਲ ਧਰਮ ਦੀ ਡੈਫੀਨੇਸ਼ਨ ਨਹੀਂ ਸੀਗੀ। ਜਿਹੜਾ ਧਰਮ ਨੂੰ ਉਹਨਾਂ ਨੇ ਡਿਫਾਈਨ ਕੀਤਾ ਆ ਉਹ ਗਲਤ ਡਿਫਾਈਨ ਕੀਤਾ ਆ। ਇਹੀ ਹੁਣ ਜਦੋਂ ਕੋਈ ਵੀ ਬੇਈਮਾਨ ਬੰਦਾ ਹੈ ਜਾਂ ਕਮੀਣਾ ਬੰਦਾ ਆ ਜਾਂ ਬੇਈਮਾਨੀ ਕਰਦਾ ਆ, ਉਹ ਆਪਣੇ ਅੰਦਰ ਕੋਈ ਨਾ ਕੋਈ ਪਹਿਲਾਂ ਐਕਸਕਿਊਜ਼ ਜ਼ਰੂਰ ਕੱਢਦਾ ਆ। ਪਤਾ ਉਹਨੂੰ ਹੁੰਦਾ ਆ ਅੰਦਰ ਕਿਤੇ ਨਾ ਕਿਤੇ, ਕਿਉਂਕਿ
ਜਿਹੜਾ ਪ੍ਰਮਾਤਮਾ ਵੱਲੋਂ ਭਾਈ ਜਿਹੜਾ ਸਿਸਟਮ ਬਣਾਇਆ ਗਿਆ ਨਾ, ਉਹਦੇ ਅੰਦਰ ਜ਼ਰੂਰ ਉਹ ਹਰ ਬੰਦੇ ਦੇ ਅੰਦਰ ਉਸ ਤਰ੍ਹਾਂ ਦੇ ਸੈਂਸਰ ਜ਼ਰੂਰ ਲੱਗੇ ਹੁੰਦੇ ਆ। ਤੇ ਉਹ ਜਦੋਂ ਉਹ ਕੋਈ ਗਲਤ ਕੰਮ ਕਰਦਾ ਆ, ਉਸ ਚੀਜ਼ ਉਹ ਬਾਰ-ਬਾਰ ਉਹਨੂੰ ਝੰਜੋੜੇ ਨਾ, ਉਹਨੂੰ ਤੰਗ ਨਾ ਕਰੇ, ਤੇ ਉਹ ਇਦਾਂ ਦੇ ਬਹਾਨੇ ਘੜ ਲੈਂਦਾ ਆ ਜਿੱਦਾਂ ਉਹਨੂੰ ਲੱਗੇ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਲੇਕਿਨ ਕਿਤੇ ਧੁਰ ਅੰਦਰ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਬਹੁਤ ਵੱਡੀ ਤਕੜੀ ਬੇਈਮਾਨੀ ਕਰ ਰਿਹਾ ਹਾਂ, ਜੋ ਮੈਂ ਕਹਿ ਰਿਹਾ ਉਹ ਮੇਰਾ ਸਾਰਾ ਇੱਕ ਬੇਈਮਾਨੀ ਚੋਂ ਨਿਕਲ ਰਿਹਾ, ਝੂਠ ਚੋਂ ਨਿਕਲ ਰਿਹਾ ਹੈਗਾ ਆ। ਤੇ ਖੈਰ ਉਹਦੇ ਨਾਲ ਭਾਜੀ ਇੱਕ ਗੱਲ ਹੋਰ ਹੈ, ਅਸੀਂ ਇਹਨੂੰ ਥੋੜ੍ਹਾ ਹੋਰ ਖੁੱਲ੍ਹ ਕੇ ਵਿਚਾਰ ਲਈਏ। ਜਦੋਂ ਹੁਣ ਕਾਮਰੇਡਾਂ ਦੀ ਵੀ ਗੱਲ ਕਰ ਲਈਏ, ਚਾਹੇ ਤਰਕਸ਼ੀਲਾਂ ਦੀ ਗੱਲ ਕਰ ਲਈਏ, ਚਾਹੇ ਹੁਣ ਉਸੇ ਹੀ ਲੜੀ ਦੇ ਵਿੱਚ ਜਿਹੜੇ ਅਪਗ੍ਰੇਡ ਆਏ ਨੇ ਇਹਨਾਂ ਦੀ ਗੱਲ ਕਰ ਲਈਏ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਜਿਹੜਾ ਇਨਸਾਨੀਅਤ ਹੈ ਉਹੀ ਤੁਹਾਡਾ ਸਭ ਤੋਂ ਵੱਡਾ ਧਰਮ ਹੋਣਾ ਚਾਹੀਦਾ ਆ, ਜਿਹੜਾ ਇਨਸਾਨੀਅਤ ਹੈ ਉਹੀ ਧਰਮ ਆ, ਤੇ ਉਹ ਇੱਕ ਤਰ੍ਹਾਂ ਨਾਲ ਮੈਨੂੰ ਇੱਦਾਂ ਲੱਗਦਾ ਹੈ ਕਿ ਉਹ ਇੱਕ ਤਰ੍ਹਾਂ ਨਾਲ ਬੜੀ ਕਨਫਿਊਜ਼ਡ ਸਟੇਟਮੈਂਟ ਦਿੱਤੀ ਜਾਂਦੀ ਹੈਗੀ ਹੈ, ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹਨੂੰ ਧਰਮ ਤੋਂ ਦੂਰ ਲੈ ਕੇ ਜਾਣ ਵਾਸਤੇ, ਕਿ ਜਿਹੜਾ ਤੁਹਾਡਾ ਧਰਮ ਹੈ ਇਨਸਾਨੀਅਤ ਹੋਣਾ ਚਾਹੀਦਾ ਆ। ਹੁਣ ਬੰਦਾ ਇਹ ਪੁੱਛ ਲੇ ਕਿ ਭਾਈ ਇਨਸਾਨੀਅਤ ਕੀ ਹੈਗੀ ਹੈ, ਬਿਲਕੁਲ ਉਹ ਕਿਹਨੇ ਡਿਫਾਈਨ ਕੀਤੀ ਹੈ? ਤੁਸੀਂ ਧਰਮ ਤੇ ਇਨਸਾਨੀਅਤ ਦੋ ਸ਼ਬਦ ਹੈਗੇ ਆ ਆਪਸ ਦੇ ਵਿੱਚ। ਧਰਮ ਇੱਕ ਸ਼ਬਦ ਹੈ, ਇਨਸਾਨੀਅਤ ਇੱਕ ਸ਼ਬਦ ਹੈ। ਤੁਸੀਂ ਸ਼ਬਦ ਦੇ ਬਦਲੇ ਸ਼ਬਦ ਦੇ ਰਹੇ ਆ। ਬਿਲਕੁਲ। ਹੁਣ ਤੁਸੀਂ ਕਹਿੰਦੇ ਆ ਕਿ ਤੁਸੀਂ ਆਪਣੇ ਉੱਤੇ ਸਿੱਖ ਧਰਮ ਦੀ ਮੋਹਰ ਨਾ ਲਾਓ, ਜਾਂ ਤੁਸੀਂ ਇਹ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਤੇ ਸਿੱਖ ਧਰਮ ਥੋਪੀਏ ਨਾ। ਚਲੋ ਇਹਨੂੰ ਆਪਾਂ ਹੋਰ ਖੋਲ ਕੇ ਵਿਚਾਰ ਲਾਂਗੇ, ਜਿਹੜਾ ਥੋਪਣ ਵਾਲਾ ਵੀ ਸਿਸਟਮ ਹੈਗਾ ਆ। ਹੁਣ ਜਦੋਂ ਤੁਸੀਂ ਕਹਿੰਦੇ ਆ ਕਿ ਤੁਸੀਂ ਆਪਣੇ ਉੱਤੇ ਕੋਈ ਵੀ ਮੋਹਰ ਨਾ ਲਾਓ, ਤੁਸੀਂ ਇਨਸਾਨ ਆ। ਹੁਣ ਜਦੋਂ ਤੁਸੀਂ ਇਨਸਾਨੀਅਤ ਦੀ ਆਪਣੇ ਉੱਤੇ ਮੋਹਰ ਲਾਣੀ ਹੈ, ਉਹ ਵੀ ਤਾਂ ਮੋਹਰ ਹੀ ਇੱਕ ਤਰ੍ਹਾਂ ਦੀ। ਬਿਲਕੁਲ। ਆਹ ਗੱਲ ਜਿਹੜੀ ਹੈ ਇਨਸਾਨ ਵਾਲੀ ਵੀ, ਇਹਦੇ ਲਈ ਤੁਸੀਂ ਜਿਹੜੇ ਦੂਸਰੇ ਸੌਦੇ ਸਾਧ ਤੇ ਚੇਲੇ ਆ, ਬਿਲਕੁਲ ਉਹ ਸਾਰੇ ਆਪਣੇ ਨਾਂ ਦੇ ਮਗਰ ਇਨਸਾਨ ਲਾਉਂਦੇ ਆ। ਮਤਲਬ ਭਾਈ ਉਹ ਤੁਸੀਂ ਦੱਸ ਦਿਓ ਭਾਈ ਵੀ ਇਹ ਵੀ ਉਹ ਠੀਕ ਆ ਫਿਰ। ਬਿਲਕੁਲ। ਆਹੋ ਇੱਥੇ ਵੀ ਹੈਗਾ ਇੱਕ ਇਨਸਾਨ, ਇੱਥੇ ਵੀ ਹੁਣ ਕਈ ਹੋਣੇ ਆ। ਦੂਸਰਾ ਜਿਹੜਾ ਉਹ ਇਹਨਾਂ ਦਾ ਅਪਗ੍ਰੇਡਾਂ ਦੇ ਵਿੱਚ ਟੈਂਟਾਂ ਦਾ ਉਸਤਾਦ ਇਨਸਾਨ ਆ। ਨਹੀਂ, ਕਹਿਣ ਦਾ ਭਾਵ ਇਹ ਹੈ ਕਿ ਭਾਈ ਹੁਣ ਤੁਸੀਂ ਮੰਨ ਲਓ, ਅੱਛਾ ਚਲੋ ਅਸੀਂ ਕਹਿ ਦਈਏ ਕਿ ਨਹੀਂ ਭਾਈ ਸਾਰੇ ਆਪਣੇ ਆਪ ਨੂੰ ਇਨਸਾਨ ਕਹਿਣ, ਇਨਸਾਨੀਅਤ ਕਹਿਣ, ਕਿ ਭਾਈ ਜਿਹੜਾ ਧਰਮ ਆ ਉਹਨੂੰ ਆਪਾਂ ਰਿਪਲੇਸ ਕਰਤਾ ਇਨਸਾਨੀਅਤ ਦੇ ਨਾਲ। ਹੁਣ ਕੱਲ ਨੂੰ ਫਿਰ ਕੋਈ ਹੋਰ ਆ ਜਾਏਗਾ ਭਾਈ, ਨਹੀਂ ਜਿਹੜਾ ਤੁਸੀਂ ਇਨਸਾਨੀਅਤ ਡਿਫਾਈਨ ਕਰ ਰਹੇ ਇਹ ਵਧੀਆ ਨਹੀਂ ਹੈ, ਮੈਂ ਇਨਸਾਨੀਅਤ ਪ੍ਰੋ ਲੈ ਕੇ ਆਇਆ, ਜਾਂ ਇਨਸਾਨੀਅਤ ਅਪਗ੍ਰੇਡ ਇਨਸਾਨ। ਉਹਨੂੰ ਹੈ ਨਾ, ਉਹਦੀ ਕਿਤੇ ਵੀ ਕੋਈ ਐਂਡਿੰਗ ਨਹੀਂ ਹੈਗੀ, ਕਿਤੇ ਵੀ ਕੋਈ ਉਹਦਾ ਡੈਡ ਐਂਡ ਨਹੀਂ। ਉਹਨੂੰ ਜਿੱਦਾਂ ਮਰਜ਼ੀ ਤੁਸੀਂ ਤੋੜੀ ਮਰੋੜੀ ਚੱਲੋ, ਜਿੱਥੇ ਮਰਜ਼ੀ ਤੱਕ ਖਿੱਚੀ ਚੱਲੋ। ਉਹਦੇ ਵਿੱਚ ਜਿਹੜੀ ਵਿਚਾਰਨੇ ਵਾਲੀ ਗੱਲ ਆ ਉਹ ਇਹ ਆ ਭਈ ਜਿੰਨੇ ਧਰਮ ਕਹਿ ਲਓ ਭਈ ਸਿੱਖੀ ਤੋਂ ਪਹਿਲਾਂ ਹੋਏ ਆ ਜੀ, ਤੇ ਕੁਝ ਜਿਹੜੇ ਆ ਵੀ ਹੁਣ ਉਹ ਸਿੱਖੀ ਤੋਂ ਬਾਅਦ ਵੀ ਨਵੇਂ ਜਿਹੜੇ ਪੈਦਾ ਹੋਏ ਆ, ਵੀ ਜਿੱਦਾਂ ਬਹਾਈ ਨੇ ਜੀ, ਜਾਂ ਹੋਰ ਛੋਟੇ ਸੈਕਟ ਹੈਗੇ ਆ ਵੀ ਜਿਨ੍ਹਾਂ ਦੇ ਪਿੱਛੇ ਵੀ ਇਤਿਹਾਸ ਜਿਹੜਾ ਆ ਵੀ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਜੀ, ਭਈ ਇਹਨਾਂ ਨੂੰ ਖੜੇ ਕਰਨ ਵਾਲੇ ਕੌਣ ਬੰਦੇ ਸੀਗੇ ਤੇ ਕੀ ਉਹਨਾਂ ਦਾ ਟੀਚਾ ਸੀਗਾ। ਬਿਲਕੁਲ। ਤੇ ਚਲੋ ਆਪਾਂ ਉਹ ਛੋਟੇ ਜਿਹੜੇ ਹੈਗੇ ਆ ਵੀ ਇਹੋ ਜਿਹੇ ਸਿਸਟਮ ਵੀ ਇਹਨਾਂ ਦੇ ਵਿੱਚ ਨਾ ਜਾਈਏ, ਆਪਾਂ ਜਿਹੜੇ ਮੇਨ 6 ਧਰਮ ਨੇ ਦੁਨੀਆ ਦੇ ਜੀ ਭਈ ਉਹਨਾਂ ਦੀ ਗੱਲ ਕਰੀਏ। ਹੁਣ ਉਹਦੇ ਵਿੱਚ ਭਈ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਵਖਰੇਵਾਂ ਆ ਸਿੱਖੀ ਦਾ ਤੇ ਬਾਕੀ ਦੇ 5 ਧਰਮਾਂ ਦਾ, ਉਹ ਇਹ ਆ ਭਈ ਜਦੋਂ ਤੁਸੀਂ ਉਹਨਾਂ ਦੀਆਂ ਜਿਹੜੀਆਂ ਹੈਗੇ ਨਾ ਵੀ ਓਵਰਆਲ ਸਾਰਾ ਫਰੇਮਵਰਕ ਵੇਖਦੇ ਆ ਤੇ ਉਹ ਸਾਰੇ ਹੀ ਧਰਮ ਜਿਹੜੇ ਆ ਵੀ ਉਹ ਇਸ ਹਿਸਾਬ ਨਾਲ ਚੱਲਦੇ ਆ ਵੀ ਜਿਹਦੇ ਵਿੱਚੋਂ ਮੇਰਾ ਖਿਆਲ ਵੀ ਆਪਾਂ ਬੋਧੀ ਵੀ ਜਿਹੜੇ ਆ ਵੀ ਉਹਨਾਂ ਨੂੰ ਵੀ ਉਸ ਥੋੜ੍ਹਾ ਜਿਹਾ ਪਾਸੇ ਰੱਖ ਸਕਦੇ ਆ ਭਈ ਉਹ ਜਿਹੜੇ ਬਾਕੀ ਦੇ ਧਰਮ ਆ ਵੀ ਉਹ ਇਸ ਹਿਸਾਬ ਦੇ ਨਾਲ ਗੱਲ ਕਰਦੇ ਆ ਭਈ ਤੁਸੀਂ ਜੰਮਣਾ ਆ, ਜੰਮ ਕੇ ਤੇ ਤੁਸੀਂ ਜੋ ਪਾਦਰੀ ਜਾਂ ਮੁੱਲਾ ਜਾਂ ਪੰਡਤ ਜਾਂ ਕੋਈ ਵੀ ਜਿਹੜਾ ਉਹਨਾਂ ਦੀ ਲੋ ਭਈ ਪੁਜਾਰੀ ਕਲਾਸ ਆ, ਬਿਲਕੁਲ ਭਈ ਉਹਦੇ ਕਹੇ ਦੇ ਮੁਤਾਬਕ ਵੀ ਤੁਸੀਂ ਆਪਣਾ ਜਿਹੜਾ ਆ ਵੀ ਸੱਚਾ ਸੁੱਚਾ ਜੀਵਨ, ਜਿਹਨੂੰ ਉਹ ਸੱਚਾ ਸੁੱਚਾ ਕਹਿ ਰਹੇ ਵੀ ਉਹ ਜੀਣਾ ਆ, ਤੇ ਉਹਦੇ ਵਿੱਚ ਬਾਅਦ ਫਿਰ ਤੁਹਾਨੂੰ ਫਲ ਦੇ ਰੂਪ ਦੇ ਵਿੱਚ ਭਈ ਸਵਰਗ ਮਿਲਣਾ ਤੇ ਸਜ਼ਾ ਦੇ ਰੂਪ ਦੇ ਵਿੱਚ ਨਰਕ ਮਿਲਣਾ, ਡਿਪੈਂਡਿੰਗ ਔਨ ਵੀ ਤੁਸੀਂ ਕਿਵੇਂ ਜੀਵਨ ਜੀਤਾ ਜੀ। ਤੇ ਇਹਦੇ ਉਲਟ ਭਈ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ, ਬੋਧੀ ਮੈਂ ਤਾਂ ਕਰਕੇ ਪਾਸੇ ਕਰ ਦਿੱਤੇ ਕਿ ਭਈ ਬੋਧੀ ਜਿਹੜੇ ਆ ਵੀ ਉਹ ਵੀ ਸਿਰਫ ਜ਼ਿੰਦਗੀ ਜਿਹੜੀ ਆ ਵੀ ਉਹਨੂੰ ਸਹੀ ਤਰੀਕੇ ਨਾਲ ਜੀਣ ਦੀ ਗੱਲ ਕਰਦੇ ਆ। ਉਹ ਇਹ ਨਹੀਂ ਕਹਿੰਦੇ ਭਈ ਜੇ ਤੁਸੀਂ ਮਤਲਬ ਭਈ ਕਹਿ ਲਓ ਵੀ ਸਜ਼ਾ ਵਜੋਂ ਤੁਹਾਨੂੰ ਨਰਕ ਮਿਲੂਗਾ ਜਾਂ ਇਨਾਮ ਵਜੋਂ ਤੁਹਾਨੂੰ ਸਵਰਗ ਮਿਲੂਗਾ, ਉਹ ਸਵਰਗ ਨਰਕ ਦਾ ਕਨਸੈਪਟ ਉਹ ਵੀ ਮੰਨਦੇ ਨੇਗੇ। ਤੇ ਸਿੱਖੀ ਦੇ ਵਿੱਚ ਇਹ ਆ ਭਈ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਤੇ ਆਪ ਤੁਸੀਂ ਫੈਸਲਾ ਕਰਨਾ ਆ ਭਈ ਕੀ ਸਹੀ ਆ ਕੀ ਗਲਤ ਆ, ਤੇ ਤੁਸੀਂ ਸਹੀ ਜਿਹੜਾ ਆ ਉਹ ਫੈਸਲਾ ਕਰਨੇ ਦੀ
ਹਿੰਮਤ ਜਿਹੜੀ ਆ ਉਹ ਆਪਣੇ ਅੰਦਰ ਪੈਦਾ ਕਰਨੀ ਆ। ਹੂੰ ਉਸ ਚੀਜ਼ ਦੇ ਉੱਤੇ ਬਲ ਦਿੱਤਾ ਗਿਆ ਵੀ ਜਦੋਂ ਆਪਾਂ ਕਹਿੰਦੇ ਵੀ 1.25 ਲੱਖ ਸੀ ਏਕਲ ਨਾਮ ਦਾ ਜਿਹੜਾ ਸੰਕਲਪ ਆ ਜਾਂ ਹੋਰ ਜਿਹੜੇ ਵੀ ਇਹ ਹੈਗੇ ਆ ਉਹ ਨਾਲ ਨਾਲ ਸਮਰੱਥਾ ਵੀ ਪੈਦਾ ਕਰਨੀ ਕਿ ਸਹੀ ਤੇ ਗਲਤ ਦੇ ਵਿੱਚ ਪਛਾਣ ਕਰਨੀ, ਸਹੀ ਤੇ ਗਲਤ 'ਚ ਪਛਾਣ ਕਰਨੀ ਜੀ। ਔਰ ਫਿਰ ਵੀ ਤੁਹਾਡੇ ਅੰਦਰ ਇੰਨਾ ਆਤਮ ਬਲ ਇੰਨੀ ਸਮਰੱਥਾ ਹੋਵੇ ਵੀ ਜਦੋਂ ਤੁਹਾਨੂੰ ਪਤਾ ਆ ਵੀ ਤੁਸੀਂ ਸਹੀ ਇੱਥੇ ਸਹੀ ਕਰਨ ਦੀ ਲੋੜ ਆ ਜੀ, ਫਿਰ ਭਾਵੇਂ ਅੱਗੇ ਗੋਲੀਆਂ ਵੱਜਦੀਆਂ ਹੋਣ, ਸਹੀ ਗੱਲ ਹੈ, ਜਾਂ ਅੱਗੇ ਕੋਈ ਤੁਹਾਡੇ ਸਿਰ ਦੇ ਉੱਤੇ ਵੀ ਬੰਦੂਕ ਰੱਖ ਕੇ ਖੜਾ ਹੋਵੇ, ਚਾਹੇ ਟਿੱਡੀ ਦਲ ਕਿਉਂ ਨਾ ਹੋਵੇ, ਜੋ ਜਿੰਨੀ ਮਰਜ਼ੀ ਭੀੜ ਹੋਵੇ, ਪਰ ਉਹ ਤੁਹਾਡੀ ਜਿਹੜੀ ਆਤਮ ਬਲ ਆ ਇੰਨਾ ਕੁ ਤਕੜਾ ਹੋਣਾ ਚਾਹੀਦਾ। ਤੁਹਾਡੀ ਸਮਰੱਥਾ ਅੰਦਰ ਦੀ ਜਿਹੜੀ ਆ ਉਹ ਇੰਨੀ ਕੁ ਤਕੜੀ ਹੋਣੀ ਚਾਹੀਦੀ ਆ ਜੀ। ਭਾਈ ਤੁਸੀਂ ਕਹੋ ਵੀ ਬਸ ਜੇ ਕਰਨਾ ਤੇ ਸਹੀ ਕਰਨਾ ਹੈ, ਬਿਲਕੁਲ, ਤੇ ਭਾਵੇਂ ਤੁਸੀਂ ਮਾਰ ਦਿਓ ਜੋ ਮਰਜ਼ੀ ਕਰ ਜੀ, ਸਹੀ ਗੱਲ ਹੈ। ਤੁਹਾਡੇ ਥ੍ਰੈਟ ਦੇ ਥੱਲੇ ਜਾਂ ਕਿਤੇ ਵੀ ਮੈਂ ਮਾੜਾ ਨਹੀਂ ਕਰਨ ਲੱਗਿਆ। ਜਿਹੜੀ ਪਹਿਲੀ ਸ਼ਰਤ ਆ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਰੱਖੀ ਵੀ ਜਾਓ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਜੀ। ਇਹ ਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਉਹ ਜੇ ਤੁਹਾਡੇ ਮਨ ਦੇ ਵਿੱਚ ਕਾਣ ਆ ਰਹੀ ਆ, ਬਿਲਕੁਲ, ਭਈ ਕਿਤੇ ਹੈਜ਼ੀਟੇਸ਼ਨ ਆ, ਕਿਤੇ ਝਿਜਕ ਆ, ਭਈ ਜਿੱਥੇ ਤੁਹਾਨੂੰ ਲੱਗਦਾ ਆ ਭਈ ਹਾਏ ਹਾਏ ਵੀ ਜੇ ਮੈਂ ਹੁਣ ਵੀ ਇਹਦੇ ਕਹੇ ਦੇ ਉੱਤੇ ਭਈ ਨਾ ਪੁੱਠਾ ਕੰਮ ਕੀਤਾ, ਜੀ, ਜਾਂ ਭਈ ਮੈਂ ਸਹੀ ਕੰਮ ਕਰਨੋਂ ਰਹਿ ਗਿਆ, ਜੀ, ਇਹਦੇ ਥ੍ਰੈਟ ਦੇ ਥੱਲੇ, ਇਹ ਧਮਕੀ ਦੇ ਥੱਲੇ, ਤੇ ਫਿਰ ਮਤਲਬ ਵੀ ਜੇ ਮੈਂ ਕਹਿ ਲਓ ਵੀ ਗਲਤ ਕਰ ਦਿੱਤਾ ਤੇ ਤਾਂ ਨੁਕਸਾਨ ਆ, ਆਪਣੀਆਂ ਨਜ਼ਰਾਂ 'ਚ ਗਿਰ ਗਿਆ, ਆਪ ਮਰ ਗਿਆ ਅੰਦਰੋਂ। ਤੇ ਜੇ ਗਲਤ ਸਹੀ ਕਰ ਦਿੱਤਾ ਤੇ ਮੈਨੂੰ ਮਾਰ ਦੇਣਾ ਤੇ ਮੇਰੇ ਪਰਿਵਾਰ ਦਾ ਪਿੱਛੋਂ ਕੀ ਹੋਊਗਾ, ਜਾਂ ਕਿਸੇ ਨੇ ਥ੍ਰੈਟ ਦਿੱਤਾ ਹੋਵੇ ਵੀ ਅਸੀਂ ਤੇਰੇ ਨਿਆਣਿਆਂ ਨੂੰ ਐਂ ਕਰ ਦੇਣਾ ਜਾਂ ਉਹ ਕਰ ਦੇਣਾ। ਸੋ ਉਹ ਸਾਰਾ ਕੁਝ ਜਿਹੜਾ ਆ ਉਹ ਇਹ ਫਿਰ ਮੰਗ ਕਰਦਾ ਵੀ ਤੁਹਾਡਾ ਅੰਦਰਲਾ ਜਿਹੜਾ ਆਪਾਂ ਨੇ ਬਿਲਕੁਲ ਉਹ ਕਿੰਨਾ ਤਗੜਾ ਹੈ। ਬਿਲਕੁਲ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਵੀ ਉਹ ਵਿਚਾਰਨੇ ਵਾਲੀਆਂ ਉਹ ਸਿੱਖ ਬਣਾਉਂਦੀਆਂ, ਬਿਲਕੁਲ ਜੀ। ਔਰ ਉਹ ਚੀਜ਼ ਫਰਕ ਆ ਧਰਮ ਜਿਹੜੇ ਬਾਕੀ ਦੇ ਨੇ ਤੇ ਜਿਹੜਾ ਸਿੱਖ ਧਰਮ ਆ। ਜੀ, ਤੁਸੀਂ ਧਰਮ ਕਹਿ ਲਓ ਭਈ ਸਿੱਖ ਧਰਮ ਲਈ ਤੁਸੀਂ ਜਿਹੜੀ ਆ ਵੀ ਆਪਣੀ ਜਾਨ ਦੀ ਬਾਜੀ ਜਿਹੜੀ ਆ ਉਹ ਨਹੀਂ ਦੇ ਰਹੇ, ਤੁਸੀਂ ਸਹੀ ਲਈ ਜਾਨ ਦੀ ਬਾਜੀ ਦੇ ਰਹੇ ਜੀ। ਉਹ ਸਹੀ ਜਿਹੜਾ ਆ ਭਈ ਜੇ ਕਿਸੇ ਹੋਰ ਥਾਂ ਤੇ ਵੀ ਆ, ਜਿੱਦਾਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਆ, ਉਹ ਸਿੱਖ ਧਰਮ ਲਈ ਥੋੜੀ, ਕਿਉਂਕਿ ਉੱਥੇ ਜੋ ਸਹੀ ਆ ਤੇ ਜੋ ਗਲਤ ਆ ਉਹ ਦੋ ਚੋਇਸਿਸ ਨੇ। ਇੱਕ ਗਲਤ ਹੋ ਰਿਹਾ, ਗਲਤ ਨੂੰ ਬੰਦ ਕਰਨ ਲਈ ਇੱਕ ਤੁਹਾਡੇ ਕੋਲੇ ਸੋਲੂਸ਼ਨ ਆ ਜੀ, ਤੇ ਉਹ ਸੋਲੂਸ਼ਨ ਜਿਹੜਾ ਆ ਵੀ ਉਹਦੇ ਅੰਦਰ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ। ਬਿਲਕੁਲ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਵੀ ਉਹ ਇਸੇ ਕਰਕੇ ਫਿਰ ਜਿਹੜਾ ਸਿੱਖੀ ਦਾ ਇੱਕ ਮੁੱਢਲਾ ਥੰਮ ਕਹਿ ਲਓ ਭਈ ਸਰਬੱਤ ਦੇ ਭਲੇ ਦਾ, ਬਿਲਕੁਲ, ਉਹ ਇਸੇ ਕਰਕੇ ਉਹ ਇਹ ਥੋੜੀ ਕਹਿੰਦੇ ਵੀ ਸਿੱਖਾਂ ਦਾ ਭਲਾ। ਬਿਲਕੁਲ ਸਹੀ ਗੱਲ ਆ। ਜੇ ਸਿੱਖ ਅੰਦਰਮੁਖੀ ਹੁੰਦੇ ਵੀ ਸਿਰਫ ਆਪਣੀ ਕੌਮ ਦੇ ਅੰਦਰ ਹੀ, ਹਾਂਜੀ ਹਾਂਜੀ, ਭਈ ਆਪਣਾ ਭਲਾ ਚਾਹੁੰਦੇ ਹੁੰਦੇ, ਬਸ ਠੀਕ ਆ ਵੀ ਸਿੱਖਾਂ ਦਾ ਭਲਾ ਕਰੀ ਵਾਹਿਗੁਰੂ ਜੀ, ਭਈ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਨਾ ਕਰਦੇ। ਬਿਲਕੁਲ ਜੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਭਈ ਇੱਕ ਤਰ੍ਹਾਂ ਨਾਲ ਸਾਰੀਆਂ ਆਪਸ 'ਚ ਜੋੜ ਕੇ ਤੇ ਜੋ ਪਿਕਚਰ ਬਣਦੀ ਆ ਉਹ ਦੇਖਣੇ ਦੀ ਤੇ ਉਹਦਾ ਜਿਹੜਾ ਸੁਹੱਪਣ ਆ ਜੀ ਉਹਨੂੰ ਇੱਕ ਤਰ੍ਹਾਂ ਨਾਲ ਐਪਰੀਸ਼ੀਏਟ ਕਰਨੇ ਦੀ ਲੋੜ ਹੈ। ਬਿਲਕੁਲ ਜੀ। ਬਾਕੀ ਜਿਹੜੇ ਬੇਈਮਾਨ ਬੰਦੇ ਨੇ ਦੂਸਰੇ ਫੰਡਰਗਾਂ ਵਰਗੇ ਤੇ ਹੋਰ ਢੱਡਰੀਆਂ ਵਾਲੇ ਵਰਗੇ ਤੇ ਹੋਰ ਇਹ ਜੋ ਮਰਜ਼ੀ ਕਹੀ ਚੱਲਣ, ਇਹ ਕਦੀ ਵੀ ਜਿਹੜੀ ਕੋਈ ਨਾ ਸੋਹਣੀ ਚੀਜ਼ ਹੋਵੇ ਉਹਨੂੰ ਜੇ ਕੋਈ ਕਹਿੰਦਾ ਵੀ ਨਾ ਇਹ ਤਾਂ ਬਹੁਤ ਘਟੀਆ ਆ, ਨਾ ਇਹ ਤਾਂ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਐਵੇਂ ਨਹੀਂ ਮੁਹਾਵਰਾ ਬਣਿਆ ਵੀ ਚੰਦ ਦੇ ਉੱਤੇ ਥੁੱਕੂਗੇ ਤੇ ਆਪਣੇ ਮੂੰਹ ਤੇ ਪੈਣਾ। ਬਿਲਕੁਲ। ਸੋ ਇਹ ਉਹੀ ਕੰਮ ਕਰ ਰਹੇ ਨੇ ਔਰ ਆਪਾਂ ਦੇਖ ਰਹੇ ਆ ਵੀ ਇਹਨਾਂ ਦੇ ਮੂੰਹ ਤੇ ਰੋਜ਼ ਹੀ ਪੈਂਦਾ, ਲੇਕਿਨ ਉਹ ਜਿਹੜੇ ਆਪ ਤੋਂ ਮਜਬੂਰ ਆ ਵੀ ਥੁੱਕੀ ਜਾਂਦੇ ਆ ਫਿਰ ਵੀ ਸ਼ਾਇਦ ਦਾ ਲੱਗ ਹੀ ਜਾਵੇ, ਸ਼ਾਇਦ ਬੰਦੇ ਮੂਰਖ ਬਣ ਹੀ ਜਾਣ। ਉਹ ਜਿਹੜੇ ਮੂਰਖ ਬਣਦੇ ਆ ਉਹਨਾਂ ਦੀ ਵੀ ਸਾਨੂੰ ਚਿੰਤਾ ਹੋਣੀ ਚਾਹੀਦੀ, ਕਿਉਂਕਿ ਰਾਧਾ ਸਵਾਮੀ ਮਗਰ ਕਿੰਨੇ ਲੱਗੇ, ਸੌਦੇ ਸਾਧ ਮਗਰ ਕਿੰਨੇ ਕੁ ਲੱਗੇ, ਇਹ ਢੱਡਰੀਆਂ ਵਾਲੇ ਮਗਰ ਲੱਗੇ ਜਾਂ ਫੰਡਰਗਾਂ ਦੇ ਮਗਰ ਲੱਗੇ, ਸਾਨੂੰ ਕੀ ਪ੍ਰੋਬਲਮ ਹੈ। ਉਹ ਸਮਾਂ ਕੇ ਫਿਲਟਰ ਕਰੀ ਜਾਣਦਾ ਆ ਵੀ ਭਾਈ ਵੀ ਆਹ ਜਿਹੜੇ ਬੇਵਕੂਫ ਆ ਵੀ ਇਹ ਚੰਗਾ ਹੋ ਗਿਆ ਵੀ ਸਿੱਖੀ ਦੇ ਰੂਪ ਚ ਤੁਰੇ ਫਿਰਦੇ ਹੀ, ਭਈ ਇਹਨਾਂ ਦੀ ਪਛਾਣ ਤੇ ਹੋਈ। ਸਹੀ ਗੱਲ ਆ। ਨਹੀਂ, ਉਹਨਾਂ ਨੇ ਆਪਣੇ ਆਪ ਹੀ ਉਹ ਆਪਣੇ ਉੱਤੇ ਮੋਹਰ ਲਾ ਕੇ ਆਪਣੇ ਆਪ ਹੀ ਦੱਸਤਾ ਕਿ ਅਸੀਂ ਮਤਲਬ ਕੀ ਹੈਗੇ ਆ, ਕਿੰਨੀ ਅਕਲ ਦੇ ਮਾਲਕ ਆ। ਤੇ ਗੱਲ ਭਾਜੀ ਉਹੀ ਅਸੀਂ ਫਿਰ ਉੱਥੇ ਆਉਂਦੇ ਹਾਂ ਗੱਲ ਤੇ, ਜਦੋਂ ਜਿਹੜਾ ਧਰਮ ਤੇ ਇਨਸਾਨੀਅਤ ਨੂੰ ਜਦੋਂ ਰਲਗੱਡ ਕੀਤਾ ਜਾਂਦਾ ਆ ਉਹਦੇ ਪਿੱਛੇ ਇਹਨਾਂ ਦਾ ਆਪਣਾ ਕੋਈ ਪ੍ਰੋਪੋਗੰਡਾ ਹੁੰਦਾ ਆ, ਇਹਨਾਂ ਦਾ ਆਪਣਾ ਏਜੰਡਾ ਹੈਗਾ ਜਿਹੜਾ ਪੁਸ਼ ਕੀਤਾ ਜਾ ਰਿਹਾ ਹੈਗਾ। ਬਿਲਕੁਲ। ਉਹਦੇ ਵਿੱਚ ਵੀ ਮੈਨੂੰ ਦਿਮਾਗ 'ਚ ਗੱਲ ਆਉਂਦੀ ਕਿ ਭਈ ਜਿੱਦਾਂ ਹੈਗਾ ਨਾ ਵਿਗਿਆਨ ਜੀ, ਹੁਣ ਵਿਗਿਆਨ ਤੋਂ ਪਹਿਲਾਂ ਜਿਹੜਾ ਆ ਵੀ ਜੇ ਤੁਸੀਂ ਕਹੋ ਨਾ ਵੀ ਜੋ ਅੱਜ ਕੱਲ੍ਹ ਜਿਹਨੂੰ ਵਿਗਿਆਨ ਕਿਹਾ ਜਾ ਰਿਹਾ, ਜਾਂ ਵਿਗਿਆਨ ਦੀ ਬਜਾਏ ਆਪਾਂ ਇਹ ਕਹੀਏ ਵੀ ਵਿਗਿਆਨਕ ਸੋਚ ਜਾਂ ਵਿਗਿਆਨਕ ਨਜ਼ਰੀਆ ਜਿਹੜਾ ਵੀ ਉਹ ਜਿਹੜਾ ਆ ਉਹ ਤਕਰੀਬਨ 1750 ਤੋਂ ਪਿੱਛੇ ਨਹੀਂ ਜਾਂਦਾ। ਠੀਕ ਹੈ ਜੀ। ਵੀ ਕਹਿ ਲਓ ਵੀ
ਵੱਡੇ ਪੱਧਰ ਦੇ ਉੱਤੇ ਉਹਦਾ ਫੈਲਾਅ ਜਿਹੜਾ ਹੈ ਉਹ 1750 ਤੋਂ ਬਾਅਦ ਦਾ। ਔਰ ਉਹਦਾ ਜਿਹੜਾ ਇੱਕ ਕਹਿ ਲਓ ਵੀ ਜੇ ਤੁਸੀਂ ਨਾ ਕੋਈ ਘਟਨਾ ਜਿਹੜੀ ਆ ਵੀ ਉਹ ਪਿੰਨ ਪੁਆਇੰਟ ਕਰਨੀ ਹੋਵੇ ਵੀ 1750-52 ਆਪਾਂ ਕਿਉਂ ਕਹਿੰਦੇ ਆ, ਤੇ ਲਵੋਜ਼ੀਅਰ ਕਰਕੇ ਸੀਗਾ ਦੂਸਰਾ ਰਸਾਇਣ ਵਿਗਿਆਨੀ ਕੈਮਿਸਟ ਜੀ, ਉਹ ਫਰਾਂਸ ਦਾ ਸੀਗਾ, ਤੇ ਉਹਨੇ ਇੱਕ ਤਰੀਕੇ ਦੇ ਨਾਲ ਭਈ ਉਹ ਸਾਰਾ ਜਿਹੜਾ ਸਿਸਟਮ ਹੈ ਨਾ ਕੈਮਿਸਟਰੀ ਦਾ ਉਹ ਘੜਿਆ ਜੀ, ਜਿਹਦੇ ਵਿੱਚ ਭਈ ਹੁਣ ਬੰਦੇ ਜਿਹੜੇ ਆ ਵੀ ਉਹ ਸਿਸਟਮ ਵਰਤ ਕੇ ਜਿਹੜੇ ਕੈਮਿਸਟਰੀ ਪੜ੍ਹਦੇ ਆ ਜੀ, ਉਹਨਾਂ ਨੂੰ ਪਤਾ ਆ ਭਈ ਆਹ ਜਿਹੜਾ ਰਸਾਇਣ ਆ ਇਹਨੂੰ ਇਸ ਰਸਾਇਣ ਦੇ ਨਾਲ ਇੰਨੀ ਮਿਕਦਾਰ ਦੇ ਵਿੱਚ ਜੇ ਜੋੜਿਆ ਜਾਵੇ ਤੇ ਕੀ ਹੋਊਗਾ। ਬਿਲਕੁਲ, ਕਿਉਂਕਿ ਉਹਨਾਂ ਨੇ ਉਹ ਸਿਸਟਮ ਸਾਰੇ ਜਿਹੜੇ ਆ ਉਹ ਘੜ ਦਿੱਤੇ। ਹੁਣ ਜਦੋਂ ਆਪਾਂ ਸਿੱਖੀ ਨੂੰ ਵੇਖਦੇ ਹਾਂ ਉਹਦੇ ਵਿੱਚ ਇਹੀ ਕੀਤਾ ਗਿਆ ਸੀਗਾ ਭਈ ਗੁਰੂ ਪਾਤਸ਼ਾਹ ਨੇ ਭਈ ਸਾਰੇ ਜਿਹੜੇ ਸੀਗੇ ਸਿਸਟਮ ਉਹ ਸਾਨੂੰ ਦੇ ਦਿੱਤੇ ਜੀ, ਭਈ ਜੇ ਤੁਸੀਂ ਕਾਮਵਸ ਹੋ ਕੇ ਕਰੋਗੇ ਕੁਛ ਉਹਦਾ ਕੀ ਨਿਕਲਣਾ ਅਗਾਂਹ ਨਤੀਜਾ, ਦੂਸਰਾ ਲੋਭ ਵਸ ਕਰੋਗੇ, ਹੰਕਾਰ ਵਸ ਕਰੋਗੇ, ਕ੍ਰੋਧ ਵਸ ਕਰੋਗੇ, ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਜਿਹੜੇ ਨਤੀਜੇ ਆ ਉਹ ਐਨ ਪ੍ਰੋਪਰ ਜਿਹੜੇ ਆ ਵੀ ਉਹ ਸਾਨੂੰ ਸਮਝਾ ਦਿੱਤੇ ਵੀ ਇਹਦੇ ਨਾਲ ਕੀ ਕੀ ਜਿਹੜੀਆਂ ਆ ਵੀ ਇਹ ਵੀ ਨੁਕਸਾਨ ਕੀ ਕੀ ਹੈ, ਭਈ ਜਿਹੜਾ ਤੁਹਾਨੂੰ ਫਾਇਦਾ ਲੱਗਣਾ ਆ ਜੋ ਤੁਸੀਂ ਕਰ ਬੈਠਣਾ, ਕਿਉਂਕਿ ਇਹ ਕਹਿ ਲਓ ਵੀ ਉਹ ਤੋਂ ਵਰਜ ਦਿੱਤਾ, ਸਾਨੂੰ ਵਾਰਨ ਕਰ ਦਿੱਤਾ ਵੀ ਭਾਈ ਭਈ ਇਹ ਚੀਜ਼ਾਂ ਦਾ ਧਿਆਨ ਰੱਖਿਓ, ਇਹ ਤੁਹਾਡੇ ਕੰਟਰੋਲ 'ਚ ਰਹਿਣ, ਤੁਸੀਂ ਇਹਦੇ ਕੰਟਰੋਲ 'ਚ ਹੋ ਕੇ ਕੁਛ ਨਾ ਕੁਛ ਐਸਾ ਕਰ ਜਾਣਾ ਆਪਣਾ ਨੁਕਸਾਨ ਹੀ ਕਰਨਾ ਜਿਹਦਾ ਬਾਅਦ 'ਚ ਤੁਹਾਨੂੰ ਪਛਤਾਵਾ। ਬਿਲਕੁਲ। ਹੁਣ ਜਦੋਂ ਆਪਾਂ ਇਹਨੂੰ ਕਹਿੰਦੇ ਆ ਭਈ ਵਿਗਿਆਨ ਜਿਹੜਾ ਆ ਭਈ ਉਹ ਵਿਗਿਆਨਕ ਸੋਚ ਜਿਹੜੀ ਆ ਉਹ ਦੇਖ ਲਓ ਵੀ ਆ 1750 ਤੋਂ ਲੈ ਕੇ ਆ ਜੇ ਮਤਲਬ ਕਹਿ ਲਓ ਵੀ 300 ਸਾਲ ਨਹੀਂ ਹੋਇਆ ਵੀ 270 ਸਾਲ ਬਣਦੇ ਆ ਜੀ। 270 ਸਾਲਾਂ ਦੇ ਵਿੱਚ ਭਈ ਮਨੁੱਖਤਾ ਜਿਹੜੀ ਆ ਵੀ ਉਹਦੀ ਸੋਚ ਦੇ ਉੱਤੇ ਕਿੰਨਾ ਫਰਕ ਪੈ ਗਿਆ। ਬਿਲਕੁਲ। ਭਈ ਜਿਹੜਾ ਹਿੰਦੂ ਮਤ ਆ ਵੀ ਉਹਦੇ ਜਿਹੜੀਆਂ ਬਹੁਤੀਆਂ ਮਨੌਤਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵਿਗਿਆਨਕ ਸੋਚ ਕਰਕੇ ਉਹ ਨਕਾਰ ਦਿੱਤੀਆਂ ਗਈਆਂ। ਹੁਣ ਉਹ ਜਿਹੜਾ ਦੂਸਰਾ ਹੈਗੇ ਆ ਬਾਕੀ ਜਿਹੜੇ ਮਤ ਹੈਗੇ ਆ ਵੀ ਉਹਦੇ ਵਿੱਚੋਂ ਵੀ ਜਿਹੜੇ ਵੱਡੇ ਭਾਗ ਆ ਭਈ ਉਹ ਇਸ ਕਰਕੇ ਨਕਾਰ ਦਿੱਤੇ ਗਏ ਭਈ ਇਹ ਭਈ ਤਰਕ ਦੇ ਉੱਤੇ ਵੀ ਠੀਕ ਨਹੀਂ ਉਤਰ ਰਹੇ, ਤੇ ਜਿਹੜੀ ਵਿਗਿਆਨਕ ਸੋਚ ਆ ਉਹ ਇਹਨਾਂ ਮਨੌਤਾਂ ਨੂੰ ਵੀ ਗਲਤ ਸਾਬਤ ਕਰੀ ਜਾਂਦੀ ਆ। ਹੁਣ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਅਲਟੀਮੇਟਲੀ ਜਿਹੜੀ ਨਾ ਵੀ ਤਰਕ ਦੀ ਘਾਟ ਆ ਤੇ ਅੰਦਰ ਮਨ ਦੇ ਬੇਈਮਾਨੀ ਜਿਹੜੀ ਆ ਵੀ ਉਹ ਹਰੇਕ ਚੀਜ਼ ਜਿਹੜੀ ਆ ਵੀ, ਕਿਉਂਕਿ ਜਦੋਂ ਤੁਸੀਂ ਇਹ ਗੱਲ ਕਰਦੇ ਸੀ ਨਾ ਵੀ ਜੇ ਬੰਦਿਆਂ ਨੇ ਆਪਣੇ ਮਨ ਦੇ ਅੰਦਰ ਜਸਟੀਫਾਈ ਨਾ ਕੀਤਾ ਹੋਵੇ ਇਹ ਕਰ ਨਹੀਂ ਸਕਦੇ ਇਹੋ ਜਿਹੀ ਬਕਵਾਸ ਤੇ ਹੋਰ ਸਾਰੀ, ਤੇ ਹੁਣ ਆਪਣੀਆਂ ਨਜ਼ਰਾਂ ਦੇ ਵਿੱਚ ਇਹ ਫੇਰ ਵੀ ਗਿਰੇ ਪਏ ਨੇ। ਹੁਣ ਕੋਸ਼ਿਸ਼ ਇਹਨਾਂ ਦੀ ਇਹ ਆ ਭਈ ਜਿਨ੍ਹਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਬਾਹਰ ਗਿਰਦੇ ਆ ਆਪਣੀਆਂ ਨਜ਼ਰਾਂ 'ਚ ਤੇ ਗਿਰੇ ਪਏ ਆ, ਬਾਹਰ ਜਿਹੜੇ ਕਹਿ ਲਓ ਭਈ ਖਾਲਸੇ ਨੇ ਜਿਹੜੇ ਦੂਸਰੇ ਸਰੂਪ ਦੇ ਵਿੱਚ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦਿਖਾਏ ਰਾਹ ਦੇ ਉੱਤੇ ਚੱਲ ਰਹੇ ਨੇ, ਉਹ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਬਿਲਕੁਲ ਭਈ ਤਾਂ ਕਿ ਭਈ ਉਹ ਬੰਦੇ ਜਿਹੜੇ ਆ ਵੀ ਉਹ ਇਸ ਹਿਸਾਬ ਨਾਲ ਰਿਐਕਟ ਕਰਨ ਭਈ ਜਾਂ ਇਹਨਾਂ ਦੇ ਕੰਮ ਜਿਹੜੇ ਆ ਕਰਤੂਤਾਂ ਉਹ ਜਸਟੀਫਾਈ ਹੋ ਜਾਣ, ਤੇ ਨਹੀਂ ਤਾਂ ਇਹ ਆਪਣੇ ਆਪ ਨੂੰ ਇਹ ਆਸਰਾ ਦੇ ਲੈਣ ਵੀ ਨਾ ਉਹ ਤੇ ਸਾਰੇ ਗਲਤ ਆ ਜੀ, ਉਹ ਤੇ ਏਦਾਂ ਆ ਉਹ ਤੇ ਉਦਾਂ ਆ। ਪਰ ਉਹ ਫੇਰ ਵਾਪਸ ਜਦੋਂ ਆਪਾਂ ਆਉਂਦੇ ਆ ਨਾ ਵਿਗਿਆਨਕ ਸੋਚ ਦੇ ਉੱਤੇ, ਜੇ ਅੱਜ ਵਿਗਿਆਨ ਦਾ ਕੋਈ ਕਵੇ ਵੀ ਮੈਂ ਸੰਕਲਪ ਦਿੰਨਾ, ਦੂਸਰਾ ਇਹ ਕੋਈ ਆਲਟਰਨੇਟਿਵ ਦਿੰਨਾ ਵੀ ਇੱਕ ਵਿਗਿਆਨਕ ਸੋਚ ਆ ਇਹਦੇ ਨਾਲ ਜੀ ਵੀ ਅਖੇ ਵੀ ਆਹ ਜਿਹੜੀ ਸੋਚ ਹੈ ਨਾ ਇਹ ਵਿਗਿਆਨਕ ਸੋਚ ਤੋਂ ਵੀ ਉੱਤੇ ਆ, ਤੇ ਉਹ ਏਦਾਂ ਨਹੀਂ ਸਿਰਫ ਕਹਿ ਸਕਦਾ ਵੀ ਅਖੇ ਵੀ ਹਾਂਜੀ ਠੀਕ ਆ ਜੀ ਵੀ ਵਿਗਿਆਨਕ ਸੋਚ ਨਹੀਂ ਵੀ ਮੈਂ ਆਹ ਸੋਚ ਜਿਹੜੀ ਆ ਵੀ ਮੈਂ ਤੇ ਇਹਦੀ ਗੱਲ ਕਰਦਾ ਭਾਈ ਵੀ ਤੁਹਾਨੂੰ ਸਭ ਕੁਝ ਡਿਫਾਈਨ ਕਰਨਾ ਪੈਣਾ। ਜੇ ਤੁਸੀਂ ਕਹਿੰਦੇ ਆ ਵੀ ਧਰਮ ਹੀ ਨਹੀਂ ਹੋਣਾ ਚਾਹੀਦਾ ਵੀ ਇਨਸਾਨੀਅਤ ਜਿਹੜਾ ਉਹੀ ਸਭ ਤੋਂ ਉੱਚਾ ਧਰਮ ਹੈ, ਇਨਸਾਨੀਅਤ ਨੂੰ ਡਿਫਾਈਨ ਕਰੋ, ਇਨਸਾਨੀਅਤ ਨੂੰ ਡਿਫਾਈਨ ਕਰੋ। ਇਹਦੇ ਮਤਲਬ ਵੀ ਇਹ ਨਹੀਂ ਹੋ ਸਕਦਾ ਵੀ ਸੌਦੇ ਸਾਧ ਦੇ ਜਿਹੜੇ ਚੇਲੇ ਆ ਉਹ ਤੇ ਕਹਿਣ ਅਸੀਂ ਤਾਂ ਜੀ ਕਦੋਂ ਦੇ ਇਨਸਾਨ ਆ। ਸਹੀ ਗੱਲ ਆ, ਅਸੀਂ ਸਭ ਤੋਂ ਪਹਿਲਾਂ ਇਹ ਨਾਂ ਦੇ ਮਗਰ ਇਨਸਾਨ ਜਿਹੜਾ ਵੀ ਉਹ ਲਾਉਣਾ ਸ਼ੁਰੂ ਕੀਤਾ। ਬਿਲਕੁਲ, ਯਾਨੀ ਕਿ ਉਹ ਤਾਂ ਕਲੇਮ ਕਰ ਸਕਦੇ ਕਿ ਜਿਹੜਾ ਸਵਰੇਸ਼ ਧਰਮ ਹੈ, ਸਭ ਤੋਂ ਉੱਚਾ ਧਰਮ ਹੈ ਇਨਸਾਨੀਅਤ, ਅਸੀਂ ਤਾਂ ਅਸੀਂ ਉਹਦੇ ਬਸ਼ਿੰਦੇ ਹੈਗੇ ਆ। ਬਿਲਕੁਲ, ਵੀ ਮਤਲਬ ਵੀ ਅਸੀਂ ਦੇਖੋ ਜੀ ਵੀ ਜਦੋਂ ਸਾਰੇ ਕਹਿਣ ਵੀ ਹਾਂ ਬਈ ਠੀਕ ਆ ਇਨਸਾਨੀਅਤ ਜਿਹੜੀ ਆ ਵੀ ਉਹ ਧਰਮ ਉਹ ਠੀਕ ਹੈ, ਬਿਲਕੁਲ ਉਹ ਸਭ ਤੋਂ ਗਾਂਹ ਹੋਊਗੇ, ਉਹ ਕਹੂਗੇ ਵੀ ਲਓ ਜੀ ਵੀ ਅਸੀਂ ਤਾਂ ਦੇਖੋ ਜੀ ਕਿੰਨੇ ਸਾਲਾਂ ਦੇ ਲੱਗੇ ਹੋਏ ਆ ਕਰਨ, ਤੇ ਜਦੋਂ ਕਿਸੇ ਨੇ ਕੱਢ ਕੇ ਦਿਖਾਉਣਾ ਆ ਵੀ ਅੱਛਾ ਵੀ ਆ ਸੌਦਾ ਸਾਧ ਤੁਹਾਡਾ ਲੀਡਰ ਆ ਬਈ ਇਹਦੀਆਂ ਕਰਤੂਤਾਂ ਦੇ ਹੋਰ ਸਭ ਕੁਝ ਕਹਿਣਾ ਨਾ ਪਰ ਧਰਮ ਤੇ ਇਨਸਾਨੀਅਤ, ਧਰਮ ਤਾਂ ਇਨਸਾਨੀਅਤ। ਸਹੀ ਗੱਲ ਆ, ਨਹੀਂ ਕਹਿਣ ਦਾ ਭਾਵ ਬੜੇ ਵੱਡੇ ਪੱਧਰ ਤੇ ਭੰਬਲ ਭੂਸਾ ਕੌਮ ਦੇ ਵਿੱਚ ਪਾਇਆ ਜਾ ਰਿਹਾ ਆ। ਉਹਦਾ ਸਿਰਫ ਤਾਂ ਇੱਕੋ ਇੱਕ ਟੀਚਾ ਜਿਹੜਾ ਸਾਨੂੰ ਸਮਝ ਆਉਂਦਾ ਆ ਕਿ ਜਿਹੜੀ ਨੌਜਵਾਨੀ ਆ ਨਾ ਉਹਨੂੰ ਕਿਸੇ ਤਰੀਕੇ ਨਾਲ ਗੁੰਮਰਾਹ ਕਰਨਾ, ਤੇ ਉਹ ਹੁਣ ਸਾਨੂੰ ਪਤਾ ਹੈ
ਕਿ ਉਹ ਕਿੱਥੋਂ ਦੀ ਸਾਰੇ ਹੁਕਮਨਾਮੇ ਜਾਰੀ ਹੁੰਦੇ ਆ ਜਾਂ ਸਾਰਾ ਕੁਝ ਕਿੱਥੋਂ ਦੀ ਇਹ ਨਿਕਲਦਾ ਹੈਗਾ ਤੇ ਇਹ ਸਾਰੇ ਉਹਦੇ ਹੀ ਪਿਆਦੇ ਬਣੇ ਹੈਗੇ ਭਾਜੀ, ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਹਰ ਇੱਕ ਤਰੀਕੇ ਦੇ ਨਾਲ ਸਿੱਖੀ ਦੇ ਉੱਤੇ ਹਮਲਾ ਕਰਨ ਨੂੰ ਬੈਠੇ ਨੇ। ਤੇ ਜਿਹੜੀ ਸਿੱਖ ਰਵਾਇਤਾਂ ਨੇ ਜਾਂ ਸਿੱਖ ਸਿਧਾਂਤ ਨੇ ਤੇ ਆਪਣਾ ਰੂਪ ਹੀ ਬਦਲਦੇ ਰਹਿੰਦੇ ਨੇ। ਤੇ ਖੈਰ ਉਹਦੇ ਵਿੱਚ ਭਾਜੀ ਇੱਕ ਹੋਰ ਗੱਲ ਜਿਹੜੀ ਅਸੀਂ ਕਰਦੇ ਸੀਗੇ, ਜਦੋਂ ਇਹ ਕਹਿੰਦੇ ਆ ਕਿ ਜਿਹੜਾ ਮਤਲਬ ਹੁਣ ਚਲੋ ਧਰਮ ਤੇ ਇਨਸਾਨੀਅਤ ਦੀ ਆਪਾਂ ਹੁਣ ਇਹਨੂੰ ਆਪਾਂ ਕਰਕੇ ਹਟਿਆ ਤੇ ਹੁਣ ਇਹ ਆਪ ਦੱਸ ਦੇਣ ਕਿ ਇਨਸਾਨੀਅਤ ਇਹ ਕਿਹਨੂੰ ਕਹਿੰਦੇ ਹੈਗੇ, ਕਿਹਨੂੰ ਡਿਫਾਈਨ ਕਰਦੇ, ਇਨਸਾਨੀਅਤ ਦਾ ਫਰੇਮਵਰਕ ਕੀ ਹੈਗਾ ਆ ਜੀ। ਠੀਕ ਹੈ ਜੀ। ਤੇ ਦੂਜੀ ਗੱਲ ਜਦੋਂ ਇਹ ਕਹਿੰਦੇ ਆ ਜੀ ਸਾਨੂੰ ਸਿੱਖ ਧਰਮ ਆਪਣੇ ਬੱਚਿਆਂ ਤੇ ਨਹੀਂ ਥੋਪਣਾ ਚਾਹੀਦਾ, ਉਹਨਾਂ ਨੂੰ ਆਜ਼ਾਦੀ ਨਾਲ ਉਹਨਾਂ ਦਾ ਜੀਵਨ ਜੀਣ ਦਈਏ, ਨਹੀਂ ਤਾਂ ਉਹਨਾਂ ਦੀ ਅਸੀਂ ਜ਼ਿੰਦਗੀ ਨਰਕ ਬਣਾ ਦੇਣੀ ਹੈ। ਉਹਨਾਂ ਦੇ 16-17 ਸਾਲ ਜਿਹੜੇ ਪਹਿਲੇ ਹੈਗੇ ਜਿਹੜੇ ਹੈ ਨਾ ਜ਼ਿੰਦਗੀ ਦੇ 16-17 ਸਾਲ ਉਹਨਾਂ ਨੂੰ ਅਸੀਂ ਕੋਹ ਕੇ ਉਹਨਾਂ ਦਾ ਜੀਵਨ, ਉਹਨਾਂ ਦੇ ਮੈਂਟਲੀ ਸਟ੍ਰੈਸ ਰਹਿਣਾ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਰਹਿਣਾ ਆ, ਪਤਾ ਨਹੀਂ ਕਿੱਦਾਂ ਦੀਆਂ ਇਹ ਕਿੱਥੋਂ ਕੱਢ ਕੇ ਲਿਆਂਦੇ ਹੈਗੇ ਆ ਜਾਂ ਤਾਂ ਜਿੱਦਾਂ ਇਹਨਾਂ ਦਾ ਆਪ ਦਾ ਬਚਪਨ ਰਿਹਾ ਆ ਕਿ ਹੁਣ ਉਹ ਪਤਾ ਨਹੀਂ ਕਿਹੋ ਜਿਹੇ ਹਾਲਾਤਾਂ 'ਚ ਰਿਹਾ ਆ, ਉਹ ਸੋਚਦੇ ਕਿ ਸਾਰਿਆਂ ਦਾ ਇੱਦਾਂ ਦਾ ਹੀ ਸੀਗਾ ਤੇ ਸਾਰੀ ਕੌਮ ਦਾ ਹੀ ਇੱਦਾਂ ਦਾ ਹੈਗਾ ਆ, ਜਾਂ ਹੁਣ ਉਹ ਚਲੋ ਉਹਨਾਂ ਦੇ ਪਰਸਨਲ ਰੀਜ਼ਨ ਵੀ ਹੋ ਸਕਦੇ ਆ ਉਹਨਾਂ ਦੇ ਆਪਣੇ। ਤੇ ਜਿਹੜਾ ਕਹਿੰਦਾ ਉਹ ਤੇ ਆਪ ਮੋਨਾ ਰਿਹਾ ਸਾਰੀ ਉਮਰ ਜੀ ਬਿਲਕੁਲ ਸਹੀ ਗੱਲ ਆ। ਤੇ ਕਹਿਣ ਦਾ ਭਾਵ ਹੈ ਕਿ ਹੁਣ ਜਦੋਂ ਥੋਪਣ ਦੀ ਵੀ ਗੱਲ ਆਉਂਦੀ ਆ ਫਿਰ ਤਾਂ ਤੁਸੀਂ ਹੁਣ ਮਤਲਬ ਇਹ ਸ਼ਬਦ ਵੀ ਬੜਾ ਨੈਗੇਟਿਵ ਸ਼ਬਦ ਆ, ਜਾਣ ਕੇ ਪਿਕ ਕੀਤਾ ਜਾਂਦਾ ਆ ਕਿ ਜਿਹੜੀ ਪੀੜ੍ਹੀ ਨੂੰ ਗੁੰਮਰਾਹ ਕੀਤਾ ਜਾਵੇ ਕਿ ਭਾਈ ਤੁਸੀਂ ਸਿੱਖ ਧਰਮ ਥੋਪੋ ਨਾ, ਜੇ ਉਹਨੇ ਸਿੱਖਣਾ ਹੋਏਗਾ ਆਪੇ ਹੀ ਸਿੱਖ ਜਾਏਗਾ, ਹੈ ਨਾ। ਫਿਰ ਤਾਂ ਤੁਸੀਂ ਕੁਝ ਵੀ ਨਾ ਥੋਪੋ ਉਹਦੇ ਤੇ, ਫਿਰ ਤੁਸੀਂ ਸਕੂਲ ਦੀ ਪੜ੍ਹਾਈ ਵੀ ਨਾ ਥੋਪੋ, ਫਿਰ ਤੁਸੀਂ ਫੁੱਟਬਾਲ ਸਿਖਾਉਣਾ ਵੀ ਨਾ ਥੋਪੋ, ਸਵੀਮਿੰਗ ਕਰਨਾ ਸਿਖਾਉਣਾ ਵੀ ਨਾ ਥੋਪੋ, ਕੁਝ ਵੀ ਨਾ ਥੋਪੋ, ਇਨਸਾਨੀਅਤ ਤੇ ਨਾ ਥੋਪੋ। ਹਾਂ ਉਹਦੇ ਤੇ ਕੱਪੜੇ ਵੀ ਨਾ ਥੋਪੋ, ਕੁਝ ਵੀ ਨਾ ਥੋਪੋ ਉਹਦੇ ਤੇ, ਹੈ ਨਾ। ਹੁਣ ਫਿਰ ਜੇ ਹੈ ਨਾ ਬਿਲਕੁਲ ਆਹੋ, ਜਦੋਂ ਨਿਆਣਾ ਛੋਟਾ ਹੁੰਦਾ ਆ ਉਹ ਕੱਪੜੇ ਪਾਉਣਾ ਨਹੀਂ ਚਾਹੁੰਦਾ, ਨੰਗਾ ਤੁਰਿਆ ਫਿਰਦਾ, ਤੁਸੀਂ ਕਾਹਨੂੰ ਜ਼ਬਰਦਸਤੀ ਕੱਪੜੇ ਪਾਉਣੇ ਵੀ ਨਾ ਕਾਕਾ, ਬਿਲਕੁਲ ਕੱਪੜੇ ਪਾ ਕੇ ਰੱਖ ਹੈ ਨਾ ਜੀ। ਉਹਦੇ ਤੇ ਫਿਰ ਤੁਸੀਂ ਕੁਝ ਵੀ ਨਾ ਥੋਪੋ ਨਾ, ਬਲਕਿ ਖਾਸ ਤੌਰ ਤੇ ਵੀ ਜਦੋਂ ਰੋਟੀ ਖਿਲਾਉਣੀ ਹੁੰਦੀ ਹੈ ਨਿਆਣੇ ਨੂੰ, ਕੁਝ ਹੁਣ ਪਤਾ ਛੋਟੇ ਨਿਆਣੇ ਨੂੰ ਰੋਟੀ ਖਿਲਾਉਣਾ ਮਤਲਬ ਲੜਾਈ ਕਰਨ ਦੇ ਬਰਾਬਰ ਇੱਕ ਜੰਗ ਆ, ਯਾਨੀ ਕਿ ਹੈ ਨਾ। ਉਹ ਪਤਾ ਹੈ ਕਿੱਦਾਂ ਖਿਲਾਉਣੀ, ਕਿਉਂ ਥੋਪਦੇ ਆ, ਕੁਝ ਵੀ ਨਾ ਥੋਪੋ। ਹਾਲਾਂਕਿ ਇਹਨੂੰ ਥੋੜਾ ਤੁਸੀਂ ਵੀ ਹੈ ਨਾ ਜੀ ਬੇਈਮਾਨੀਆਂ ਕਰਨੀਆਂ ਛੱਡ ਦਿਓ, ਇਹ ਥੋਪਣਾ ਨਹੀਂ ਹੈਗਾ। ਜਿਹੜੀਆਂ ਭਾਜੀ ਬੇਸਿਕ ਚੀਜ਼ਾਂ ਆ, ਬੇਸਿਕ ਕਦਰਾਂ ਕੀਮਤਾਂ ਆ, ਉਹ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਆ, ਦੱਸਣੀਆਂ ਪੈਂਦੀਆਂ ਵੀ ਹੈਗੀਆਂ ਆ। ਇਹਦਾ ਸਮਾਜ ਕਿੱਦਾਂ ਦਾ ਬਣੂਗਾ, ਸਮਾਜ ਵੀ ਕਿੱਦਾਂ ਦਾ ਬਣੂਗਾ। ਨਿਆਣੇ ਦਾ ਨੁਕਸਾਨ ਕਰੋਗੇ ਤੁਸੀਂ, ਬਿਲਕੁਲ ਨੁਕਸਾਨ। ਹੁਣ ਮੰਨ ਲਓ ਵੀ ਨਿਆਣਾ ਬਿਮਾਰ ਆ, ਹੁਣ ਦਵਾਈ ਹਮੇਸ਼ਾ ਕੌੜੀ ਹੁੰਦੀ ਆ, ਜੇ ਮਿੱਠੀ ਵੀ ਹੋਵੇ ਉਹ ਚੋਂ ਸਮੈਲ ਇਦਾਂ ਦੀ ਆਉਂਦੀ ਹੁੰਦੀ ਆ ਵੀ ਨਿਆਣਾ ਉਦਾਂ ਹੀ ਮੂੰਹ ਨੱਕ ਮੁੜ ਜਾਂਦਾ। ਬਿਲਕੁਲ। ਤੇ ਜ਼ਬਰਦਸਤੀ ਕਰਕੇ ਤੁਸੀਂ ਤੇ ਉਹਦਾ ਐ ਮੂੰਹ ਅੱਡ ਕੇ ਦੋ ਬੰਦੇ ਲੱਗ ਕੇ ਤੇ ਉਹਦੇ ਅੰਦਰ ਤੁਸੀਂ ਦਵਾਈ ਪਾਉਂਦੇ ਆ, ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਇਹਦੀ ਚੰਗਿਆਈ ਲਈ ਆ। ਬਿਲਕੁਲ ਸਹੀ ਗੱਲ ਹੈ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਵੀ ਭਾਈ ਜਾਂ ਤੇ ਉਹ ਸਾਰਾ ਕੁਝ ਜਿਹੜਾ ਹੈ ਨਾ ਵੀ ਉਹ ਕਹੋ ਵੀ ਨਾ ਜੀ ਨਾ, ਜਾਂ ਤਾਂ ਤੁਸੀਂ ਸਾਰਾ ਕੁਝ ਨਕਾਰੋ, ਫਿਰ ਉਹੀ ਕਾਂ ਬਿਰਤੀ ਆ ਜਾਂਦੀ ਹੈ ਨਾ, ਜਿਹੜੀ ਮਤਲਬ ਹਰ ਪਾਸੋਂ ਗੰਦ ਚੁਗੀ ਜਾਣਾ ਹੈ। ਲਈ ਉਹ ਬਹੁਤ ਵਧੀਆ ਵੀਰ ਅਮਰਦੀਪ ਸਿੰਘ ਤੇ ਵੀਰ ਸੁਖਦੇਵ ਸਿੰਘ ਜਿਹੜੇ ਆ, ਅਮਰਦੀਪ ਤੇ ਸੁਖਦੇਵ ਸਿੰਘ ਵੀ ਉਹ ਜ਼ਰੂਰ ਹੈਗੇ ਵੀ ਵਧਾਈ ਦੇ ਪਾਤਰ ਆ, ਵੀ ਬਹੁਤ ਵਧੀਆ ਜਿਹੜਾ ਇੱਕ ਸਿੱਖੀ ਦਾ ਨੁਕਤਾ ਨਜ਼ਰ ਜਿਹੜਾ ਆ ਵੀ ਪੇਸ਼ ਕਰ ਰਹੇ ਆ। ਤੇ ਔਰ ਇਹਨਾਂ ਜਿਹੜੇ ਬੇਈਮਾਨ ਬੰਦੇ ਨੇ ਇਹ ਖੱਪ ਗਰੇਟ ਤੇ ਹੋਰ ਸਾਰੇ ਢੱਡਰੀਆਂ ਵਾਲੇ ਤੇ ਇਹਨਾਂ ਨੂੰ ਐ ਨੰਗਾ ਕਰ ਰਹੇ ਨਹੀਂ। ਗੱਲ ਹੋਈ ਹੈ ਨਾ ਭਾਜੀ, ਇਹ ਨਾ ਗੰਦ ਖਾਣੇ ਦੀ ਕਾਮ ਬਿਰਤੀ ਫਿਰ ਇੱਥੋਂ ਵੀ ਨਜ਼ਰ ਆਉਂਦੀ ਹੈ ਨਾ ਕਿ ਜਿੱਥੋਂ ਵੀ ਕਿਤੋਂ ਜਿਹੜੀ ਵੀ ਮੇਰੇ ਇਹਨੂੰ ਮੋਹਰੀ ਦੇਖਦੀ ਹੈ ਨਾ, ਜਿੱਥੋਂ ਸਿੱਖੀ ਨੂੰ ਭੰਡਿਆ ਜਾ ਸਕਦਾ ਆ, ਬਸ ਆਪਣੀ ਇਹ ਬਕਵਾਸ ਕਰਨੀ ਸ਼ੁਰੂ ਹੋ ਜਾਂਦੇ ਹੈਗੇ ਆ ਭਾਈ। ਇਹ ਰਿਕਾਰਡਡ ਡਾਟਾ ਆ, ਆਥੈਂਟਿਕ ਡਾਟਾ ਆ। ਕਹਿੰਦੇ ਜਿਹੜੇ ਹੁਣ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਨਾ, ਜੇ ਅਸੀਂ ਉਹਨਾਂ ਨੂੰ ਬੇਸਿਕ ਚੰਗੀਆਂ ਕਦਰਾਂ ਕੀਮਤਾਂ ਨਹੀਂ ਦਾਂਗੇ ਜਿਹੜੀਆਂ ਸਿੱਖ ਧਰਮ 'ਚ ਹੈਗੀਆਂ ਨੇ, ਹੈ ਨਾ, ਹੁਣ ਉਹ ਅਸੀਂ ਬੱਚਿਆਂ ਦੇ ਉੱਤੇ ਆਪਾਂ ਲੋਡ ਕਰਾਂਗੇ ਤਦ ਹੀ ਉਹਨਾਂ ਨੂੰ ਪਤਾ ਚੱਲੇਗਾ ਨਾ ਕਿ ਚੰਗਾ ਇਨਸਾਨ ਜਾਂ ਚੰਗਾ ਆਪਾਂ ਕਿੱਦਾਂ ਬਣਨਾ ਹੈ, ਇਮਾਨਦਾਰੀ ਕੀ ਹੁੰਦੀ ਹੈ, ਬੇਈਮਾਨੀ ਕੀ ਹੁੰਦੀ ਹੈ, ਉਹਨਾਂ ਨੂੰ ਸਾਰਾ ਦੱਸਣਾ ਪੈਣਾ, ਸੱਚ ਕੀ ਹੁੰਦਾ ਆ, ਝੂਠ ਕੀ ਹੁੰਦਾ ਆ, ਹੈ ਨਾ ਜੀ। ਤੇ ਹੋਰ ਜਿੱਦਾਂ ਚੀਜ਼ਾਂ ਕਿੱਦਾਂ ਆਪਾਂ ਕੰਟਰੋਲ ਕਰਨੀ ਹੈ, ਜਿੱਦਾਂ ਉਹਦੀ ਉਮਰ ਵਧੂਗੀ ਉਸ ਹਿਸਾਬ ਨਾਲ ਉਹਨੂੰ ਐਜੂਕੇਟ ਕਰਨਾ ਪੈਣਾ ਹੈ ਸਾਨੂੰ। ਜੇ ਨਹੀਂ ਕਰਾਂਗੇ ਤਾਂ ਹੁਣ ਉਹ ਮਤਲਬ ਜਿਹੜਾ ਡਾਟਾ ਇਹ ਕਹਿੰਦਾ ਆ, ਜਿਹੜੇ ਮੋਸਟਲੀ ਕ੍ਰਿਮੀਨਲ ਹੁੰਦੇ ਆ ਨਾ, ਉਹਨਾਂ ਦੇ ਮਾਪੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਉਹ ਕ੍ਰਿਮੀਨਲ ਬਣ ਜਾਂਦੇ, ਉਹਨਾਂ ਨੂੰ ਚੰਗੀਆਂ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ। ਤਾਂ ਇੱਥੇ ਵੀ ਸਕੂਲਾਂ 'ਚ ਇਹ ਜ਼ੋਰ ਲੱਗਿਆ ਰਹਿੰਦਾ ਹੈ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਛੋਟੇ ਹੁੰਦੇ ਹੀ ਉਹ ਚੰਗੀਆਂ ਚੀਜ਼ਾਂ ਸਿਖਾਈਆਂ ਜਾਣ, ਉਹਨਾਂ ਦੇ ਦਿਮਾਗ 'ਚ ਉਹ ਸਾਰੀਆਂ ਚੀਜ਼ਾਂ ਲੋਡ ਕੀਤੀਆਂ ਜਾਣ ਕਿ ਕਿੱਦਾਂ ਤੁਸੀਂ ਕਿਸੇ ਦੂਸਰੇ ਦੀ ਜਿਹੜੀ ਹੈ ਫੀਲਿੰਗਸ ਨੂੰ ਕਿੱਦਾਂ ਤੁਸੀਂ ਰਿਸਪੈਕਟ ਕਰਨੀ ਹੈ, ਜਾਂ ਦੂਸਰੇ ਦੇ ਪ੍ਰਤੀ ਤੁਸੀਂ ਕਿੱਦਾਂ ਇਮਾਨਦਾਰ ਰਹਿਣਾ ਹੈ, ਜਾਂ ਸੱਚ ਕੀ ਹੁੰਦਾ, ਝੂਠ ਕੀ ਹੁੰਦਾ। ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਛੋਟੇ ਹੁੰਦੇ ਬੱਚੇ ਨੂੰ ਨਹੀਂ ਸਿਖਾਓਗੇ ਨਾ, ਇਹ ਉਮੀਦ ਨਾ ਰੱਖੇ ਜਦੋਂ ਬੱਚਾ 18-20 ਸਾਲ ਦਾ ਹੋ ਗਿਆ ਫਿਰ ਤੁਸੀਂ ਉਹਨੂੰ ਸਿਖਾਉਣਾ ਚਾਹਿਆ ਫਿਰ ਉਹ ਸਿੱਖ ਜੂਗਾ। ਉਹ 'ਚ ਤੁਹਾਡੀ ਸਾਫ਼ ਤੇ ਸਾਫ਼ ਬੇਈਮਾਨੀ ਨਜ਼ਰ ਆ ਰਹੀ ਹੈ ਕਿ ਤੁਸੀਂ
ਹੋ ਸਕਦਾ ਆ ਪਰਦੇ ਦੇ ਪਿੱਛੇ ਤੁਸੀਂ ਆਪਣੇ ਬੱਚੇ ਨੂੰ ਕੀ ਸਿਖਾ ਰਹੇ ਕੀ ਨਹੀਂ ਸਿਖਾ ਰਹੇ, ਲੇਕਿਨ ਤੁਸੀਂ ਨੌਜਵਾਨੀ ਨੂੰ ਗੁੰਮਰਾਹ ਕਰ ਰਹੀ ਹੈ। ਖਾਸ ਕਰ ਜਦੋਂ ਸਿੱਖਾਂ ਦੀ ਗੱਲ ਕਰਦੇ ਆ, ਸਿੱਖ ਵੀਰ ਭੈਣ ਜਿਹੜੇ ਹੈਗੇ ਆ, ਨੌਜਵਾਨ ਸਿੱਖ ਵੀਰ ਭੈਣ ਆ, ਉਹਨਾਂ ਨੂੰ ਤੁਸੀਂ ਗੁੰਮਰਾਹ ਕਰਕੇ ਗਲਤ ਰਾਹੇ ਪਾ ਰਹੇ ਆ। ਬਿਲਕੁਲ, ਮਤਲਬ ਨਾਲੇ ਦੂਜਾ ਇਹ ਵੀ ਹੈ ਨਾ ਵੀ ਜਦੋਂ ਆਪਾਂ ਕਾਮ ਦੀ ਗੱਲ ਕੀਤੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚੋਂ ਵੀ ਇਹ 5 ਜਿਹੜੇ ਆ ਭੂਤ ਵੀ ਇਹਨਾਂ ਨੂੰ ਆਪਣੇ ਕੰਟਰੋਲ 'ਚ ਤੁਹਾਨੂੰ ਰੱਖਣਾ ਪੈਣਾ। ਬਿਲਕੁਲ। ਹੁਣ ਜਦੋਂ ਕਾਮ ਦੀ ਗੱਲ ਆਉਂਦੀ ਆ, ਇਹ ਬੰਦੇ ਜਿਹੜੇ ਆ ਵੀ ਇਹ ਜਾਣ ਬੁੱਝ ਕੇ ਕਾਮ ਨੂੰ ਪ੍ਰਮੋਟ ਕਰਦੇ ਆ ਬਿਲਕੁਲ ਕਰਦੇ, ਕਿਉਂਕਿ ਭਈ ਤਾਂ ਕਿ ਵੀ ਇਹ ਵੀ ਇੱਕ ਤੇ ਇਹ ਜਿਹੜਾ ਆਪਣਾ ਲੱਚਰਪੁਣਾ ਆ ਭਈ ਉਹਨੂੰ ਐਦਾਂ ਓਪਨਲੀ ਐਕਸਪ੍ਰੈਸ ਕਰ ਸਕੇ, ਜਸਟੀਫਾਈ ਕਰ ਸਕੇ। ਤੇ ਦੂਜਾ ਇਹ ਆ ਭਈ ਜਿਹੜੇ ਨਿਆਣੇ ਭਈ ਨਵਾਂ ਕਾਮ ਨੂੰ ਐਕਸਪਲੋਰ ਕਰ ਰਹੇ ਆ ਜੀ, ਭਈ ਉਹਨਾਂ ਨੂੰ ਭਈ ਆਪਣੇ ਮਗਰ ਲਾ ਕੇ ਜੀ ਤੇ ਜਿਹੜਾ ਲਾਹਾ ਨੰਬਰਾਂ ਦਾ ਤੇ ਹੋਰ ਜੋ ਵੀ ਇਹਨਾਂ ਨੇ ਲੈਣਾ ਆ ਵੀ ਉਹ ਲੈ ਸਕਣ ਭਈ ਉਹ ਸਾਰਾ ਕੁਝ ਜਿਹੜਾ ਆ ਭਾਈ ਭਈ ਜਿਹੜੇ ਨਿਆਣੇ ਖਾਸ ਤੌਰ ਦੇ ਉੱਤੇ ਟੀਨਏਜਰ ਤੇ ਹੋਰ ਜਿਹੜਾ ਸਾਡੀ ਨੌਜਵਾਨੀ ਆ ਭਈ ਜੇ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਲੱਗਣ ਦਈਆਂ ਤੇ ਜਾਂ ਜਿਹੜੇ ਲੱਚਰ ਗਾਣੇ ਆ ਵੀ ਇਹ ਚੰਗੇ ਲੱਗ ਰਹੇ ਆ, ਅੱਜ ਤੁਹਾਨੂੰ ਲੱਗ ਰਹੇ ਚੰਗੇ, ਪਰ ਥੋੜੇ ਸਾਲਾਂ ਬਾਅਦ ਜੇ ਮੰਨ ਲਓ ਵੀ ਵਾਹਿਗੁਰੂ ਨਾ ਕਰੇ ਪਰ ਜੇ ਤੁਹਾਡੇ ਤੋਂ ਕੋਈ ਗਲਤੀ ਹੁੰਦੀ ਆ ਜਿਹਦਾ ਖਮਿਆਜ਼ਾ ਤੁਹਾਨੂੰ ਸਾਰੀ ਉਮਰ ਭੁਗਤਣਾ ਪੈਣਾ, ਫਿਰ ਤੁਹਾਨੂੰ ਪਛਤਾਉਣਾ ਪੈਣਾ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਰੇਡੀਓ ਵਾਲਿਆਂ ਨੇ ਤੁਹਾਨੂੰ ਪੁੱਠੇ ਪਾਸੇ ਪਾਤਾ ਹੀ, ਕਿਉਂਕਿ ਫੈਸਲਾ ਫਿਰ ਵੀ ਤੁਹਾਡਾ ਹੀ ਹੋਣਾ ਹੈ। ਕਿਉਂਕਿ ਜਿਹੜਾ ਸਿੱਖੀ ਦਾ ਮੁੱਢਲਾ ਸਿਧਾਂਤ ਆ ਉਹ ਇਹ ਆ ਵੀ ਤੁਸੀਂ ਕਿਸੇ ਦੇ ਉੱਤੇ ਨਹੀਂ ਫਿਰ ਕਸੂਰ ਕਰ ਸਕਦੇ ਹੁੰਦੇ ਭਈ ਫਲਾਣੇ ਦੇ ਕਹੇ ਦੇ ਉੱਤੇ ਵੀ ਮੈਂ ਆਹ ਮੂਰਖਤਾਈ ਕਰ ਗਿਆ, ਫੈਸਲਾ ਫਿਰ ਵੀ ਤੁਸੀਂ ਕੀਤਾ। ਬਿਲਕੁਲ। ਸੋ ਇਸ ਕਰਕੇ ਜੋ ਵੀ ਤੁਸੀਂ ਫੈਸਲਾ ਕਰਨਾ ਆ, ਜਿੱਥੋਂ ਵੀ ਤੁਸੀਂ ਮੱਤ ਜਿਹੜੀ ਆ ਉਹ ਗ੍ਰਹਿਣ ਕਰ ਰਹੇ ਆ, ਜੀ ਬਿਲਕੁਲ, ਉਹਦੇ ਬਾਰੇ ਚਤੰਨ ਰਹੋ, ਉਹਦੇ ਬਾਰੇ ਸੁਚੇਤ ਹੋ ਕੇ ਤੇ ਘੋਖ ਪੜਤਾਲ ਕਰਕੇ ਤੇ ਫਿਰ ਤੁਸੀਂ ਵਿਚਾਰੋ ਉਹਨੂੰ। ਜੀ ਬਿਲਕੁਲ। ਤੁਹਾਡੇ ਮਾਂ ਪਿਓ ਤੋਂ ਵੱਡਾ ਤੁਹਾਡਾ ਜਿਹੜਾ ਕਹਿ ਲਓ ਭਈ ਸ਼ੁਭ ਚਿੰਤਕ ਕੋਈ ਨਹੀਂ ਹੋ ਸਕਦਾ ਯਾਰ। ਜਾਂ ਤੁਸੀਂ ਆਪ ਆਪਣੇ ਸ਼ੁਭ ਚਿੰਤਕ ਆ ਜੀ, ਜਾਂ ਤੁਹਾਡੇ ਮਾਪੇ, ਤੁਹਾਡੇ ਭੈਣ ਭਰਾ। ਬਿਲਕੁਲ। ਉਹ ਤੋਂ ਬਾਹਰ ਜੇ ਤੁਸੀਂ ਜਾਂਦੇ ਆ ਤੇ ਫਿਰ ਤੁਹਾਨੂੰ ਬਹੁਤ ਹੀ ਧਿਆਨ ਦੇ ਨਾਲ ਪਰਖਣਾ ਪੈਂਦਾ ਵੀ ਜੋ ਬੰਦਾ ਕਹਿ ਰਿਹਾ ਵੀ ਤੁਹਾਡੇ ਭਲੇ ਲਈ ਕਹਿ ਰਿਹਾ ਕਿ ਇਹਦਾ ਕੋਈ ਆਪਣਾ ਸਵਾਰਥ ਹੈ। ਬਿਲਕੁਲ ਨਹੀਂ ਭਾਜੀ, ਉੱਦਾਂ ਹੀ ਹੈ ਨਾ ਜਿੱਦਾਂ ਹੁਣ ਉਹ ਜਦੋਂ ਨੌਜਵਾਨ ਜਦੋਂ ਹੁੰਦਾ ਆ, ਬੱਚਾ ਹੁੰਦਾ ਆ ਜਾਂ ਹੈ ਨਾ, ਤੇ ਉਹ ਚੀਜ਼ਾਂ ਨੂੰ ਐਕਸਪਲੋਰ ਕਰਦਾ ਆ ਤੇ ਕਿਤੇ ਨਾ ਕਿਤੇ ਉਹਦਾ ਜਿਹੜਾ ਜੋਸ਼ ਦਾ ਲੈਵਲ ਹੈ ਉਹ ਵਧਿਆ ਹੁੰਦਾ ਆ, ਤਾਂ ਜਿਹੜੀ ਸੋਝੀ ਆ ਉਹਨੂੰ ਘੱਟ ਹੁੰਦੀ ਹੈ। ਤੇ ਚਾਹੀਦਾ ਇਹ ਹੈ ਕਿ ਉਹ ਆਪਣੀ ਸੋਝੀ ਵੀ ਨਾਲ ਦੇ ਨਾਲ ਵਧਾਈ ਜਾਵੇ, ਕਿਉਂਕਿ ਉਸ ਉਮਰ ਦੇ ਵਿੱਚ ਜੇ ਕਿਤੇ ਕੋਈ ਗਲਤੀ ਹੋ ਗਈ, ਜਿੱਦਾਂ ਹੁਣੀ ਜ਼ਿਕਰ ਕਰਕੇ ਹਟੀਆਂ, ਫਿਰ ਉਹ ਸਾਰੀ ਉਮਰ ਤੁਹਾਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਹੈਗਾ ਆ। ਤੇ ਉਹ ਚੀਜ਼ਾਂ ਨੂੰ ਜਿਹੜੀਆਂ ਹੁਣ ਖਾਸ ਕਰਕੇ ਗੀਤਾਂ ਦੇ ਰਾਹੀਂ ਪ੍ਰਮੋਟ ਕੀਤੀਆਂ ਜਾ ਰਹੀਆਂ, ਜਦੋਂ ਪੰਜਾਬੀ ਸੱਭਿਆਚਾਰ ਦੀ ਵੀ ਗੱਲ ਕਰਦੇ ਹਾਂ, ਹੁਣ ਜਿਹੜੇ ਗੀਤ ਆ ਉਹਦੇ ਵਿੱਚ ਜਾਂ ਤਾਂ ਇਹੀ ਕਾਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਾਂ ਹਥਿਆਰਾਂ ਨੂੰ ਪ੍ਰਮੋਟ ਕ੍ਰੋਧ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਭਾਈ ਬੰਦਾ ਮਾਰ ਦੋ, ਬਾਅਦ ਚ ਅਸੀਂ ਦੇਖਾਂਗੇ ਕੀ ਕਰਾਂਗੇ, ਹੈ ਨਾ। ਹੁਣ ਤੁਸੀਂ ਮਤਲਬ ਉਹਨੂੰ ਰਿਐਲਿਟੀ ਚ ਕਰਕੇ ਦੇਖੋ, ਤੁਸੀਂ ਸੋਚ ਕੇ ਦੇਖੋ ਉਹਨੂੰ ਕਿ ਤੁਸੀਂ ਏਦਾਂ ਬੰਦਾ ਮਾਰ ਦੋਗੇ ਤੇ ਤੁਹਾਨੂੰ ਮਤਲਬ ਏਦਾਂ ਸੜਕ ਤੇ ਮਤਲਬ ਤੁਹਾਨੂੰ ਖੁੱਲ੍ਹੇਆਮ ਛੱਡ ਦਿੱਤਾ ਜਾਏਗਾ। ਹੁਣ ਅੱਜ ਉਹ ਦੇਖੇ ਹੀ, ਹੁਣ ਕੱਲ੍ਹ ਉਹ ਆਇਆ ਆਪਣਾ ਉਹਦਾ ਰਿਜ਼ਲਟ ਆਇਆ ਜਿਹੜਾ ਉਹਨੇ ਮੌਸਕ ਦੇ ਵਿੱਚ ਕੀਤਾ ਸੀਗਾ, ਹੁਣ ਹੈ ਨਾ, ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਗਿਆ ਤੇ ਕੋਈ ਪੈਰੋਲ ਨਹੀਂ ਹੈਗੀ। ਤੇ ਖੈਰ ਕਹਿਣ ਦਾ ਭਾਵ ਇਹ ਹੈ ਕਿ ਚੀਜ਼ਾਂ ਨੂੰ ਵਿਚਾਰਨਾ ਸਿੱਖੋ, ਸਿਆਣੇ ਬਣੋ, ਤਾਂ ਕਿ ਇਹੋ ਜਿਹੇ ਬੰਦੇ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਗਲਤ ਰਾਹੇ ਨਾ ਪਾ ਦੇਣ, ਕਿਉਂਕਿ ਗਲਤ ਰਾਹ ਤੇ ਜਦੋਂ ਤੁਸੀਂ ਗਲਤ ਰਾਹ ਤੇ ਤੁਰ ਪਏ ਤੇ ਉਹਦੇ ਨਤੀਜੇ ਵੀ ਗਲਤ ਹੀ ਹੋਣੇ ਆ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਤੁਸੀਂ ਕਿੱਕਰ ਬੀਜ ਕੇ ਤੁਸੀਂ ਉਹ ਲੱਭੋਗੇ, ਹੈ ਨਾ, ਉਹ ਲੱਭਣੀਆਂ ਨਹੀਂ ਹੈਗੀਆਂ। ਹਾਂ, ਉਹ ਪੋਸੀਬਿਲਿਟੀ ਜ਼ਰੂਰ ਹੈਗੀ ਹੈ ਕਿ ਤੁਹਾਨੂੰ ਉਸ ਸਮੇਂ ਸੋਝੀ ਨਾ ਹੋਵੇ ਕਿ ਭਾਈ ਅਸੀਂ ਸਹੀ ਤੇ ਗਲਤ ਕੀ ਹੈਗਾ ਆ। ਉਹ ਅਸੀਂ ਜ਼ਰੂਰ ਇੱਥੋਂ ਤੁਹਾਨੂੰ ਬਾਰ-ਬਾਰ ਬੇਨਤੀ ਵੀ ਕਰਦੇ ਹਾਂ, ਸਾਰਾ ਕੁਝ ਕਹਿੰਦੇ ਹਾਂ ਕਿ ਉਹ ਆਪਣੀ ਸੋਝੀ ਦਾ ਲੈਵਲ ਸਾਰੇ ਵਧਾਓ, ਜਿਹੜੇ ਮਾਪੇ ਆ ਉਹ ਵੀ ਵਧਾਉਣ। ਇਹਨਾਂ ਦੇ ਮਗਰ ਲੱਗ ਕੇ ਜਦੋਂ ਹੁਣ ਉਹ ਇੱਕ ਇੰਸੀਡੈਂਟ ਹੋਇਆ ਕਿ ਭਾਈ ਇਹ ਰਾਓ ਦੇ ਏਜੰਟ ਨੇ ਆਪਣੇ ਬੱਚੇ ਦੇ ਬਾਲ ਕੇਸ ਕਤਲ ਕਰਾਤੇ, ਚਲੋ ਕੋਈ ਜੱਗੋ ਤੇਰਵੀਂ ਤਾਂ ਹੋਈ ਨਹੀਂ ਗੀ, ਲੇਕਿਨ ਇਹਨੇ ਪ੍ਰਮੋਟ ਉਸ ਹਿਸਾਬ ਨਾਲ ਕੀਤਾ। ਉਹੀ ਜਿਹੜੀ ਗੱਲ ਆਪਾਂ ਕਰਦੇ ਸੀਗੇ ਕਿ ਉਹ ਉਸ ਨੂੰ ਜਸਟੀਫਾਈ ਕੀਤਾ, ਇਹਨੇ ਐਕਸਕਿਊਜ਼ਸ ਕੱਢ ਕੇ ਜਸਟੀਫਾਈ ਕੀਤਾ, ਤੇ ਕਈਆਂ ਨੇ ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਦੀ ਫੋਟੋ ਪਾਈਆਂ, ਤੇ ਲੇਕਿਨ ਉਹਨਾਂ ਦੇ ਖਮਿਆਜ਼ੇ ਤੁਹਾਨੂੰ ਹੋਰ ਲੌਂਗ ਟਰਮ ਭੁਗਤਣੇ ਹੀ ਪੈਣੇ ਆ। ਬਿਲਕੁਲ ਨਹੀਂ, ਨਾਲੇ ਇਹ ਜਿਹੜਾ ਹੈਗਾ ਆ ਬਈ ਠੀਕ ਆ ਵੀ ਕਰੇ ਭਾਈ, ਵੀ ਜਿੱਦਾਂ ਵੀ ਤੇਰਾ ਨਿਆਣਾ ਆ ਵੀ ਤੂੰ ਜੋ ਮਰਜ਼ੀ ਕਰ, ਨਿਆਣਾ ਜਾਣੇ ਤੂੰ ਜਾਣੇ। ਬਿਲਕੁਲ। ਪਰ ਜਿਹੜਾ ਬਾਅਦ ਵਿੱਚੋਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਮੋਟ ਕਰਨਾ ਤੇ ਹੋਰ ਸਭ ਕੁਝ ਕਰਨਾ, ਵੀ ਉਹ ਤੋਂ ਬਾਅਦ ਫਿਰ ਇਹ ਕਹਿਣਾ ਵੀ ਲਓ ਜੀ ਵੀ ਦੇਖੋ ਹੁਣ ਮੇਰੇ ਨਿਆਣੇ ਬਾਰੇ ਕੀ ਕਹਿੰਦੇ ਆ, ਮੇਰੇ ਬਾਰੇ ਕੀ ਕਹਿੰਦੇ ਆ, ਵੀ ਭਰਾਵਾ ਤੂੰ ਆਪ ਕੀਤਾ। ਬਿਲਕੁਲ ਕੀਤਾ। ਉਹ ਤਾਂ ਇਹ ਆਸ ਲਾਈ ਬੈਠਾ ਸੀਗਾ ਕਿ ਬਹੁਤ
ਬਹੁਤ ਕੁਝ ਕਿਹਾ ਜਾਏਗਾ ਤੇ ਮੇਰੇ 3-4 ਪ੍ਰੋਗਰਾਮ ਬੁੱਕ ਆ, ਯਾਨੀ ਕਿ ਮਤਲਬ ਸੋਚ ਦਾ ਪੱਧਰ ਦੇਖਿਓ ਆਪ ਜੀ, ਇਹਦਾ ਸੋਚ ਦਾ ਲੈਵਲ ਦੇਖੋ। ਬਾਣੀਏ ਵਾਲਾ ਹੈ ਨਾ ਵੀ ਪਿਓ ਦੇ ਆਪਣਾ ਨਿਆਣੇ ਦੇ ਵਿੱਚ ਪੇੜ ਮਰਾਉਣੀ ਆ, ਘਰ ਵਾਲੀ ਦੇ ਵਿੱਚ ਪੇੜ ਮਰਾਉਣੀ ਆ, ਵੀ ਲਾ ਕੇ ਵੀ ਘਰ ਜਾ ਕੇ ਤੇ ਇਹ ਨਾ ਕਹਿਣ ਵੀ ਇਹ ਬਾਪੂ ਚ ਪੇੜ ਖਾ ਕੇ ਆ ਗਿਆ। ਸਹੀ ਗੱਲ ਹੈ, ਉਹ ਕਮੀ ਨਹੀਂ ਸੋਚਿਆ ਜੀ। ਪਰ ਸਾਰਾ ਕੁਝ ਜਿਹੜਾ ਆ ਵੀ ਉਹ ਮੁੜ ਕੇ ਫੇਰ ਦੁਬਾਰਾ ਉਸੇ ਚੀਜ਼ ਤੇ ਆਉਂਦਾ ਪਈ, ਤੁਹਾਡੇ ਤੋਂ ਜ਼ਿਆਦਾ ਤੁਹਾਡਾ ਭਲਾ ਜਿਹੜਾ ਆ ਕੋਈ ਨਹੀਂ ਹੋਰ ਕੋਈ ਨਹੀਂ ਜਾਣਦਾ। ਪਰ ਸਿਰਫ ਇਹ ਆ ਵੀ ਜਦੋਂ ਤੁਸੀਂ ਛੋਟੇ ਹੁੰਦੇ ਆ ਜੀ, ਉਸ ਵੇਲੇ ਮਾਂ ਪਿਓ ਜਿਹੜੇ ਆ ਵੀ ਉਹ ਤੁਹਾਡਾ ਪੂਰਾ ਧਿਆਨ ਰੱਖਦੇ ਆ ਜੀ। ਹੌਲੀ ਹੌਲੀ ਕਰਕੇ ਜਿਹੜੇ ਟੀਨੇਜ ਈਅਰਸ ਆ ਉਹ ਸਾਲ ਉਹ ਹੁੰਦੇ ਆ ਵੀ ਜਿੱਥੇ ਮਾਂ ਪਿਓ ਨੂੰ ਵੀ ਤੁਹਾਡਾ ਧਿਆਨ ਰੱਖਣਾ ਪੈਂਦਾ, ਬਿਲਕੁਲ, ਪਰ ਉਹਨਾਂ ਨੂੰ ਨਾਲ ਤੁਹਾਨੂੰ ਇਸ ਕੰਮ ਲਈ ਵੀ ਤਿਆਰ ਕਰਨਾ ਪੈਂਦਾ ਵੀ ਹੁਣ ਤੁਸੀਂ ਆਪਣਾ ਧਿਆਨ ਆਪ ਰੱਖੋ। ਬਿਲਕੁਲ। ਔਰ ਉਹ ਕੰਮ ਵੈਸੇ ਸ਼ੁਰੂ ਤੋਂ ਹੀ ਹੋ ਜਾਂਦਾ ਜਦੋਂ ਤੁਸੀਂ ਛੋਟੇ ਨਿਆਣੇ ਹੁੰਦੇ ਆ ਵੀ ਜਿੱਦਾਂ ਵੀ ਹੌਲੀ ਹੌਲੀ ਕਰਕੇ ਪਹਿਲਾਂ ਉਹ ਆਪ ਚਮਚੇ ਨਾਲ ਤੁਹਾਨੂੰ ਖਿਲਾਉਂਦੇ ਆ, ਬਿਲਕੁਲ ਸਹੀ, ਫਿਰ ਉਹ ਇਸ ਕਾਬਲ ਕਰਦੇ ਆ ਤੁਹਾਨੂੰ ਵੀ ਹੁਣ ਪੁੱਤ ਵੀ ਆਪ ਚਮਚਾ ਚੱਕ ਕੇ ਤੇ ਏਦਾਂ ਮੂੰਹ ਚ ਪਾਓ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਹੌਲੀ ਹੌਲੀ ਹਰੇਕ ਥਾਂ ਦੇ ਉੱਤੇ ਲੱਗਦੀਆਂ ਵੀ ਜਦੋਂ ਤੁਹਾਨੂੰ ਕਹਿ ਲਓ ਪਈ ਪਿਊਬਰਟੀ ਆਉਂਦੀ ਆ ਜੀ, ਵੀ ਜਦੋਂ ਤੁਸੀਂ ਕਹਿ ਲਓ ਪਈ ਨੌਜਵਾਨੀ ਦੇ ਵਿੱਚ ਪੈਰ ਰੱਖਦੇ ਆ, ਉਸ ਵੇਲੇ ਵੀ ਮਾਂ ਪਿਓ ਨੇ ਤੁਹਾਨੂੰ ਇਹ ਦੱਸਣਾ ਹੁੰਦਾ ਆ ਭਈ ਕੀ ਚੰਗਾ ਆ ਕੀ ਮਾੜਾ ਆ, ਪਰ ਨਾਲ ਤੁਹਾਨੂੰ ਇਸ ਕਾਬਲ ਵੀ ਕਰਨਾ ਹੁੰਦਾ ਆ ਵੀ ਸ਼ੁਰੂ ਦੇ ਵਿੱਚ ਤੇ ਮੈਂ ਦੱਸ ਦੇਣਾ, ਉਹ ਤੋਂ ਬਾਅਦ ਫੈਸਲੇ ਸਾਰੇ ਤੈਨੂੰ ਆਪ ਕਰਨੇ ਪੈਣੇ। ਸਹੀ ਗੱਲ ਆ। ਤੇ ਉਹ ਚੀਜ਼ਾਂ ਜਿਹੜੀਆਂ ਆ ਵੀ ਉਹੋ ਹੀ ਤੁਹਾਨੂੰ ਵਿਚਾਰ ਕੇ ਰੱਖਣੀਆਂ ਪੈਣੀਆਂ ਵੀ ਇਹ ਨਾ ਸੋਚਿਓ ਵੀ ਮਾਂ ਪਿਓ ਜਿਹੜੇ ਮੇਰੇ ਆ ਵੀ ਜਦੋਂ ਮੈਨੂੰ ਕਿਸੇ ਚੀਜ਼ ਤੋਂ ਵਰਜ ਰਹੇ ਆ ਉਹ ਤੇ ਮੇਰੇ ਦੁਸ਼ਮਣ ਆ, ਪਰ ਜਿਹੜਾ ਰੇਡੀਓ ਤੇ ਬੈਠਾ ਬੇਵਕੂਫ ਬਕਵਾਸ ਕਰ ਰਿਹਾ ਆ ਉਹ ਮੇਰਾ ਸਭ ਤੋਂ ਵੱਡਾ ਸ਼ੁਭ ਚਿੰਤਕ। ਮਤਲਬ ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੀ ਆਜ਼ਾਦੀ ਦੇ ਸੁਪਨੇ ਉਹ ਦਿਖਾ ਰਿਹਾ ਹੈ ਨਾ, ਉਹ ਐਕਚੁਅਲੀ ਆਜ਼ਾਦੀ ਨਹੀਂ ਹੈਗੀ, ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ, ਕਿਉਂਕਿ ਆਜ਼ਾਦੀ ਦੀ ਵੀ ਆਪਣੀਆਂ ਪਾਬੰਦੀਆਂ ਹੁੰਦੀਆਂ ਹੈ, ਕੋਈ ਲਿਮਿਟੇਸ਼ਨਸ ਹੁੰਦੀਆਂ ਆ, ਤੇ ਇਸ ਲਈ ਉਹ ਇੱਕ ਤਰ੍ਹਾਂ ਨਾਲ ਇਹ ਵੀ ਤੁਸੀਂ ਸਮਝੋ ਕਿ ਜਿਹੜੀ ਉਹ ਕਹਿ ਰਿਹਾ ਨਾ ਕਿ ਜਦੋਂ ਤੁਹਾਨੂੰ ਜਿਹੜੀ ਉਸ ਉਮਰ ਦੇ ਵਿੱਚ ਮਾਪੇ ਤੁਹਾਨੂੰ ਕੁਝ ਸਮਝਾਉਂਦੇ ਆ ਜਾਂ ਤੁਹਾਨੂੰ ਕੁਝ ਸਹੀ ਜਾਂ ਗਲਤ ਬਾਰੇ ਪਹਿਚਾਣ ਕਰਨਾ ਸਿਖਾਉਂਦੇ ਆ, ਉਹ ਇਹ ਨਹੀਂ ਹੈਗਾ ਤੁਹਾਡੇ ਉੱਤੇ ਗੁਲਾਮੀ ਦੀ ਜੰਜੀਰ ਪਾ ਰਹੇ ਆ ਜਾਂ ਤੁਹਾਨੂੰ ਆਪਣੇ ਥੱਲੇ ਦੱਬ ਕੇ ਰੱਖਣਾ ਚਾਹੁੰਦੇ ਆ, ਇੱਦਾਂ ਬਿਲਕੁਲ ਨਹੀਂ ਹੈਗਾ। ਠੀਕ ਹੈ, ਹੋ ਸਕਦਾ ਇਹਦੇ ਨਾਲ ਇੱਦਾਂ ਹੋਇਆ ਹੋਵੇ ਜਾਂ 1-2 ਕੇਸਿਸ ਹੋਣ, ਉਹ ਸਾਨੂੰ ਪਤਾ ਨਹੀਂ ਹੈ ਨਾ, ਉਹ ਗੱਲ ਮੁੜ ਕੇ ਆ ਜਾਂਦੀ ਹੈ ਨਾ ਕਿ ਜੋ ਹੋ ਸਕਦਾ ਆਪਣੇ ਨਾਲ ਹੋਇਆ ਆ, ਸੋਚਦਾ ਸਾਰੀ ਕੌਮ ਹੀ ਇੱਦਾਂ ਕਰਦੀ ਆ। ਐਨੀਵੇ, ਤੇ ਉਹ ਗੱਲ ਭਾਜੀ ਮੁੜ ਕੇ ਹੀ ਆਉਂਦੀ ਹੈ ਕਿ ਬੱਚਿਆਂ ਨੂੰ ਔਰ ਖਾਸ ਕਰ ਮਾਪਿਆਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਦੋਂ ਟੀਨੇਜ ਉਮਰ ਆਉਂਦੀ ਹੈ ਤੇ ਮਾਪਿਆਂ ਨੇ ਕੀ ਸਮਝਾਉਣਾ ਆ ਤੇ ਬੱਚਿਆਂ ਨੇ ਕੀ ਸਮਝਣਾ ਹੈ, ਖਾਸ ਕਰ ਅਸੀਂ ਕੁੜੀਆਂ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਇਹ ਬੜੇ ਗਲਤ ਤਰੀਕੇ ਨਾਲ ਗਲਤ ਐਂਗਲ ਤੋਂ ਕੁੜੀਆਂ ਨੂੰ ਇੱਕ ਹਵਾ ਦੇ ਰਹੇ ਆਜ਼ਾਦੀ ਦੇ ਨਾਂ ਤੇ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਤੁਹਾਡਾ ਜੋ ਮਨ ਕਰਦਾ ਕਰ ਸਕਦੇ ਆ। ਇੱਦਾਂ ਦੇ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੁਹਾਨੂੰ। ਕੋਈ ਵੀ ਸਮਾਜ ਹੈ ਭਾਜੀ, ਦੁਨੀਆ ਦਾ ਕੋਈ ਵੀ ਧਰਮ ਆ, ਕੋਈ ਵੀ ਸਮਾਜ ਆ, ਕੋਈ ਵੀ ਕਮਿਊਨਿਟੀ ਹੈ, ਕੋਈ ਵੀ ਇੱਦਾਂ ਤੁਹਾਨੂੰ ਖੁੱਲ੍ਹੇਆਮ ਕੋਈ ਵੀ ਆਜ਼ਾਦੀ ਨਹੀਂ ਦਿੰਦਾ ਹੈਗਾ। ਹਾਲਾਂਕਿ ਨਿਊਜ਼ੀਲੈਂਡ 'ਚ ਜਿਹੜਾ ਸਿੰਗਲ ਮੌਮ ਦਾ ਵੀ ਕੰਸੈਪਟ ਹੈ, ਉਹ ਵੀ ਬੜਾ ਇੱਕ ਕਹਿ ਲਓ ਕਿ ਇਹਨਾਂ ਵਾਸਤੇ ਸਿਰਪੀੜ ਬਣਿਆ ਹੋਇਆ ਆ, ਸਿਰਪੀੜ ਆ। ਔਰ ਉਹ ਸਾਰੇ ਸਮਾਂ ਕੇ ਸਕੂਲਾਂ ਦੇ ਵਿੱਚ ਸਪੈਸ਼ਲ ਜਿਹੜੇ ਆ ਵੀ ਲੈਸਨ ਲੱਗਦੇ ਆ ਵੀ ਕਿਵੇਂ ਤੁਸੀਂ ਆਪਣਾ ਆਪ ਬਚਾਉਣਾ ਆ। ਬਿਲਕੁਲ। ਔਰ ਫਿਰ ਉਹ ਦੂਸਰੇ ਟੀਵੀ ਦੇ ਉੱਤੇ ਪੂਰੀਆਂ ਸੀਰੀਜ਼ ਆਉਂਦੀਆਂ ਆ ਟੀਨੇਜ ਮੌਮ, ਸਹੀ ਗੱਲ ਹੈ, ਕਰਕੇ ਵੀ ਜਿਹਦੇ ਵਿੱਚ ਵੀ ਜਿਹੜੀਆਂ 15-15 ਸਾਲ ਦੀਆਂ 16-16 ਸਾਲਾਂ ਦੀਆਂ ਵੀ ਮਾਵਾਂ ਬਣ ਗਈਆਂ ਜੀ, ਉਹਨਾਂ ਦੇ ਨਾਲ ਇੰਟਰਵਿਊਆਂ, ਉਹਨਾਂ ਦਾ ਕਹਿ ਲਓ ਵੀ ਰੋਜ਼ ਦੀ ਲਾਈਫ, ਸਕੂਲ ਜਿਹੜਾ ਆ ਵੀ ਪੜ੍ਹਾਈ ਦੇ ਉੱਤੇ ਕੀ ਅਸਰ ਪਿਆ, ਕਿੱਦਾਂ ਮਤਲਬ ਵੀ ਸਾਰਾ ਕੁਝ ਜਿਹੜਾ ਆ ਵੀ ਨਿਆਣਾ ਆਪ ਨਿਆਣੇ ਦੀ ਮਾਂ ਜਾਂ ਪਿਓ ਬਣ ਜਾਵੇ ਜੀ, ਤੇ ਉਹਦੇ ਨਾਲ ਵੀ ਆਪਣੀ ਜਿਹੜੀ ਲਾਈਫ ਹੁੰਦੀ ਉਹ ਕਿੱਦਾਂ ਅਫੈਕਟ ਹੁੰਦੀ ਆ। ਫਿਰ ਉਹ ਜਿਹੜੇ ਟੀਨੇਜ ਪੇਰੈਂਟਸ ਦੇ ਨਿਆਣੇ ਆ ਜੀ, ਉਹਨਾਂ ਦੀ ਦੇਖ ਰੇਖ ਦੇ ਵਿੱਚ ਕਿੰਨਾ ਮਤਲਬ ਘਟੀਆਪਣ ਆਉਂਦਾ ਹੈ। ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਹ ਮਸਲੇ ਨਜਿੱਠਣ ਲਈ ਸਪੈਸ਼ਲ ਜਿਹੜੀਆਂ ਆ ਵੀ ਡਿਪਾਰਟਮੈਂਟ ਤੱਕ ਬਣੇ ਹੋਏ ਆ, ਬਿਲਕੁਲ ਬਣੇ। ਸੋ ਇਹ ਜਿਹੜੀਆਂ ਗੱਲਾਂ ਤੁਸੀਂ ਰੇਡੀਓ ਤੇ ਸੁਣਦੇ ਆ ਵੀ ਉਹ ਭਾਈ ਵੀ ਉਹ ਸਿਰਫ ਜਾਣ ਬੁੱਝ ਕੇ ਤੁਹਾਨੂੰ ਇੱਕ ਪੱਖ ਦਿਖਾਇਆ ਜਾ ਰਿਹਾ, ਔਰ ਉਹਦੇ ਪਿੱਛੇ ਇਹਨਾਂ ਦਾ ਆਪਣਾ ਏਜੰਡਾ ਆ ਜੀ। ਸੋ ਇਹ ਚੀਜ਼ਾਂ ਵਿਚਾਰੋ, ਤੇ ਉਹ ਤੋਂ ਬਾਅਦ ਫਿਰ ਜੋ ਹੈਗਾ ਵੀ ਇਹਨਾਂ ਦੀ ਜਿਹੜੀਆਂ ਬੋਲੇ ਹੋਏ ਸ਼ਬਦ ਨੇ ਤੇ ਉਹਨਾਂ ਦੇ ਉੱਤੇ ਫਿਰ ਨਹੀਂ, ਬਹੁਤ ਵਧੀਆ ਭਾਜੀ ਤੁਸੀਂ ਗੱਲ ਕੀਤੀ। ਇਹਦੇ ਨਾਲ ਇੱਕ ਗੱਲ ਸਾਨੂੰ ਇਹ ਵੀ ਕਲੀਅਰ ਹੋ ਜਾਂਦੀ ਹੈ, ਸਮਝ ਵਿੱਚ ਆਉਂਦੀ ਹੈ ਕਿ ਜੋ ਤੁਸੀਂ ਇਹ ਜੋ ਕਹਿ ਰਹੇ ਕਰਨ ਨੂੰ, ਉਹਦੇ ਕੌਨਸੀਕੁਐਂਸ ਆਲਰੇਡੀ ਸਮਾਜ 'ਚ ਪਏ ਨੇ। ਤੁਸੀਂ ਇੱਕ ਵਾਰ ਉਹ ਦੇਖ ਲਵੋ। ਅੱਜ ਕੱਲ੍ਹ ਦਾ ਜ਼ਮਾਨਾ ਤਾਂ ਨੈੱਟ ਦਾ ਆ, ਤੁਸੀਂ YouTube 'ਤੇ ਸਰਚ ਮਾਰੋ, ਗੂਗਲ 'ਤੇ ਸਰਚ ਮਾਰੋ, ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਣਾ, ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਜਾਣੀ ਹੈ। ਤੇ ਇਸ ਲਈ ਬਾਰ-ਬਾਰ ਅਸੀਂ ਇੱਥੋਂ ਬੇਨਤੀ ਕਰਦੇ ਹਾਂ, ਕਿਸੇ ਦੇ ਵੀ ਮਗਰ ਲੱਗ ਕੇ ਤੁਸੀਂ ਆਪਣੀ ਜ਼ਿੰਦਗੀ ਤਬਾਹ ਨਾ ਕਰ ਲਿਓ, ਕਿਉਂਕਿ ਉਹ ਇੱਕ ਉਮਰ ਇਹੋ ਜਿਹੀ ਹੁੰਦੀ ਹੈ ਭਾਜੀ, ਜਦੋਂ ਤੁਸੀਂ
ਆਪਣੀ ਜ਼ਿੰਦਗੀ ਨੂੰ ਜਿਹੜੇ ਰਾਹ ਤੇ ਤੁਸੀਂ ਪਾ ਲਿਆ ਤੇ ਉੱਥੇ ਫਿਰ ਤੁਹਾਨੂੰ ਉਹ ਅੱਗੇ ਜੇ ਚੰਗੇ ਰਾਹ ਤੇ ਪਾ ਲਿਆ ਤਾਂ ਤੁਸੀਂ ਚੰਗੇ ਨਾਗਰਿਕ ਬਣੋਗੇ, ਚੰਗੇ ਸਿਟੀਜ਼ਨ ਬਣੋਗੇ, ਚੰਗਾ ਤੁਸੀਂ ਮਾਪੇ ਬਣੋਗੇ, ਚੰਗੇ ਤੁਸੀਂ ਭੈਣ ਭਰਾ ਬਣੋਗੇ। ਜੇ ਨਹੀਂ ਤਾਂ ਤੁਸੀਂ ਆਪਣੀ ਜ਼ਿੰਦਗੀ ਤਬਾਹ ਕਰ ਲੈਣੀ ਹੈ। ਤੇ ਉਹਦੀ ਮਤਲਬ ਮੈਨੂੰ ਲੱਗਦਾ ਹਜ਼ਾਰਾਂ ਇੰਟਰਵਿਊਆਂ YouTube ਤੇ ਪਈਆਂ ਨੇ, ਤੇ ਤੁਸੀਂ ਉਹ ਜਾ ਕੇ ਸੁਣੋ, ਤੁਸੀਂ ਉਹ ਜਾ ਕੇ ਵਿਚਾਰੋ, ਆਪਣੇ ਮਾਪੇ ਨਾਲ ਉਹਨਾਂ ਬਾਰੇ ਗੱਲ ਕਰੋ। ਤੇ ਜਿੱਦਾਂ ਵੀ ਬਾਰ-ਬਾਰ ਇੱਕ ਇਹਨਾਂ ਮਤਲਬ ਜਿਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਇਹਦੇ 'ਤੇ ਆਪਾਂ ਗੱਲ ਕਰ ਲਈਏ, ਜਿੱਦਾਂ ਇਹਨਾਂ ਦੇ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਲਵ ਮੈਰਿਜ ਕਰਨ 'ਚ ਕੋਈ ਗੁਰੇਜ਼ ਨਹੀਂ ਹੈਗਾ। ਭਾਈ ਕੋਈ ਗੁਰੇਜ਼ ਨਹੀਂ ਹੈਗਾ ਲਵ ਮੈਰਿਜ ਕਰਨ ਦੇ ਵਿੱਚ, ਲੇਕਿਨ ਉਹਦੀਆਂ ਆਪਣੀਆਂ ਕੁਝ ਲਿਮਿਟੇਸ਼ਨਸ ਹੁੰਦੀਆਂ ਆ, ਉਹਦੀਆਂ ਆਪਣੀਆਂ ਕੋਈ ਹੱਦਾਂ ਹੁੰਦੀਆਂ ਆ। ਇਹ ਨਹੀਂ ਹੈਗਾ ਕਿ ਹੁਣ ਤੁਸੀਂ ਜੋ ਤੁਹਾਡੇ ਦਿਲ 'ਚ ਆਉਂਦਾ ਆ ਉਹ ਤੁਸੀਂ ਕਰਨ ਲੱਗ ਜਾਓ ਇੱਕ ਉਸ ਉਮਰ ਦੇ ਪੜਾਅ ਦੇ ਵਿੱਚ ਜਾ ਕੇ। ਬਿਲਕੁਲ। ਉਹਦੇ ਵਿੱਚ ਜੇ ਆਪਾਂ ਲਵ ਮੈਰਿਜ ਦੀ ਗੱਲ ਕਰਨੀ ਆ ਭਾਈ, ਪਹਿਲਾਂ ਤੇ ਇਹ ਆਪਣੇ ਦਿਮਾਗ 'ਚ ਪਾ ਲਓ ਵੀ ਜੋ ਲਵ ਦੀ ਡੈਫੀਨੇਸ਼ਨ ਬਾਲੀਵੁੱਡ ਵਾਲੇ ਦਿਖਾਉਂਦੇ ਆ, ਬਿਲਕੁਲ ਉਹ ਅਸਲੀਅਤ ਨਹੀਂ ਹੈਗੀ। ਅਸਲ ਲਾਈਫ ਜਿਹੜੀ ਆ ਵੀ ਉਹਦੇ ਵਿੱਚ ਤੁਸੀਂ ਪਿਆਰ ਜਿਹੜਾ ਆ ਵੀ ਉਹਦੀ ਡੈਫੀਨੇਸ਼ਨ ਪਹਿਲਾਂ ਦੇਖੋ ਆਲੇ ਦੁਆਲੇ। ਸਹੀ ਗੱਲ ਹੈ ਜੀ। ਉਹਦੀਆਂ ਜਿਹੜੀਆਂ ਹੱਦਬੰਦੀਆਂ ਨੇ, ਉਹਦੀਆਂ ਸੀਮਾਵਾਂ ਨੇ, ਔਰ ਉਹ ਜਿਹੜਾ ਇੱਕ ਕਹਿ ਲਓ ਵੀ ਪਿਆਰ ਦਾ ਵਿਖਾਵਾ ਕਰ ਰਿਹਾ, ਬਿਲਕੁਲ, ਤੇ ਇੱਕ ਵਾਕਈ ਪਿਆਰ ਕਰ ਰਿਹਾ। ਉਹਨਾਂ ਦੋਵਾਂ ਵਿੱਚ ਫਰਕ ਕਰਨਾ ਸਿੱਖੋ, ਕਿਉਂਕਿ ਜੇ ਕੱਲ ਨੂੰ ਤੁਹਾਨੂੰ ਪਿਆਰ ਦਾ ਵਿਖਾਵਾ ਕਰਕੇ ਕੋਈ ਤੁਹਾਡਾ ਨੁਕਸਾਨ ਕਰ ਜਾਂਦਾ ਹੈ, ਫਿਰ ਤੁਸੀਂ ਕਿਸੇ ਨੂੰ ਨਹੀਂ ਜ਼ਿੰਮੇਵਾਰ ਠਹਿਰਾ ਸਕਦੇ। ਤੁਹਾਨੂੰ ਆਪਣੀ ਜ਼ਿੰਮੇਵਾਰੀ ਆਪ ਹੀ ਲੈਣੀ ਪੈਣੀ ਹੈ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਫਲਾਨਾ ਮੈਨੂੰ ਮੂਰਖ ਬਣਾ ਗਿਆ, ਵੀ ਫਲਾਨੇ ਨੇ ਐਂ ਕਰ ਦਿੱਤਾ, ਜਾਂ ਕਹ ਲਓ ਵੀ ਹਿੰਦੀ ਫਿਲਮਾਂ ਵੇਖ ਕੇ ਮੇਰੀ ਮੱਤ ਮਾਰੀ ਗਈ ਸੀ, ਜਾਂ ਰੇਡੀਓ ਸੁਣ ਕੇ ਤੇ ਮੈਂ ਆ ਕੇ ਵੀ ਬੇਵਕੂਫ ਬਣ ਗਿਆ। ਉਹ ਸਾਰਾ ਕੁਝ ਜਿਹੜਾ ਆ ਵੀ ਉਹ ਤੁਹਾਡਾ ਆਪਣਾ ਰਿਸਪੌਂਸਿਬਿਲਟੀ, ਤੁਹਾਡੀ ਜ਼ਿੰਮੇਵਾਰੀ ਆਪਣੀ ਬਣਨੀ ਆ। ਇਸ ਕਰਕੇ ਵੀ ਜੋ ਕੁਝ ਵੀ ਤੁਹਾਨੂੰ ਪਰੋਸਿਆ ਜਾ ਰਿਹਾ, ਪਹਿਲਾਂ ਉਹਦੀਆਂ ਡੈਫੀਨੇਸ਼ਨ ਜਿਹੜੀਆਂ ਨੇ, ਸਹੀ ਗੱਲ, ਉਹ ਚੰਗੀ ਤਰ੍ਹਾਂ ਨਾਲ ਭਈ ਸਮਝੋ ਔਰ ਫਿਰ ਉਹਨੂੰ ਦੇਖੋ ਵੀ ਇਹ ਵੀ ਹਾਂ ਵੀ ਇਹ ਡੈਫੀਨੇਸ਼ਨ ਜਿਹੜੀ ਆ ਵੀ ਇਹਦੇ ਮੁਤਾਬਕ ਭਈ ਕੀ ਸਹੀ ਆ ਤੇ ਕੀ ਗਲਤ ਆ। ਜੀ ਬਿਲਕੁਲ। ਗਲਤ ਤੋਂ ਮੈਂ ਕਿੱਦਾਂ ਆਪਣੇ ਆਪ ਨੂੰ ਬਚਾਉਣਾ ਆ, ਤੇ ਸਹੀ ਜਿਹੜਾ ਆ ਵੀ ਉਹ ਮੈਂ ਕਿਸ ਹੱਦ ਤੱਕ ਜਿਹੜਾ ਆ ਵੀ ਉਹ ਉਸ ਦੇ ਉੱਤੇ ਵੀ ਐਸ ਉਮਰੇ ਕਰਨਾ ਅਮਲ, ਕਿ ਉਹਦੀ ਵੀ ਕੋਈ ਗਾਂ ਉਮਰ ਹੈਗੀ। ਸਹੀ ਗੱਲ ਹੈ ਜੀ। ਉਹ ਚੀਜ਼ਾਂ ਸਾਰੀਆਂ ਜਿਹੜੀਆਂ ਵੀ ਉਹ ਇਦਾਂ ਨਹੀਂ ਤੁਸੀਂ ਕਰ ਸਕਦੇ ਵੀ ਬਸ ਠੀਕ ਆ ਵੀ ਲਵ ਮੈਰਿਜ ਕਰਕੇ ਬਿਨਾਂ ਡਿਫਾਈਨ ਕੀਤੇ ਐਵੇਂ ਜਾ ਕੇ ਤੁਸੀਂ ਖੂਹ 'ਚ ਛਾਲ ਮਾਰ ਦੋ। ਤੇ ਖੈਰ ਭਾਜੀ ਮੁੜ ਕੇ ਉਹੀ ਗੱਲ ਕਰਦੇ ਆ ਨਾ ਕਿ ਜਦੋਂ ਅਸੀਂ ਗੱਲ ਕਹਿੰਦੇ ਕਿ ਬੱਚਿਆਂ ਦੇ ਸਿੱਖ ਧਰਮ ਨਹੀਂ ਥੋਪਣਾ ਚਾਹੀਦਾ, ਇਹ ਬਿਲਕੁਲ ਇੱਕ ਕਹਿ ਲਓ ਕਿ ਨੈਗੇਟਿਵ ਸਟੇਟਮੈਂਟ ਦਿੰਦੇ ਆ। ਉਹ ਇਹਨਾਂ ਦੇ ਸਟੇਟਮੈਂਟ ਦੇਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਸਿੱਖ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਵੇ। ਤੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਹੈ, ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਆ, ਉਹਦਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਜਿਹੜਾ ਤੁਹਾਡਾ ਕਲਚਰ ਆ, ਜਿਹੜਾ ਤੁਹਾਡਾ ਵਿਰਸਾ ਆ, ਜਿਹੜੀਆਂ ਤੁਹਾਡੀਆਂ ਕਦਰਾਂ ਕੀਮਤਾਂ, ਜੋ ਗੁਰਬਾਣੀ ਕਹਿੰਦੀ ਆ, ਉਹ ਆਪਣੇ ਬੱਚਿਆਂ ਨੂੰ ਦੱਸੋ, ਤਾਂ ਕਿ ਉਹ ਇੱਕ ਵਧੀਆ ਸਮਾਜ ਦੇ ਵਿੱਚ ਵਧੀਆ ਸਮਾਜ ਸਿਰ ਸਕਣ ਤੇ ਵਧੀਆ ਸਮਾਜ ਦਾ ਹਿੱਸਾ ਬਣ ਸਕਣ ਤੇ ਚੰਗੇ ਇਨਸਾਨ ਬਣ ਸਕਣ। ਬਿਲਕੁਲ। ਔਰ ਜਿਹੜੀ ਆ ਤੁਸੀਂ ਲਵ ਦੀ ਗੱਲ ਕਰਦੇ ਹੈਗੇ ਤੇ ਮੈਨੂੰ ਹੁਣੇ ਦਿਮਾਗ ਵਿੱਚ ਆਇਆ ਭਈ ਅੰਮ੍ਰਿਤਾ ਪ੍ਰੀਤਮ ਜਿਹੜੀ ਸੀ, ਹਾਂਜੀ, ਹੁਣ ਉਹ ਬੜੀ ਵਧੀਆ ਕਿ ਵੀ ਪੋਇਟ ਗਿਣੀ ਜਾਂਦੀ ਆ, ਪਰ ਉਹੀ ਗੱਲ ਹੋ ਜਾਂਦੀ ਵੀ ਜਿਹੜੇ ਕਹਿ ਲਓ ਵੀ ਪ੍ਰਮੋਟ ਕਰਨੇ ਵਾਲੇ ਹੁੰਦੇ ਆ, ਵੀ ਕਿਸੇ ਨੂੰ ਇਹ ਖਿਤਾਬ ਦੇਣੇ ਵਾਲੇ ਹੁੰਦੇ, ਵਾਹ ਜੀ ਵਾਹ ਕਮਾਲ ਕਰ ਦਿੱਤੀ ਜੀ, ਕਮਾਲ ਦੀ ਲਿਖਤ ਆ ਜੀ। ਅੱਛਾ ਜੀ। ਭਈ ਉਹਨਾਂ ਦੇ ਉੱਤੇ ਵੀ ਥੋੜ੍ਹਾ ਜਿਹਾ ਜਿਹੜਾ ਵੀ ਨਜ਼ਰਸਾਨੀ ਕਰਨੇ ਦੀ ਲੋੜ ਹੁੰਦੀ ਆ, ਭਈ ਇਹਦੀ ਤਾਰੀਫ ਕਰਨੇ ਵਾਲਾ ਕੌਣ ਆ। ਪਰ ਚਲੋ ਆਪਾਂ ਲੈ ਲੈਂਦੇ ਆ ਇਹਨੂੰ ਇੱਦਾਂ ਹੀ, ਭਈ ਅੰਮ੍ਰਿਤਾ ਪ੍ਰੀਤਮ ਬਹੁਤ ਵਧੀਆ ਕਵਿੱਤਰੀ ਸੀਗੀ, ਠੀਕ ਹੈ ਜੀ, ਭਈ ਪੋਇਟਰੀ ਬਹੁਤ ਵਧੀਆ ਕਰਦੀ। ਹੁਣ ਉਹਨੂੰ ਪੇਸ਼ ਕੀਤਾ ਗਿਆ, ਉਹਦੀ ਇੱਕ ਵਾਕਈ ਬੜੀ ਮਸ਼ਹੂਰ ਹੈਗੀ ਆ ਵੀ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਉਹ ਸਾਰਾ ਜਿਹੜਾ ਉਹ 47 ਬਾਰੇ ਜਿਹੜਾ ਆ ਵੀ ਇਹ ਵੀ ਉਹ ਲਿਖਿਆ ਗਿਆ, ਬਿਆਨ ਕੀਤਾ ਵੀ ਇੱਦਾਂ ਵੀ ਮਤਲਬ ਸਾਰਾ ਜਿਹੜਾ ਵੀ ਇੰਨੀ ਜਿਹੜੀ ਕਤਲੋਗਾਰਤ ਹੋਈ ਆ ਤੇ ਉਹ ਸਭ ਕੁਛ ਹੋਇਆ ਵੀ ਉਹ ਪਿਆਰ ਜਿਹੜੇ ਉੱਤੇ ਹੀ ਰਾਂਝੇ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ, ਉਹ ਧਰਤੀ ਦੇ ਉੱਤੇ ਅੱਜ ਆਹ ਕਤਲੋਗਾਰਤ ਜਿਹੜਾ ਨਫ਼ਰਤ ਤੋਂ ਨਿਕਲਿਆ ਵੀ ਉਹ ਕਿਉਂ ਹੋ ਰਿਹਾ। ਤੇ ਬਹੁਤ ਵਧੀਆ ਵਿਚਾਰ ਆ। ਪਰ ਜਦੋਂ ਤੁਸੀਂ ਵੇਖਦੇ ਆ ਨਾ ਵੀ ਉਹਦਾ ਜਿਹੜਾ ਲਾਈਫ ਸਟਾਈਲ ਸੀਗਾ, ਜਿਹੜਾ ਰਹਿਣਾ ਉਹਦਾ, ਉਹ ਸਾਰਾ ਕੁਝ ਜਦੋਂ ਵੇਖਦੇ ਆ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ, ਹੁਣ ਮਤਲਬ ਵੀ ਪੇਸ਼ ਉਹਨੂੰ ਏਦਾਂ ਕੀਤਾ ਜਾਂਦਾ ਵੀ ਉਹ ਸਿੱਖ ਕੁੜੀ ਹੀ ਅੰਮ੍ਰਿਤਾ ਪ੍ਰੀਤਮ, ਤੇ ਉਹਨੇ ਪਹਿਲਾਂ ਤੇ ਵੀ ਮਤਲਬ ਸਾਰੀ ਉਮਰ ਉਹ ਇੱਕ ਦੂਸਰਾ ਸੀਗਾ ਇਮਰੋਜ਼ ਸ਼ਾਇਦ, ਠੀਕ ਹੈ ਜੀ, ਉਹਦਾ ਨਾਂ ਹੀ ਬੰਦੇ ਦਾ, ਪੇਂਟਰ ਸੀਗਾ ਉਹ, ਤੇ ਉਹਦੇ ਨਾਲ ਸਾਰੀ ਉਮਰ ਰਹੀ ਬਿਨਾਂ ਵਿਆਹ ਤੋਂ, ਤੇ ਸ਼ਰਾਬ ਸਿਗਰਟ ਪੀਂਦੀ ਸੀ ਪੂਰੀ, ਤੇ ਉਹ ਸਾਰਾ ਕੁਝ ਜਿਹੜਾ ਆ ਵੀ ਸਿੱਖੀ ਦੇ ਨੇੜੇ ਤੇੜੇ ਹੈ ਨਹੀਂ ਸੀ, ਤੇ ਜਿੱਥੇ ਕਿਤੇ ਹੋਵੇ ਤੇ ਉਹ ਏਦਾਂ ਹੀ ਕਹਿ ਲਓ ਵੀ ਜਿੱਦਾਂ ਆ ਫੰਡਰਗਾਹ ਤੁਰੀ ਫਿਰਦੀ ਆ, ਤੇ ਰਾਤ ਦਾ ਏਜੰਟ ਵੀ ਇਹਦੀ ਕਹਿ ਲਓ ਵੀ ਇਹ ਵੀ ਥੋੜੀ ਜਿਹੀ ਵੀ ਸੁਧਰੀ ਹੋਈ ਪ੍ਰਕਰਸਰ ਸੀਗੀ, ਤੇ ਉਹ ਮਤਲਬ ਸਿੱਖੀ ਦੇ ਖਿਲਾਫ ਕਿਤੇ ਵੀ ਭੁਗਤਣ ਤੋਂ ਪਈ ਗਰੇਜ਼ ਨਹੀਂ ਕਰਦੀ ਹੁੰਦੀ, ਪਰ ਇਹ ਆ ਵੀ ਥੋੜੇ ਜਿਹੇ ਸੁਲਝੇ ਹੋਏ ਸ਼ਬਦਾਂ ਦੇ ਵਿੱਚ ਭੁਗਤਦੀ ਸੀ, ਜਿੱਦਾਂ ਕਾਮਰੇਡ ਅੱਗੇ ਭੁਗਤਦੇ ਹੁੰਦੇ।
ਤੇ ਡੂੰਘੀ ਸੱਟ ਮਾਰਦੀ ਸੀ, ਸਿੱਧੀ ਨਹੀਂ ਆ ਠਾਹ ਸੋਟਾ ਮਾਰਦੀ ਵੀ ਜਿੱਦਾਂ ਹੁਣ ਮਤਲਬ ਅਗਲਿਆਂ ਦੀ ਹਿੰਮਤ ਇੰਨੀ ਵੱਧ ਗਈ ਆ ਤੇ ਉਹ ਸਾਰਾ ਕੁਝ ਮਤਲਬ ਵੀ ਹੁਣ ਉਹ ਪਤਾ ਵੀ ਇਹ ਵੀ ਉਹਨੂੰ ਪੇਸ਼ ਇਦਾਂ ਕੀਤਾ ਜਾਂਦਾ ਵੀ ਇਹ ਵੀ ਤਾਂ ਸਿੱਖ ਪਰਿਵਾਰ ਚੋਂ ਆ। ਪਰ ਜਦੋਂ ਤੁਸੀਂ ਥੋੜੀ ਜਿਹੀ ਘੋਖ ਪੜਤਾਲ ਕਰਦੇ ਆ ਨਾ ਤੇ ਉਹਦੇ ਵਿੱਚੋਂ ਤੁਹਾਨੂੰ ਨਿਕਲ ਆਉਂਦਾ ਵੀ ਜਿਹੜੇ ਪਰਿਵਾਰ ਦੇ ਵਿੱਚੋਂ ਬੀਬੀ ਸੀਗੀ ਉਹ ਡੇਰੇ ਦੇ ਨਾਲ ਜੁੜਿਆ ਹੋਇਆ ਸੀ। ਉਹ ਇਹਦਾ ਜਿਹੜਾ ਪਿਓ ਸੀਗਾ ਅੰਮ੍ਰਿਤਾ ਪ੍ਰੀਤਮ ਦਾ, ਉਹ ਭਗਵੇਂ ਕੱਪੜੇ ਪਾ ਕੇ ਤੇ ਸੰਨਿਆਸ ਵੀ ਲੈ ਚੁੱਕਿਆ ਸੀ। ਉਹ ਤੋਂ ਬਾਅਦ ਫੇਰ ਦੁਬਾਰਾ ਗ੍ਰਹਿਸਥ ਦੇ ਵਿੱਚ ਆ ਕੇ ਤੇ ਫੇਰ ਉਹ ਭਾਵੇਂ ਕਹਿ ਲਓ ਵੀ ਕੋਈ ਸੰਸਥਾ ਦੇ ਏਜੰਡੇ ਦੇ ਉੱਤੇ ਵੀ ਉਹਨੇ ਆਪਣਾ ਮੈਗਜ਼ੀਨ ਜਿਹਾ ਸ਼ੁਰੂ ਕੀਤਾ ਤੇ ਫੇਰ ਘਰੇ ਫਿਰ ਜਿਹੜਾ ਸਾਹਿਰ ਲੁਧਿਆਣਵੀ ਸੀਗਾ, ਜਿਹੜਾ ਬਾਲੀਵੁੱਡ ਦੇ ਬਹੁਤ ਸੋਹਣੀ ਸੋਹਣੀ ਕਵਿਤਾ ਉਹਨੇ ਮਤਲਬ ਗਾਣੇ ਲਿਖੇ ਆ ਤੇ ਪੋਇਟ ਹੀ ਚੰਗਾ ਹੈਗਾ ਤੇ ਉਹ ਮੁਸਲਮਾਨ ਸੀ ਤੇ ਉਹ ਇਹਦੇ ਘਰੇ ਇਹਦੇ ਪਿਓ ਦੇ ਕੋਲੇ ਆਂਦਾ ਜਾਂਦਾ ਹੈ। ਠੀਕ ਹੈ ਜੀ। ਤੇ ਇਹਦੇ ਬਾਰੇ ਇਹ ਕਿਹਾ ਜਾਂਦਾ ਬੀਬੀ ਬਾਰੇ ਵੀ ਇਹ ਉਦੋਂ ਤੋਂ ਹੀ ਵੀ ਜਦੋਂ ਉਹ ਇਹਦੇ ਘਰੇ ਆ ਕੇ ਬੈਠਕ ਦੇ ਵਿੱਚ ਇਹਦੇ ਪਿਓ ਦੇ ਨਾਲ ਬਹਿੰਦਾ ਸੀ ਉਦੋਂ ਤੋਂ ਹੀ ਉਹ ਸਾਹਿਰ ਲੁਧਿਆਣਵੀ ਦੇ ਉੱਤੇ ਵੀ ਇਹ ਵੀ ਉਹ ਕਹਿ ਲਓ ਵੀ ਮੁਸ਼ਕ ਗਈ ਸੀ ਬੀਬੀ। ਠੀਕ ਹੈ ਜੀ। ਤੇ ਉਹ ਹੁਣ ਉਹ ਜਿਹੜਾ ਇਨਸੀਡੈਂਟ ਇਹਨੇ ਆਪ ਦੱਸਿਆ ਹੋਇਆ ਅੰਮ੍ਰਿਤਾ ਪ੍ਰੀਤਮ ਨੇ ਜੀ, ਕਹਿੰਦੀ ਵੀ ਇਹ ਵੀ ਉਹ ਸਾਹਿਰ ਲੁਧਿਆਣਵੀ ਗੱਲ ਨਹੀਂ ਬਹੁਤੀ ਕਰਦਾ ਹੁੰਦਾ, ਮੇਰੇ ਨਾਲ ਤੇ ਕਦੀ ਵੀ ਨਹੀਂ ਕੀਤੀ ਉਹਨੇ ਜਿੰਨੀ ਦੇਰ ਇਹਦੇ ਘਰੇ ਆਉਂਦਾ ਰਿਹਾ। ਠੀਕ ਹੈ ਜੀ। ਤੇ ਉਹ ਘਰੇ ਬੈਠਾ ਆ ਕੇ ਸਿਗਰਟਾਂ ਪੀਂਦਾ ਰਹਿੰਦਾ ਹੈ। ਹੁਣ ਤੁਸੀਂ ਉੱਥੋਂ ਅੰਦਾਜ਼ਾ ਲਾਓ ਪਈ ਕਿਸੇ ਸਿੱਖ ਦੇ ਘਰੇ ਆ ਕੇ ਕੋਈ ਸਿਗਰਟ ਪੀ ਸਕਦਾ? ਸੋ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹਦੇ ਘਰ ਕਿੱਦਾਂ ਦੀ ਸਿੱਖੀ ਸੀ। ਹੁਣ ਉਹ ਤੋਂ ਅਗਲਾ ਸੁਣੋ ਫਿਰ ਵੀ ਇਹ ਆਪ ਕਹਿੰਦੀ ਆ ਵੀ ਜਦੋਂ ਕਹਿੰਦੀ ਵੀ ਸਾਹਿਰ ਲੁਧਿਆਣਵੀ ਉੱਠ ਕੇ ਚੱਲ ਜਾਂਦਾ ਹੈ ਵੀ ਘਰੋਂ ਚੱਲ ਗਿਆ ਕਹਿੰਦੀ ਮੈਂ ਬੈਠਕ ਦੇ ਵਿੱਚ ਜਾਂਦੀ ਹੁੰਦੀ ਸੀ ਤੇ ਉੱਥੇ ਜਿਹੜੇ ਅੱਧ ਬੁਝੇ ਟੁਕੜੇ ਹੁੰਦੇ ਸੀ ਨਾ ਸਿਗਰਟਾਂ ਦੇ, ਫੇਰ ਕਹਿੰਦੀ ਮੈਂ ਉਹ ਚੱਕ ਕੇ ਪੀਂਦੀ ਹੁੰਦੀ ਭਈ ਤਾਂ ਕਿ ਭਈ ਜਿਹੜੇ ਉਹਦੇ ਬੁੱਲਾਂ ਨੂੰ ਲੱਗੇ ਹੋਏ ਆ ਉਹ ਮੈਂ ਉਹਦਾ ਸਵਾਦ ਲੈ ਸਕਾਂ ਜੀ। ਹੁਣ ਜਿਹੜੀ ਬੀਬੀ ਆਹ ਕੰਮ ਕਰ ਰਹੀ ਆ ਭਾਈ, ਫਿਰ ਮਤਲਬ ਕਿ ਉਹ ਤੋਂ ਹੋਰ ਕੀ ਐਕਸਪੈਕਟ ਤੁਸੀਂ ਕਰ ਸਕਦੇ ਆ। ਫਿਰ ਉਹ ਤੋਂ ਬਾਅਦ ਹੌਲੀ ਹੌਲੀ ਬੀਬੀ ਨੇ ਸਿਗਰਟਾਂ ਐਨ ਰੈਗੂਲਰਲੀ ਓਪਨਲੀ ਪੀਣੀਆਂ ਸ਼ੁਰੂ ਕੀਤੀਆਂ, ਸ਼ਰਾਬ ਵੀ ਪੀਣੀ ਸ਼ੁਰੂ ਕੀਤੀ, ਸਭ ਕੁਝ ਹੀ ਕੀਤਾ ਜੀ। ਸੋ ਹੁਣ ਉਹਨੂੰ ਜੇ ਤੁਸੀਂ ਇਹ ਸਮਝਦੇ ਆ ਵੀ ਇਹ ਇਸ਼ਕ ਦਾ, ਮੁਹੱਬਤ ਦਾ, ਪਿਆਰ ਦਾ ਇਜ਼ਹਾਰ ਆ ਜੀ, ਫਿਰ ਭਾਈ ਤੁਹਾਨੂੰ ਮੁਬਾਰਕ ਆ। ਕਿਉਂਕਿ ਜਿਹੜਾ ਗੁਰਬਾਣੀ ਦੇ ਵਿੱਚ ਆਉਂਦਾ ਨਾ ਭਈ ਇਸ਼ਕ, ਇੱਕ ਕਹਿ ਲਓ ਵੀ ਗੁਰਬਾਣੀ ਦੇ ਵਿੱਚ ਜਿਹੜਾ ਵੀ ਇਸ਼ਕ ਹਕੀਕੀ ਦਾ ਕਨਸੈਪਟ ਆ ਜੀ, ਭਈ ਅਸਲ ਇਸ਼ਕ ਕੀ ਆ ਤੇ ਮਜ਼ਾਜੀ ਇਸ਼ਕ, ਹਕੀਕੀ ਤੇ ਇਸ਼ਕ ਮਜ਼ਾਜੀ। ਸੋ ਉਹ ਜਿਹੜਾ ਮਜ਼ਾਜੀ ਇਸ਼ਕ ਆ ਵੀ ਉਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਗਲਤਾਨ ਰਹੋ, ਬਿਲਕੁਲ ਉਹ ਆ ਜਿਹੜੇ ਕਾਮਰੇਡ ਆ ਤੇ ਹੋਰ ਸਾਰੇ ਆ ਵੀ ਇਹਦੇ ਪ੍ਰਮੋਟ ਕਰਦੇ ਇਹਨਾਂ ਚੀਜ਼ਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਆ ਅਪਗ੍ਰੇਡ ਵੀ ਇਹੀ ਪ੍ਰਮੋਟ ਕਰਦੇ ਜਾਣ ਬੁੱਝ ਕੇ ਵੀ, ਕਿਉਂਕਿ ਪਤਾ ਆ ਵੀ ਕਾਮ ਦੇ ਵੱਸ ਜਦੋਂ ਇੱਕ ਵਾਰੀ ਹੋ ਗਿਆ ਬੰਦਾ ਜੀ, ਕਿਸੇ ਨਸ਼ੇ ਦੇ ਵੱਸ ਹੋ ਗਿਆ, ਸਿਗਰਟਾਂ ਤੇ ਸ਼ਰਾਬ ਜੀ, ਮਤਲਬ ਉਹ ਕਾਮਰੇਡ ਵੀ ਇਹੀ ਸਿਗਰਟਾਂ ਸ਼ਰਾਬ ਪ੍ਰਮੋਟ ਕਰਦੇ ਸੀ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਜਿਹੜੀਆਂ ਚੀਜ਼ਾਂ ਤੋਂ ਸਿੱਖ ਨੂੰ ਵਰਜਿਆ ਜਾਂਦਾ ਜੀ, ਇਹ ਜਾਣ ਬੁੱਝ ਕੇ ਉਹਨਾਂ ਚੀਜ਼ਾਂ ਨੂੰ ਹੀ ਪ੍ਰਮੋਟ ਕਰਦੇ ਆ ਵੀ ਤਾਂ ਕਿ ਭਈ ਜਿੱਦਾਂ ਉਹ ਉਸ ਪਾਸੇ ਨੂੰ ਹੋਈ ਗਿਆ ਬੰਦਾ ਓਨਾ ਹੀ ਉਹ ਸਿੱਖੀ ਤੋਂ ਦੂਰ ਹੋਈ ਜਾਣਾ ਹੈ। ਬਿਲਕੁਲ। ਸੋ ਇਹ ਟੀਚਾ ਹੁਣ ਜੇ ਤੁਸੀਂ ਸਿੱਖੀ ਤੋਂ ਦੂਰ ਹੋਣਾ ਚਾਹੁੰਦੇ ਆ ਭਾਈ, ਤੁਹਾਨੂੰ ਪੂਰੀ ਆਜ਼ਾਦੀ ਆ, ਆਜ਼ਾਦੀ ਤੁਹਾਨੂੰ ਪੂਰੀ ਆ, ਪਰ ਉਹਦੇ ਨਤੀਜੇ ਵੀ ਤੁਹਾਨੂੰ ਹੀ ਭੁਗਤਣੇ ਪੈਣੇ ਆ। ਬਿਲਕੁਲ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਦੇ ਕਸੂਰ ਕੱਢੋ ਹੋਰ ਦਾ। ਬਿਲਕੁਲ ਨਹੀਂ। ਇਹਦੇ ਨਾਲ ਭਾਈ ਇੱਕ ਮੈਂ ਛੋਟੀ ਜਿਹੀ ਹੋਰ ਇੱਕ ਹੈਗੀ ਹੈ ਗੱਲ ਜੋੜ ਦਿੰਦਾ, ਇਹ ਸ਼ਾਇਦ ਅਸੀਂ ਆਪਣੇ ਲੋਗੜ ਦੇ ਪੇਜ ਤੇ ਵੀ ਪਾਈ ਸੀਗੀ। ਇੱਕ ਬੀਬੀ ਸੀਗੀ ਤਾਂ ਉਹ ਇੱਕ ਪਲੇਟਫਾਰਮ 'ਤੇ ਆ ਕੇ ਆਪਣੇ ਬਾਰੇ ਦੱਸਦੀ ਹੈ ਤੇ ਉਹ ਹੀ ਦੱਸਦੀ ਸੀਗੀ ਕਿ ਮੇਰੇ ਨਾਲ ਕਾਲਜ ਇੱਕ ਮੁੰਡਾ ਪੜ੍ਹਦਾ ਸੀਗਾ ਤੇ ਸਾਡੇ 'ਚ ਪਿਆਰ ਹੋ ਗਿਆ, ਜਿੱਦਾਂ ਮਤਲਬ ਜਿਹੜਾ ਪਿਆਰ ਇੱਕ ਅਪਗ੍ਰੇਡ ਪ੍ਰਮੋਟ ਕਰਦੇ ਫਿਰਦੇ ਆਪਣੇ ਰੇਡੀਓ ਸਟੇਸ਼ਨਾਂ ਰਾਹੀਂ, ਉੱਦਾਂ ਦਾ ਉਹਨੂੰ ਪਿਆਰ ਹੋ ਗਿਆ ਤੇ ਉਹ ਮੁੰਡਾ ਸੀਗਾ ਨਸ਼ੇੜੀ, ਉਹ ਨਸ਼ੇ ਪੱਤੇ ਕਰਦਾ ਸੀਗਾ ਤੇ ਉਹ ਬੀਬੀ ਉਹਨਾਂ ਪਿਆਰ ਕਰਦੀ ਸੀ, ਕਰਦੇ ਕਰਦੇ ਉਹਨੂੰ ਵੀ ਉਹ ਲੱਤ ਲੱਗ ਗਈ। ਠੀਕ ਹੈ ਜੀ। ਲੱਤ ਲੱਗ ਕੇ ਉਹ ਮਤਲਬ ਇੱਥੇ ਤੱਕ ਗੱਲ ਪਹੁੰਚ ਗਈ ਕਿ ਪ੍ਰੈਗਨੈਂਟ ਵੀ ਹੋ ਗਈ ਸੀਗੀ। ਤਾਂ ਉਸ ਤੋਂ ਬਾਅਦ ਜਦੋਂ ਪ੍ਰੈਗਨੈਂਟ ਹੋਣ ਤੋਂ ਬਾਅਦ ਪਤਾ ਨਹੀਂ ਕਿਹੜੀ ਸਟੇਜ 'ਤੇ ਜਾ ਕੇ ਉਹਨੂੰ ਆਪ ਹੀ ਦੱਸਦੀ, ਮੈਨੂੰ ਰਿਅਲਾਈਜ਼ ਹੋਣਾ ਹੋਇਆ ਕਿ ਮੈਂ ਕਿੱਥੇ ਕਿਹੜੇ ਦਲਦਲ 'ਚ ਫਸ ਗਈ ਹਾਂ। ਲੇਕਿਨ ਉਹ ਦੱਸਦੀ ਕਿ ਉਸ ਦਲਦਲ 'ਚੋਂ ਨਿਕਲਣਾ ਕੋਈ ਛੋਟੀ ਖੇਡ ਨਹੀਂ ਸੀਗੀ। ਉਹ ਮਤਲਬ ਹੁਣ ਗੱਲ ਹੋਈ ਆ ਜਾਂਦੀ ਕੋਈ ਨਤੀਜੇ ਤੁਹਾਨੂੰ ਆਪ ਹੀ ਭੁਗਤਣੇ ਪੈਣੇ ਆ। ਜਿਹੜਾ ਦਿਮਾਗੀ ਪ੍ਰੈਸ਼ਰ ਤੁਹਾਡੇ 'ਤੇ ਪੈਣਾ ਜਦੋਂ ਹੁਣ ਤੁਸੀਂ ਦਲਦਲ 'ਚ ਫਸੇ ਹੀ ਹੋਏ ਆ, ਹੁਣ ਤੁਹਾਨੂੰ ਰਿਅਲਾਈਜ਼ ਹੋ ਗਿਆ ਆ। ਹੁਣ ਇਹ ਤਰੀ ਤੇ ਆਪਣੇ ਨੂੰ ਰਿਅਲਾਈਜ਼ ਨਹੀਂ ਹੋਣ ਦਿੰਦੇ ਕਿ ਦਲਦਲ 'ਚ ਫਸੇ ਪਏ ਆ ਭਾਜੀ, ਜਾਂ ਇਹ ਕਿੱਡੇ ਵੱਡੇ ਬੇਈਮਾਨ ਹੈਗੇ ਆ। ਚਲੋ ਉਹਨੂੰ ਰਿਅਲਾਈਜ਼ ਹੋ ਗਿਆ, ਹੁਣ ਉਹ ਨਿਕਲਣਾ ਚਾਹੁੰਦੀ ਸੀ। ਕਹਿੰਦਾ ਮੈਨੂੰ ਪਤਾ ਹੈ ਕਿ ਮੈਂ ਆਪਣੇ ਆਪ ਨੂੰ ਉਸ ਦਲਦਲ 'ਚੋਂ ਕਿੱਦਾਂ ਕੱਢ ਕੇ ਲਿਆਈ ਹਾਂ, ਮਤਲਬ ਉਹ ਕਹਿੰਦੀ ਮੇਰੀ ਦੂਜੀ ਜ਼ਿੰਦਗੀ ਹੈ। ਅਤੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਵੀ ਨੌਜਵਾਨ ਇਹਨਾਂ ਨੂੰ ਸੁਣ ਕੇ ਗਲਤ ਰਾਹ ਚੁਣ ਰਹੇ ਹੈ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਆ ਕਿ ਨਤੀਜੇ ਤੁਹਾਨੂੰ ਹੀ ਭੁਗਤਣੇ ਪੈਣੇ ਆ। ਅੱਜ ਮੀਡੀਆ ਦਾ ਯੁੱਗ ਆ, ਪੁਰਾਣਾ ਸਮਾਂ ਤਾਂ ਹੈ ਹੀ ਨਹੀਂਗਾ ਕਿ ਤੁਹਾਨੂੰ ਕੀ ਵਰਗਲਾ ਗਿਆ। ਠੀਕ ਆ। ਉਹ ਨਾਲ ਨੌਜਵਾਨਾਂ ਦੇ ਨਾਲ ਨਾਲ ਅਸੀਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਹਾਂ, ਜਿਹਨਾਂ ਦਾ
ਜਿਹੜੇ ਕਿਸੇ ਦੇ ਵੀ ਮਗਰ ਲਾਈ, ਜਿਨ੍ਹਾਂ ਨੂੰ ਆਪਾਂ ਲਾਈ ਲੱਗ ਕਹਿ ਦਿੰਦੇ, ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈਗਾ, ਜਾਂ ਆਪ ਉਹ ਮਾਨਸਿਕ ਪੱਧਰ ਤੇ ਇੰਨੇ ਸਟਰੋਂਗ ਨਹੀਂ ਕਿ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ ਉਹ ਨਹੀਂ ਡਿਸਾਈਡ ਕਰ ਪਾਉਂਦੇ, ਉਹ ਕਿਸੇ ਤੇ ਡਿਪੈਂਡ ਹੈਗੇ ਆ, ਤੇ ਉਹਨਾਂ ਨੂੰ ਉਹ ਨਤੀਜੇ ਆਪੇ ਭੁਗਤਣੇ ਪੈਣੇ ਆ ਭਾਜੀ। ਤੇ ਅੱਜ ਜਿੱਦਾਂ ਹੁਣ ਮੈਂ ਗੱਲ ਕਰਦਾ ਕਿ ਮੀਡੀਆ ਦਾ ਯੁੱਗ ਆ, ਪਹਿਲਾਂ ਵੀ ਗੱਲ ਕਰਕੇ ਹਟਿਆ, YouTube ਦੇ ਉੱਤੇ ਗੂਗਲ ਤੇ ਜਾ ਕੇ ਤੁਸੀਂ ਆਪ ਸਰਚ ਕਰਕੇ ਉਹਨਾਂ ਕਹਾਣੀਆਂ ਦੀ ਰਿਸਰਚ ਕਰੋ, ਉਹਨਾਂ ਨੂੰ ਪੜ੍ਹੋ ਕਿ ਭਾਈ ਉਹਨਾਂ ਨੇ ਕਿਸ ਜੋਸ਼ 'ਚ ਆ ਕੇ ਇਸ ਗਲਤ ਰਾਹ ਦੇ ਉੱਤੇ ਪੈਰ ਧਰ ਲਿਆ ਸੀਗਾ, ਤੇ ਫਿਰ ਉਹ ਉਹਦੇ ਵਿੱਚ ਗਰਦਾਨਦੇ ਹੀ ਗਏ, ਉਹ 'ਚੋਂ ਫਸਦੇ ਗਏ। ਜਦੋਂ ਰਿਲਾਈਜ਼ ਹੋਇਆ ਤੇ ਨਿਕਲਣਾ ਇੰਨਾ ਸੌਖਾ ਨਹੀਂ ਸੀ, ਇਹ ਸੌਖੀ ਖੇਡ ਨਹੀਂ ਹੈਗੀ। ਉਸ ਹੁਣ ਖਾਸ ਕਰ ਭਾਈ ਜਦੋਂ ਨਸ਼ੇ ਦੀ ਕਿਸੇ ਨੂੰ ਆਦਤ ਲੱਗ ਜੇ ਹੈ ਨਾ, ਤੇ ਉਸ ਦੇ ਵਿੱਚੋਂ ਨਿਕਲਣਾ ਤਾਂ ਮਤਲਬ ਮਤਲਬ ਕਹਿ ਲਓ ਕਿ ਇੱਕ ਤਰ੍ਹਾਂ ਦਾ ਦੂਜਾ ਜਨਮ ਹੀ ਹੁੰਦਾ ਉਸ ਬੰਦੇ ਦਾ। ਤੇ ਉਹ ਚੀਜ਼ਾਂ ਨੂੰ ਤੁਸੀਂ ਸਾਰਿਆਂ ਨੂੰ ਪਲੀਜ਼ ਵਿਚਾਰੋ, ਐਵੇਂ ਨਾ ਕਿਸੇ ਦੇ ਮਗਰ ਲਾਈ ਲੱਗ ਬਣ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਿਓ, ਕਿਉਂਕਿ ਜ਼ਿੰਦਗੀ ਇੱਕੋ ਹੀ ਮਿਲੀ ਹੈ, ਪਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਉਹਨੂੰ। ਹੁਣ ਗੁਰਬਾਣੀ 'ਚ ਵੀ ਇਹੀ ਕਨਸੈਪਟ ਆਉਂਦਾ ਨਾ ਕਿ ਤੁਸੀਂ ਚੰਗੇ ਕੰਮ ਕਰੋ, ਹੈ ਨਾ ਜੀ, ਆਪਣਾ ਧਿਆਨ ਰੱਖੋ, ਆਪਣੇ ਸਰੀਰ ਦਾ ਧਿਆਨ ਰੱਖੋ, ਤੇ ਤਾਂ ਕਿ ਤੁਸੀਂ ਇੱਕ ਚੰਗਾ ਸਮਾਜ ਸਿਰ ਸਕੋ, ਤਾਂ ਕਿ ਤੁਹਾਡਾ ਬੱਚਿਆਂ ਨੂੰ ਵੀ ਉਹ ਸਮਾਜ ਦੇ ਵਿੱਚ ਰਹਿ ਕੇ ਜਿਹੜਾ ਮਹਿਕ ਆਵੇ ਉਸ ਸਮਾਜ ਦੇ ਵਿੱਚੋਂ। ਇਹ ਨਾ ਹੋਵੇ ਕਿ ਤੁਸੀਂ ਆਪ ਨਸ਼ੇ ਦੇ ਵਿੱਚ ਫਸੇ ਪਏ ਆ, ਤੁਹਾਡਾ ਪਰਿਵਾਰ ਵੀ ਨਸ਼ੇ ਦੇ ਵਿੱਚ ਫਸਿਆ ਪਿਆ ਹੈ, ਘਰ ਦੇ ਵਿੱਚ ਕਲੇਸ਼ ਕਲਾਇਆ ਹੋਇਆ ਪਿਆ ਹੈ, ਉਹ ਸਾਰਾ ਕੁਝ ਉਹ ਨਾਲ ਹੀ ਆਉਣਾ ਹੈ, ਇੱਕ ਪੈਕੇਜ ਦੇ ਰੂਪ 'ਚ ਹੀ ਆਉਣਾ ਆ। ਤੁਸੀਂ ਇਹ ਨਾ ਸੋਚੋ ਕਿ ਅਸੀਂ 2 ਮਿੰਟ ਮੌਜ ਕਰਨੀ ਹੈ ਤੇ ਉਸ ਤੋਂ ਬਾਅਦ ਅਸੀਂ ਭੁੱਲ ਜਾਣਾ ਹੈ, ਇੱਦਾਂ ਨਹੀਂ ਹੋਣਾ ਹੈਗਾ। ਉਹ ਸਾਰਾ ਕੁਝ ਤੁਹਾਡੇ ਪਿੱਛੇ ਹੀ ਆਉਣਾ। ਇਸ ਲਈ ਉਹ ਸਾਰੀ ਚੀਜ਼ਾਂ ਸਾਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਆ। ਮਤਲਬ ਓਵਰਆਲ ਇੱਕ ਪੂਰਾ ਫਰੇਮਵਰਕ ਆ, ਬਿਲਕੁਲ ਹਾਂਜੀ, ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਰਚਣੀ ਹੈ। ਸੋ ਉਹਦੇ ਵਿੱਚ ਕਿਤੇ ਵੀ ਕੋਈ ਖੋਟ ਜਿਹੜੀ ਆ ਉਹਦੀ ਗੁੰਜਾਇਸ਼ ਛੱਡੋ ਨਾ ਜੀ, ਕਿਉਂਕਿ ਜੇ ਤੁਸੀਂ ਉਹ ਖੋਟ ਤੁਹਾਨੂੰ ਸ਼ੁਰੂ 'ਚ ਲੱਗੂਗਾ ਵੀ ਹਾਂ ਠੀਕ ਆ ਵੀ ਮੇਰੇ ਕੰਟਰੋਲ 'ਚ ਆ ਜੀ, ਵੀ ਭਾਵੇਂ ਉਹ ਸਿਗਰਟਾਂ ਆ, ਭਾਵੇਂ ਸ਼ਰਾਬ ਆ, ਭਾਵੇਂ ਕੋਈ ਨਸ਼ਾ ਆ, ਬਿਲਕੁਲ, ਪਰ ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਤੁਹਾਨੂੰ ਕੰਟਰੋਲ ਕਰਦੀਆਂ। ਬਿਲਕੁਲ। ਔਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹ ਵੀ ਇਦਾਂ ਹੀ ਹੈਗੇ ਵੀ ਭਾਵੇਂ ਤੁਹਾਨੂੰ ਸ਼ੁਰੂ 'ਚ ਲੱਗੇ ਵੀ ਨਾ ਇੱਕ ਵਾਰੀ ਕਰਨ ਨਾਲ ਕੀ ਹੁੰਦਾ, ਵੀ ਥੋੜਾ ਜਿਹਾ ਵੀ ਜੇ ਗੁੱਸਾ ਆ ਵੀ ਗਿਆ ਮੈਨੂੰ, ਵੀ ਗੁੱਸੇ ਦੇ ਵਿੱਚ ਮੈਂ ਦਬਕਾ ਮਾਰ ਵੀ ਦਿੱਤਾ, ਅਗਲਾ ਡਰ ਗਿਆ ਸਮਾਂ ਕੇ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਹਮੇਸ਼ਾ ਹੀ ਕਹਿ ਲਓ ਭਈ ਖੰਨੀਓ ਤਿੱਖੀ ਵਾਲੋਂ ਨਿੱਕੀ ਵਾਲਾ ਜਿਹੜਾ ਆ ਸੰਕਲਪ, ਉਹਦੇ ਉੱਤੇ ਨਜ਼ਰ ਰੱਖਣੀ ਪੈਣੀ ਆ ਵੀ ਇਹ ਇੰਨੀ ਕਹਿ ਲਓ ਭਈ ਪਤਲੀ ਰੱਸੀ ਆ ਭਈ ਜਿਹਦੇ ਉੱਤੇ ਤੁਸੀਂ ਵੀ ਇੱਦਾਂ ਬਾਜੀਗਰ ਵਾਂਗ ਵੀ ਬੈਲੈਂਸ ਕਰਕੇ ਸਾਰਾ ਤੁਰਨਾ ਆ। ਸਹੀ ਗੱਲ। ਮਾੜਾ ਜਿਹਾ ਫੋਕਸ ਤੁਹਾਡਾ ਗੜਬੜ ਹੋਇਆ ਨਹੀਂ ਤੇ ਤੁਸੀਂ ਧੜਮ ਕਰਕੇ ਥੱਲੇ ਡਿੱਗਣਾ। ਬਿਲਕੁਲ। ਤੇ ਉਹ ਤੋਂ ਬਾਅਦ ਹੁਣ ਪਤਾ ਹੀ ਨਹੀਂ ਲੱਗਣਾ ਵੀ ਕੀ ਹੋਇਆ। ਤੇ ਉਹ ਇੱਕ ਜਿਹੜੀ ਟੀਨੇਜ ਉਮਰ ਹੈ ਭਾਈ, ਉਹ 'ਚ ਥੋੜਾ ਜ਼ਿਆਦਾ ਧਿਆਨ ਰੱਖਣਾ ਪੈਂਦਾ, ਕਿਉਂਕਿ ਉਹਦੇ ਵਿੱਚ ਤੁਹਾਡਾ ਕਹਿੰਦੇ ਨਾ ਤੁਹਾਡੇ ਅੰਦਰ ਐਡਰੇਨਲਿਨ ਜ਼ਿਆਦਾ ਬਣਨ ਲੱਗ ਜਾਂਦਾ ਹੈਗਾ, ਤੇ ਬੰਦੇ ਨੂੰ ਜੋਸ਼ ਜ਼ਿਆਦਾ ਆ ਜਾਂਦਾ ਆ। ਖੈਰ ਉਹ ਤਾਂ ਹੁਣ ਸਾਡੇ ਸਾਹਮਣੇ ਤਾਂ ਕਈ ਇੱਦਾਂ ਦੀ ਐਗਜ਼ਾਮਪਲ ਹੈ ਜਿਨ੍ਹਾਂ ਨੂੰ ਬੁੱਢੇ ਵਾੜੇ ਜਾ ਕੇ ਵੀ ਇੱਦਾਂ ਦੀ ਜਵਾਨੀ ਝੜ ਜਾਂਦੀ ਹੈਗੀ। ਨਹੀਂ, ਹਰੇਕ ਚੀਜ਼ ਜਿਹੜੀ ਆ ਨਵੀਂ, ਹਾਂਜੀ, ਉਹਦੇ ਨਾਲ ਵੀ ਤੁਹਾਨੂੰ ਬਹੁਤ ਇਤਿਹਾਦ ਦੇ ਨਾਲ, ਬਹੁਤ ਧਿਆਨ ਦੇ ਨਾਲ ਜਿਹੜਾ ਆ ਵੀ ਉਹਨੂੰ ਕਹਿ ਲਓ ਵੀ ਉਹਦੇ ਉੱਤੇ ਆਪਣਾ ਜਿਹੜਾ ਕੰਟਰੋਲ ਆ ਉਹ ਕਾਇਮ ਕਰਨਾ ਪੈਂਦਾ। ਹੁਣ ਟੀਨੇਜਰ ਜਿਹੜਾ 16-17 ਸਾਲਾਂ ਦਾ ਜਦੋਂ ਗੱਡੀ ਚਲਾਉਣੀ ਸਿੱਖਦਾ ਆ ਜੀ, ਪਰ ਉਸ ਵੇਲੇ ਵੀ ਉਹਦਾ ਬਹੁਤ ਖਤਰਾ ਹੁੰਦਾ ਆ ਵੀ ਜੇ ਇਹਨੂੰ ਬਾਰ-ਬਾਰ ਨਾ ਵਰਜਿਆ ਗਿਆ, ਇਹਨੇ ਸਪੀਡ ਤੋਂ ਉੱਤੇ ਚੱਕੀ ਜਾਣਾ ਆ ਵੀ ਬਸ ਥ੍ਰਿਲ ਲਈ ਜਾਂ ਉੱਦਾਂ ਹੀ ਐਕਸਪੈਰੀਮੈਂਟ ਲਈ, ਤੇ ਇਹਨੇ ਕਿਤੇ ਨਾ ਕਿਤੇ ਜਾਂ ਆਪਣਾ ਨੁਕਸਾਨ ਕਰਾ ਬੈਠਣਾ ਜਾਂ ਕਿਸੇ ਦਾ ਨੁਕਸਾਨ ਕਰੂਗਾ। ਸਹੀ ਗੱਲ ਹੈ। ਸੋ ਉਹ ਤੁਸੀਂ ਕਿਸੇ ਵੀ ਚੀਜ਼ ਦੇ ਉੱਤੇ ਲਾ ਲਓ, ਉਹ ਤੁਹਾਨੂੰ ਇਹੀ ਸਿਧਾਂਤ ਲੱਗਣਾ ਵੀ ਜਦੋਂ ਕੋਈ ਚੀਜ਼ ਨਵੀਂ ਹੋਵੇ ਜੀ, ਉਦੋਂ ਤੇ ਬਹੁਤ ਹੀ ਜ਼ਿਆਦਾ ਕੇਅਰਫੁਲੀ, ਬਹੁਤ ਜ਼ਿਆਦਾ ਧਿਆਨ ਦੇ ਨਾਲ ਵੀ ਉਹਦੇ ਉੱਤੇ ਆਪਣਾ ਤੁਹਾਨੂੰ ਕਹਿ ਲਓ ਵੀ ਆਪਣੀ ਮਾਸਟਰੀ ਜਿਹੜੀ ਆ ਬਿਲਕੁਲ ਉਹ ਐਸਟੈਬਲਿਸ਼ ਕਰਨੀ ਪੈਂਦੀ ਆ ਭਈ, ਤਾਂ ਕਿ ਭਈ ਨਾ ਆਪਣਾ ਨੁਕਸਾਨ ਹੋਵੇ ਤੇ ਨਾ ਗਲਤੀ ਨਾਲ ਕਿਸੇ ਹੋਰ ਦਾ ਨੁਕਸਾਨ ਹੋਵੇ। ਬਿਲਕੁਲ ਜੀ, ਬਿਲਕੁਲ। ਤਾਂ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਇਹਨਾਂ ਸਾਰੀਆਂ ਚੀਜ਼ਾਂ ਤੇ ਲੱਗਦੀਆਂ। ਪਿਊਬਰਟੀ ਵੀ ਜਦੋਂ ਤੁਹਾਨੂੰ ਟੀਨੇਜ ਈਅਰਸ ਦੇ ਵਿੱਚ ਆਉਂਦੀ ਆ, ਉਹਨੂੰ ਇਦਾਂ ਹੀ ਲਓ। ਸਹੀ ਗੱਲ ਹੈ। ਭਾਈ ਐਕਸਪੈਰੀਮੈਂਟੇਸ਼ਨ ਤੋਂ ਪਹਿਲਾਂ ਜਾਂ ਕਹਿ ਲਓ ਭਈ ਉਹਨੂੰ ਇਦਾਂ ਭਈ ਗੱਡੀ ਜਿੱਦਾਂ ਸਪੀਡ ਦੇ ਉੱਤੇ ਭਜਾਈ ਦੀ ਆ, ਉਸ ਹਿਸਾਬ ਦੇ ਨਾਲ ਭਈ ਧਿਆਨ ਦੇ ਨਾਲ ਸਹਿਜੇ ਹਰੇਕ ਚੀਜ਼ ਦੀ ਉਮਰ ਆਉਣੀ ਆ। ਉਹ ਇਹ ਨਹੀਂਗਾ ਵੀ ਬਸ ਵੀ ਅੱਜ ਲੰਘ ਗਿਆ ਤੇ ਕੱਲ ਆਉਣਾ ਹੀ ਕੁਝ ਨਹੀਂਗਾ। ਸਹੀ ਗੱਲ ਹੈ। ਉਹ ਸਾਰਾ ਕੁਝ ਜਿਹੜਾ ਆ ਵੀ ਸਮੇਂ ਦੀ ਹੌਸਲਾ, ਪੇਸ਼ੈਂਸ, ਉਹ ਚੀਜ਼ਾਂ ਜਿਹੜੀਆਂ ਬਹੁਤ ਸਹਾਈ ਹੁੰਦੀਆਂ। ਤੇ ਸਭ ਤੋਂ ਕਮਾਲ ਦੀ ਭਾਜੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਗੁਰਬਾਣੀ ਸਿਖਾਉਂਦੀ ਹੈ। ਬਿਲਕੁਲ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਿੱਦਾਂ ਕੰਟਰੋਲ ਕਰਨਾ ਹੈ, ਕਿੱਦਾਂ ਇਹਨੂੰ ਆਪਣੇ ਸ਼ਿਕੰਜੇ 'ਚ ਰੱਖਣਾ ਆ, ਕਿਉਂਕਿ ਜਿਹੜੀ ਫਿਲਾਸਫੀ ਹੈ ਉਹ ਦਿਮਾਗ ਦੀ ਖੇਡ ਆ, ਤੇ ਗੁਰਬਾਣੀ ਨੇ ਬਾਰ-ਬਾਰ ਕੰਸਿਸਟੈਂਟਲੀ ਹੈਮਰਿੰਗ ਕਰਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ। ਮਨ ਜੀਤਾ ਜਗਜੀਤ ਸੇ, ਬਿਲਕੁਲ ਸਹੀ ਗੱਲ ਆ। ਤੇ ਤਦੀ ਤਾਂ ਭਾਈ ਇਹਨਾਂ ਦਾ ਜਿਹੜਾ ਟੀਚਾ ਆ ਗੁਰਬਾਣੀ ਤੋਂ ਦੂਰ ਕਰਨ ਦਾ ਆ, ਕਿ ਭਾਈ ਜਿਹੜੇ ਨੌਜਵਾਨ ਪੀੜ੍ਹੀ ਹੈ ਚਾਹੇ ਜਾਂ ਮਾਪੇ ਹੈ, ਉਹ ਗੁਰਬਾਣੀ ਨਾ ਪੜ੍ਹਨ, ਕਿਉਂਕਿ ਗੁਰਬਾਣੀ ਪੜ੍ਹ ਕੇ ਉਹਨਾਂ ਨੂੰ ਸੋਝੀ ਆ ਜਾਣੀ ਹੈ, ਉਹਨਾਂ ਨੂੰ ਸਮਝ ਆ ਜਾਣਾ ਕਿ ਕੀ ਸਹੀ ਹੈ
ਕੀ ਗਲਤ ਆ, ਇਹਨਾਂ ਚੀਜ਼ਾਂ ਨੂੰ ਕੰਟਰੋਲ ਕਿੱਦਾਂ ਕਰਨਾ, ਤੇ ਉਹ ਫਿਰ ਉਹ ਮਾਪੇ ਆਪਣੇ ਬੱਚਿਆਂ ਨੂੰ ਦੱਸਣਗੇ। ਇਹਨਾਂ ਦਾ ਟੀਚਾ ਉਹ ਬਾਰ-ਬਾਰ ਫਿਰ ਗੱਲ ਮੁੱਕ ਕੇ ਉੱਥੇ ਹੀ ਆਉਂਦੀ, ਕਿਸੇ ਵੀ ਤਰੀਕੇ ਨਾਲ ਇਹਨਾਂ ਦਾ ਟੀਚਾ ਹੈ ਕਿ ਸਿੱਖ ਧਰਮ ਨੂੰ ਭੰਡਣਾ, ਸਿੱਖ ਨੌਜਵਾਨੀ ਨੂੰ ਸਿੱਖ ਧਰਮ ਤੋਂ ਦੂਰ ਕਿੱਦਾਂ ਲੈ ਕੇ ਜਾਣਾ ਆ, ਕਿਹੜੇ ਤਰੀਕਿਆਂ ਰਾਹੀਂ, ਕਿਹੜੀਆਂ ਗੱਲਾਂ ਬਾਤਾਂ ਰਾਹੀਂ, ਕਿਹੜੇ ਸ਼ਬਦਾਂ ਰਾਹੀਂ, ਕਿ ਸਿੱਖਾਂ ਨੂੰ, ਸਿੱਖ ਬੱਚਿਆਂ ਨੂੰ, ਸਿੱਖ ਬੱਚੀਆਂ ਨੂੰ ਕਿੱਦਾਂ ਧਰਮ ਤੋਂ ਦੂਰ ਲੈ ਕੇ ਜਾਈਏ। ਤਾਂ ਉਹ ਇਹਨਾਂ ਦਾ ਸਾਰਾ ਟੀਚਾ ਹੈਗਾ। ਤੇ ਉਹ ਚੀਜ਼ਾਂ ਆਪਣੇ ਸਾਰੇ ਅਸੀਂ ਕਿਤੇ ਨਾ ਕਿਤੇ ਉਹ ਚੀਜ਼ਾਂ ਅਸੀਂ ਸਾਰੇ ਆਪਣੇ ਦਿਮਾਗ 'ਚ ਰੱਖੀਏ ਕਿ ਇਹਨਾਂ ਨੂੰ ਪਛਾਣੀਏ। ਇਹ ਖੱਪ ਗ੍ਰੇਡ ਜਿਹੜੇ ਰੌਲਾ ਪਾਉਂਦੇ ਫਿਰਦੇ ਆ ਤੇ ਇਤਿਹਾਸ 'ਤੇ ਵੀ ਬਹੁਤ ਉਂਗਲਾਂ ਚੱਕਦੇ ਆ, ਗੁਰੂ ਸਾਹਿਬਾਨ ਦੇ ਉੱਤੇ ਵੀ, ਖੈਰ ਹੈ ਨਾ ਜੀ, ਸਿੱਖ ਫਿਲਾਸਫੀ ਉੱਤੇ ਬਹੁਤ ਉਂਗਲਾਂ ਚੱਕਦੇ ਆ, ਸਿੱਖ ਸਿਧਾਂਤਾਂ ਉੱਤੇ। ਔਰ ਸਮਝ ਇਹਨਾਂ ਨੂੰ ਕਿਸੇ ਚੀਜ਼ ਦੀ ਨਹੀਂ, ਸਮਝ ਇਹਨਾਂ ਨੇ ਸਿੱਖ ਫਿਲਾਸਫੀ ਪੜ੍ਹੀ ਆ, ਵੀ ਨਹੀਂ ਭਾਈ, ਇਤਿਹਾਸ ਪੜ੍ਹਿਆ ਆ, ਮਤਲਬ ਪੜ੍ਹਿਆ ਕੱਖ ਨਹੀਂਗਾ। ਬਿਲਕੁਲ। ਬਸ ਹੁਣ ਆਪਣੀਆਂ ਜਿਹੜੀਆਂ ਖੋਟਾਂ ਨੇ ਨਾ, ਬਿਲਕੁਲ, ਆਪਣੇ ਜਿਹੜੇ ਫੇਲੀਅਰ ਨੇ, ਬਿਲਕੁਲ, ਉਹ ਉਹਨਾਂ ਨੂੰ ਬਸ ਜਸਟੀਫਾਈ ਏਦਾਂ ਕਰਦੇ ਆ ਵੀ ਉਹ ਸਿੱਖੀ ਨੂੰ ਭੰਡ ਕੇ, ਸਿੱਖ ਇਤਿਹਾਸ ਦੇ ਖਿਲਾਫ ਬਕਵਾਸ ਕਰਕੇ, ਸਿੱਖ ਨਿਆਣਿਆਂ ਨੂੰ ਵਰਗਲਾ ਕੇ, ਤੇ ਉਹ ਜਿਹੜਾ ਆਪਣਾ ਆਪ ਜਿਹੜਾ ਆ ਵੀ ਉਹ ਹੋਂਦ ਜਿਹੜੀ ਆ ਵੀ ਉਹਨੂੰ ਮਹਿਸੂਸ ਕਰਦੇ ਆ ਵੀ ਮੈਂ ਵੀ ਹੈਗਾ। ਬਿਲਕੁਲ। ਨਹੀਂ ਭਾਜੀ, ਗੱਲ ਹੋਈ ਹੈ ਨਾ ਕਿ ਜਿੱਦਾਂ ਤਦੀ ਤੇ ਲੜ ਪੈਂਦੇ ਨੇ ਜਦੋਂ ਕੋਈ ਗੱਲ ਕਰਦਾ ਆ, ਫੋਨ ਕਰਕੇ ਗੱਲ ਕਰਦਾ ਆ, ਤੇ ਹੈ ਨਾ ਜੀ, ਉਹ ਹੁਣ ਸਾਰਿਆਂ ਸਾਹਮਣੇ ਉਹ ਪਿਕਚਰ ਇੱਕਦਮ ਕਲੀਅਰ ਆ। ਪਹਿਲਾਂ ਇਹ ਬਹੁਤ, ਤੁਹਾਨੂੰ ਆਪ ਜੀ ਨੂੰ ਚੇਤਾ ਹੋਵੇ, ਬਹੁਤ ਰੌਲਾ ਪਾਉਂਦਾ ਹੁੰਦਾ ਸੀਗਾ, ਫੋਨ ਕਰੋ ਮੈਨੂੰ, ਮੇਰੇ ਨਾਲ ਵਿਚਾਰ ਕਰੋ। ਹੁਣ ਜਦੋਂ ਫੋਨ ਆਉਣ ਲੱਗ ਗਏ, ਜਵਾਬ ਨਹੀਂ ਸੀਗਾ ਮੂਹਰੇ, ਫਿਰ ਉੱਥੇ ਕਈ ਜਗ੍ਹਾ ਤੇ ਉਹ ਕਹਿ ਵੀ ਹੋ ਗਿਆ ਮੇਰੀ ਸਟੱਡੀ ਨਹੀਂ ਹੈਗੀ ਇਸ ਵਿਸ਼ੇ ਦੇ ਉੱਤੇ। ਹੁਣ ਉਹ ਆਸਟ੍ਰੇਲੀਆ 'ਚੋਂ ਗੁਰਜੰਟ ਸਿੰਘ ਸੀਗਾ, ਉਹ ਚਲੋ ਹੁਣ ਪਤਾ ਨਹੀਂ, ਉਸ ਬੰਦੇ ਨੇ ਉਹ ਮਤਲਬ ਉਹ ਜਿਹੜਾ ਉਹ ਰੱਬ ਦਾ ਵਿਸ਼ਾ ਸੀਗਾ ਸ਼ਾਇਦ, ਉਸ ਬੰਦੇ ਨਿਰੁੱਤਰ ਕਰ ਦਿੱਤਾ ਸੀ ਇਹਨੇ। ਹਾਂ, ਉਹਨੇ ਨਿਰੁੱਤਰ ਕਰਤਾ, ਉਹਦੇ ਸਾਹਮਣੇ ਗੋਡੇ ਟੇਕ ਗਿਆ, ਭਾਈ ਮੇਰੀ ਸਟੱਡੀ ਨਹੀਂ ਹੈਗੀ, ਯਾਨੀ ਕਿ ਇਹਦੇ ਮੂੰਹ ਚੋਂ ਨਿਕਲ ਗਿਆ ਹੋਣਾ, ਪੱਕੀ ਗੱਲ ਆ ਇਹਦੇ, ਹੈ ਨਾ। ਬਾਅਦ 'ਚ ਫਿਰ ਉਸ ਗੱਲ ਨੂੰ ਕਵਰ ਕਰਦਾ ਰਿਹਾ ਕਿੰਨਾ ਚਿਰ। ਆਪਣਾ ਰਣਜੋਤ ਸਿੰਘ ਹੁਣਾ ਰਹੀ ਕਹਿੰਦਾ ਸੀਗਾ ਵੀ ਆਹੋ ਵੀ ਉਹ ਜਦੋਂ ਉਹਨਾਂ ਨੇ ਕਿਹਾ ਵੀ ਇਹ ਕੁੱਤੇ ਦੇ ਵੀ ਮਾਰੀ ਆ, ਕਹਿੰਦਾ ਨਹੀਂ ਮਾਰੀ, ਫਿਰ ਬਾਅਦ ਵਿੱਚ ਉਹ ਰੀਅਲਾਈਜ਼ ਹੋਇਆ ਵੀ ਇਹ ਤਾਂ ਭਾਈ ਅਸਲੀਅਤ ਸਾਹਮਣੇ ਆ ਗਈ। ਫਿਰ ਰੇਡੀਓ ਦੇ ਉੱਤੇ ਬੈਠਾ ਲੱਗਾ ਹੋਇਆ, ਮੈਂ ਹੁਣ ਰੇਡੀਓ ਦੇ ਉੱਤੇ ਕਿੱਦਾਂ ਕਹਿ ਦਵਾਂ ਵੀ ਹੁਣ ਤੂੰ ਘਰੇ ਬਹਿ ਗਿਆ ਜਾ ਕੇ ਗੱਲ ਕਰਨ ਦੇ। ਸਹੀ ਗੱਲ ਆ। ਨਹੀਂ ਗੱਲ ਮੁੱਕਦੀ ਹੋਈ ਹੈ ਨਾ ਕਿ ਭਾਜੀ ਜਵਾਬ ਇਹਨਾਂ ਕੋਲ ਕਿਸੇ ਗੱਲ ਦਾ ਨਹੀਂ ਹੈਗਾ, ਜਿੱਦਾਂ ਆਪ ਜੀ ਕਹਿੰਦੇ ਬੇਈਮਾਨੀਆਂ ਆ, ਫਿਰ ਲੜਦੇ ਤਾਂ ਹੀ ਆ, ਆਵਾਜ਼ ਤਦੀ ਅਗਲੇ ਦੀ ਬੰਦ ਕਰਦੇ ਆ ਜਾਂ ਅਗਲੇ ਨੂੰ ਗਾਲਾਂ ਕੱਢਦੇ ਹੈਗੇ ਆ, ਕਿਉਂਕਿ ਜਿਹਦੇ ਕੋਲ ਜਵਾਬ ਨਹੀਂ ਹੁੰਦਾ ਉਹ ਗਾਲਾਂ ਕੱਢਦਾ ਆ। ਤੇ ਉਹ ਚੀਜ਼ਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਨਾਂ ਖੱਪ ਗ੍ਰੇਡਾਂ ਦਾ ਟੀਚਾ ਕੀ ਹੈਗਾ ਆ। ਚਲੋ ਹੁਣ ਤਾਂ ਭਾਈ ਮੈਨੂੰ ਹੋਰ ਇੱਕ ਗੱਲ ਚੇਤੇ ਆ ਗਈ, ਹੁਣ ਤਾਂ ਆਪਣੇ ਆਪ ਨੂੰ ਮੋਟੀਵੇਸ਼ਨਲ ਸਪੀਕਰ ਕਹਿਣ ਲੱਗ ਗਏ ਆ ਹੁਣ ਤਾਂ ਵਿਚਾਰੇ। ਦੇਖੋ ਭਾਈ, ਸਾਈਕੋਲੋਜੀ ਗੱਲ ਇਹ ਵੀ ਆ ਭਈ ਮੋਟੀਵੇਸ਼ਨ ਕਾਹਦੇ ਲਈ ਕਰ ਰਹੇ ਆ, ਬਿਲਕੁਲ ਕਾਹਦੇ ਲਈ ਮੋਟੀਵੇਟ ਕਰ ਰਹੇ ਆ, ਕਿਉਂਕਿ ਜਿਹੜੇ ਨਾ ਦੂਸਰੇ ਹਿਊਮਨ ਬੰਬ ਹੁੰਦੇ ਆ, ਇਹ ਵੀ ਕਿਸੇ ਨਾ ਕਿਸੇ ਨੇ ਮੋਟੀਵੇਟ ਕਰਕੇ ਤੁਰੇ ਹੁੰਦੇ ਆ। ਬਿਲਕੁਲ। ਹੁਣ ਜਿਹੜੇ ਉਹ ਉੱਥੇ ਟਵਿਨ ਟਾਵਰ 'ਚ ਜਾ ਕੇ ਵੱਜੇ ਸੀਗੇ, ਉਹ ਵੀ ਮੋਟੀਵੇਟਡ ਹੀ ਸੀਗੇ, ਉਹ ਕਿਸੇ ਨੇ ਮੋਟੀਵੇਟ ਹੀ ਕੀਤੇ ਹੈਗੇ। ਬਿਲਕੁਲ। ਸੋ ਇਸ ਕਰਕੇ ਗੱਲ ਫਿਰ ਉੱਥੇ ਹੀ ਆਉਣੀ ਆ ਭਈ ਜੇ ਤੁਸੀਂ ਆਪਣੇ ਆਪ ਬਾਰੇ ਸਤਰਕ ਆ ਤੇ ਆਪਣੇ ਆਪ ਨੂੰ ਚੀਨ ਰਹੇ ਆ ਤੇ ਜਿੱਧਰੋਂ ਤੁਸੀਂ ਲੈ ਰਹੇ ਆ ਕੁਛ, ਜਿਹਦਾ ਅਸਰ ਕਬੂਲ ਰਹੇ ਆ, ਉਹਨੂੰ ਵੀ ਚੰਗੀ ਤਰ੍ਹਾਂ ਪਹਿਲਾਂ ਘੋਖਿਆ ਪੜਤਾਲਿਆ ਹੋਇਆ। ਸਹੀ ਗੱਲ ਹੈ। ਫਿਰ ਤੁਸੀਂ ਆਪਣਾ ਆਪ ਉਹਦੇ ਅੱਗੇ ਖੋਲਦੇ ਆ। ਔਰ ਉਸੇ ਲਈ ਗੁਰੂ ਪਾਤਸ਼ਾਹ ਨੇ ਸਾਨੂੰ ਕਿਸੇ ਬੰਦੇ ਦੇ ਲੜ ਨਹੀਂ ਲਾਇਆ। ਸਹੀ ਗੱਲ। ਉਹਨਾਂ ਨੇ ਸ਼ਬਦ ਦੇ ਲੜ ਲਾ ਕੇ ਤੇ 1699 ਦੇ ਵਿੱਚ ਆਪਣਾ ਆਪ ਜਿਹੜਾ ਆ ਉਹ ਵੀ ਪਾਸੇ ਕਰ ਲਿਆ। ਬਿਲਕੁਲ। ਤੇ ਅਸੀਂ ਫਿਰ ਇਹਨਾਂ ਬੇਵਕੂਫਾਂ ਦੇ ਮਗਰ ਲੱਗ ਰਹੇ ਹਾਂ ਤੇ ਸਾਨੂੰ ਸਿਆਣਾ ਕੌਣ ਕਹੂਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਚਾਰਨੇ ਵਾਲੀਆਂ ਆ। ਬਿਲਕੁਲ ਸਹੀ ਗੱਲ। ਕਿਉਂਕਿ ਇਹਨਾਂ ਨੇ ਰੂਪ ਹੀ ਬਦਲਨੇ ਆ। ਜਦੋਂ ਇਹਨਾਂ ਨੂੰ ਲੱਗਦਾ ਨਾ ਵੀ ਹੁਣ ਪਛਾਣੇ ਗਏ ਆ, ਹੁਣ ਜਿਹੜਾ ਆ ਵੀ ਇਹ ਵੀ ਝੱਗਾ ਜਿਹੜਾ ਵੀ ਉਹ ਚੱਕਿਆ ਗਿਆ ਤੇ ਢਿੱਡ ਨੰਗਾ ਆ ਪੂਰਾ ਐਨ ਵੀ ਹੁਣ ਕਿਸੇ ਨੇ ਭਰੋਸਾ ਨਹੀਂ ਕਰਨਾ, ਉਹ ਝੱਟ ਜਿਹੜਾ ਆ ਵੀ ਉਹ ਟਰਮਨੋਲੋਜੀ ਬਦਲ ਲੈਂਦੇ ਆ ਵੀ ਇਹ ਵੀ ਹੁਣ ਮੋਟੀਵੇਸ਼ਨਲ ਸਪੀਕਰ ਹੋ ਗਏ ਆ, ਕੱਲ ਨੂੰ ਕੁਝ ਹੋਰ ਹੋ ਜਾਣਾ ਆ। ਉਹ ਸਾਰਾ ਕੁਝ ਜਿਹੜਾ ਆ ਵੀ ਉਹ ਭੇਸ ਬਣਾ ਰਹੇ ਨੇ, ਬਰੂਪੀਏ ਨੇ ਬੰਦੇ ਇਹ। ਜਿੱਦਾਂ ਆਪਾਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਸੀ ਭਈ ਗਿਰਗਟ ਨੂੰ ਮਾਤ ਪਾਉਂਦੇ ਨੇ ਰੰਗ ਬਦਲਣੇ ਦੇ ਵਿੱਚ ਇਹ। ਸੋ ਉਹ ਜਦੋਂ ਤੁਸੀਂ ਇੱਕ ਵਾਰੀ ਇਹਨਾਂ ਨੂੰ ਪਛਾਣ ਲਿਆ ਫਿਰ ਜਿਹੜਾ ਮਰਜ਼ੀ ਰੰਗ ਬਦਲ ਕੇ ਜਿਹੜੇ ਮਰਜ਼ੀ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣ, ਤੁਸੀਂ ਝੱਟ ਪਛਾਣ ਲੈਣਾ ਵੀ ਬੇਈਮਾਨ ਬੰਦਾ ਠੱਗ ਆ। ਵੀ ਇਹ ਬਸ ਵੀ ਬਨਾਰਸ ਦਾ ਠੱਗ ਜਿਹੜਾ ਆ ਵੀ ਇਹ ਨਵਾਂ ਰੂਪ ਧਾਰ ਕੇ ਵੀ ਫਿਰ ਲੁੱਟਣ ਆ ਗਿਆ। ਨਹੀਂ ਭਾਜੀ, ਇੱਕ ਗੱਲ ਹੋ ਰਿਹਾ ਇਹਦੇ ਵਿੱਚ ਹੁਣ, ਜਿੱਦਾਂ ਨਾ ਕਈਆਂ ਨੂੰ ਜਿੱਦਾਂ ਗੱਡੀ ਚਲਾਉਣ ਦਾ ਸ਼ੌਂਕ ਹੁੰਦਾ ਆ, ਉਹ ਕਾਰ ਰੇਸਿੰਗ ਦੇ ਵਿੱਚ ਜਾਂਦੇ ਆ, ਕਈਆਂ ਨੂੰ ਘੋੜਿਆਂ ਦਾ ਸ਼ੌਂਕ ਹੁੰਦਾ ਹੈ, ਹੋਰਸ ਰੇਸਿੰਗ 'ਚ ਜਾਂਦੇ ਆ, ਜਾਂ ਕਈਆਂ ਨੂੰ ਕਈ ਤਰ੍ਹਾਂ ਦੇ ਕੁਕਿੰਗ ਦਾ ਸ਼ੌਂਕ ਹੁੰਦਾ ਆ, ਕਈਆਂ ਨੂੰ ਕੋਈ ਸ਼ੌਂਕ ਹੁੰਦਾ ਆ। ਹੁਣ ਇਹਨਾਂ ਨੂੰ ਸ਼ੌਂਕ ਹੈ ਕਲੇਸ਼ ਕਰਨ ਦਾ। ਇਹ ਕਲੇਸ਼ੀ ਲੋਕ ਨੇ, ਇਹ ਗੱਲ ਸਮਝ ਲਓ ਤੁਸੀਂ, ਇਹ ਕਲੇਸ਼ੀ ਲੋਕ ਨੇ। ਇਹਨਾਂ ਨੇ ਕੋਈ ਨਾ ਕੋਈ ਕਲੇਸ਼ ਖੜਾ ਹੀ ਰੱਖਣਾ ਆ, ਉਹਦਾ ਆਧਾਰ ਕੋਈ ਵੀ ਨਹੀਂ ਹੈਗਾ, ਉਹਦਾ ਬੇਸ ਕੁਝ ਵੀ ਨਹੀਂ ਹੈਗਾ। ਝੂਠ ਬੋਲੀ ਜਾਂਦੇ ਆ, ਬਕਵਾਸ ਕਰੀ ਜਾਂਦੇ ਇਤਿਹਾਸ ਬਾਰੇ, ਚਾਹੇ ਸਿੱਖ ਫਿਲਾਸਫੀ ਬਾਰੇ, ਚਾਹੇ ਗੁਰੂ ਸਾਹਿਬਾਨ ਬਾਰੇ, ਨਿਰਾ ਝੂਠ ਬੋਲ ਰਿਹਾ। ਪੜ੍ਹਿਆ ਇਹਨੇ ਕੱਖ ਵੀ ਨਹੀਂਗਾ,
ਮਤਲਬ ਹੁਣ ਇੱਥੋਂ ਹੀ ਅੰਦਾਜ਼ਾ ਲੱਗ ਜਾਣਾ ਵੀ ਜਦੋਂ ਇਹ ਬਕਵਾਸ ਕਰਦੇ ਆ ਸਿੱਖ ਇਤਿਹਾਸ ਬਾਰੇ, ਇਹਨਾਂ ਨੂੰ ਕਿਉਂ ਵੀ ਦਿਖਾਇਓ ਕੋਈ ਹਵਾਲਾ ਕਿਤੇ। ਸਹੀ ਗੱਲ ਹੈ ਭਈ ਇਹਨਾਂ ਦੀਆਂ ਲਿਖਤਾਂ ਦੇ ਵਿੱਚ, ਇਹਨਾਂ ਦੀ ਬੋਲੀ ਦੇ ਵਿੱਚ ਕਿਤੇ ਕੋਈ ਹਵਾਲਾ ਆਂਦਾ ਹੋਵੇ ਭਈ ਫਲਾਨੀ ਅਖਬਾਰ ਕਿਤਾਬ ਦੇ ਫਲਾਨੇ ਪੇਜ ਦੇ ਉੱਤੇ ਆਹ ਗੱਲ ਲਿਖੀ ਗਈ ਆ। ਬਿਲਕੁਲ ਇਹ ਦੱਸਦੇ ਹੁਣ ਕਿਤੇ। ਸਹੀ ਗੱਲ ਹੈ। ਆਪਣੇ ਹੀ ਮਨੋਘੜ ਬਣਾ ਕੇ ਸੁਣੀਆਂ ਸੁਣਾਈਆਂ ਗੱਲਾਂ ਕਿੱਥੋਂ ਸੁਣੀਆਂ, ਕਿੱਥੇ ਗਾਂ ਉਗਲ ਦਿੱਤੀਆਂ, ਬਸ ਉਹ ਬਕਵਾਸ ਕਰੀ ਜਾਂਦੇ ਆ, ਹੋਰ ਕੱਖ ਨਹੀਂ ਹੈਗਾ। ਗੱਲ ਉਹੀ ਆਏ ਨਾ ਮੁੜ ਕੇ ਕਲੇਸ਼ੀ ਜੋ ਹੋਏ ਹੈਨਾ। ਫਿਰ ਜੇ ਕਿਸੇ ਨੇ ਮੂਹਰੇ ਸਵਾਲ ਕਰਤਾ ਫਿਰ ਕਲੇਸ਼ ਖੜਾ ਕਰ ਦੇਣਾ, ਫਿਰ ਲੜ ਪੈਣਾ ਆ, ਫਿਰ ਇਦਾਂ ਫਿਰ ਗਾਲਾਂ ਕੱਢਣ ਲੱਗ ਜਾਣਾ ਆ, ਫਿਰ ਅਗਲੇ ਨੂੰ ਨੀਵਾਂ ਦਿਖਾਉਣਾ ਆ। ਤੇ ਹੈਨਾ ਜੀ ਉਹ ਉਹਨਾਂ ਚੀਜ਼ਾਂ ਨੂੰ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਬੰਦਿਆਂ ਦਾ ਸਟੈਂਡ ਕੀ ਹੈਗਾ ਆ। ਅੱਛਾ, ਫਿਰ ਹੋਰ ਗੱਲ ਜੇ ਐਡ ਕਰ ਦਈਏ, ਫਿਰ ਜੇ ਕੋਈ ਫਸ ਜਾਵੇ, ਹੁਣ ਉਹ ਅਮਲੀ ਫਸ ਗਿਆ ਸੀਗਾ ਪੰਜਾਬ 'ਚ, ਫਿਰ ਉੱਥੇ ਮਾਫੀ ਵੀ ਮੰਗ ਲਈ, ਚੱਟ ਗੋਡੇ ਟੇਕ ਲੈਣੇ ਆ, ਥੁੱਕੇ ਚੱਟ ਲੈਣਾ। ਕਾਹਦਾ ਸਿਧਾਂਤ ਆ ਤੁਹਾਡਾ? ਦੁਬਾਰਾ ਫੇਰ ਕੱਪੜੇ ਝਾੜ ਕੇ ਕਰਕੇ ਵੀ ਲੈ ਬਈ ਇੱਜ਼ਤ ਰਹਿ ਗਈ। ਕਿਸੇ ਨੇ ਦੇਖਿਆ ਨਹੀਂ ਭਾਈ, ਉਹ ਸਾਰੇ ਦੇਖ ਰਹੇ ਆ, ਸਾਰੇ ਤੁਹਾਨੂੰ ਸਮਝ ਰਹੇ ਆ ਕਿ ਕੀ ਹੋ ਰਿਹਾ ਆ। ਇਸ ਕਰਕੇ ਆਪਣੀ ਹਰਕਤਾਂ ਤੋਂ ਬਾਜ਼ ਆਓ। ਤੇ ਬਾਕੀ ਆਪਣਾ ਅਸੀਂ ਸਿੱਖ ਵੀਰ ਭੈਣਾਂ ਨੂੰ ਬੇਨਤੀ ਕਰਦੇ ਹਾਂ, ਜਿੰਨੀ ਵੱਧ ਤੋਂ ਵੱਧ ਤੁਸੀਂ ਗੁਰਬਾਣੀ ਪੜ੍ਹ ਸਕਦੇ ਹੋ ਗੁਰਬਾਣੀ ਪੜ੍ਹੋ, ਕਿਉਂਕਿ ਗੁਰਬਾਣੀ ਨੇ ਤੁਹਾਡੀ ਇਹੋ ਜਿਹੀ ਸੋਝੀ ਘੜ ਦੇਣੀ ਹੈ ਜਿਹਦੇ ਨਾਲ ਤੁਹਾਨੂੰ ਸਹੀ ਤੇ ਗਲਤ ਦੇ ਵਿੱਚ ਅੰਤਰ ਕਰਨ ਦਾ ਪਤਾ ਚੱਲ ਜਾਣਾ ਹੈ, ਫਰਕ ਕਰਨਾ ਪਤਾ ਤੁਹਾਨੂੰ ਆ ਜਾਣਾ, ਫਰਕ ਕਰਨਾ ਸਿੱਖ ਜਾਣਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਆ। ਫਿਰ ਤੁਸੀਂ ਕਿਸੇ ਦੀ ਵਿਸਾਖੀਆਂ ਨਹੀਂ ਭਾਲੋਗੇ, ਕਿਸੇ ਦਾ ਸਹਾਰਾ ਨਹੀਂ ਭਾਲੋਗੇ ਵੀ ਸਾਨੂੰ ਦੱਸੋ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸੀਏ ਜਾਂ ਅਸੀਂ ਆਪਣਾ ਜੀਵਨ ਕਿੱਦਾਂ ਜੀਣਾ ਹੈਗਾ ਆ। ਠੀਕ ਹੈ, ਇਹਨਾਂ ਕਾਮਰੇਡਾਂ, ਇਹਨਾਂ ਅਪਗ੍ਰੇਡਾਂ ਖਪਗ੍ਰੇਡਾਂ ਦੇ ਮਗਰ ਨਹੀਂ ਲੱਗੋਗੇ। ਇਸ ਲਈ ਅਸੀਂ ਬਾਰ-ਬਾਰ ਇੱਥੋਂ ਇਹੀ ਬੇਨਤੀ ਕਰਦੇ ਹਾਂ, ਜਿੰਨਾ ਤੁਸੀਂ ਆਪਣਾ ਗਿਆਨ ਦਾ ਪੱਧਰ ਚੱਕ ਸਕਦੇ ਆ ਚੱਕੋ। ਰੋਜ਼ 15-20 ਮਿੰਟ, ਅੱਧਾ ਘੰਟਾ ਗੁਰਬਾਣੀ ਜ਼ਰੂਰ ਪੜ੍ਹੋ, ਵਿਚਾਰੋ, ਉਹਨੂੰ ਸਮਝੋ ਤੇ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝੀ ਕਰੋ। ਤੇ ਭਾਜੀ ਫਿਰ ਬਾਕੀ ਇਹਨੂੰ ਹੁਣ ਗਾਂ ਫਿਰ ਇਹਨੂੰ ਹੋਰ ਪੜ੍ਹ ਥੋੜ੍ਹਾ ਹੀ ਹੋਇਆ ਅੱਜ ਸਾਡੇ ਤੋਂ, ਤੇ ਇਹਨੂੰ ਫਿਰ ਗੱਲਾਂ ਕਾਫੀ ਕਵਰ ਹੋ ਗਈਆਂ। ਹਾਂਜੀ, ਗੱਲਾਂ ਕਈ ਕਵਰ ਹੋ ਗਈਆਂ, ਕਈ ਪੱਖ ਕਲੀਅਰ ਹੋ ਗਏ, ਕਵਰ ਵੀ ਹੋ ਗਏ। ਤਾਂ ਇਹਨੂੰ ਫਿਰ ਅਸੀਂ ਅਗਲੇ ਹਫਤੇ ਇਸੇ ਹੀ ਤਰ੍ਹਾਂ ਇਹਨੂੰ ਇਸ ਆਰਟੀਕਲ ਨੂੰ ਕੰਟੀਨਿਊ ਰੱਖਾਂਗੇ। ਤਾਂ ਅਸੀਂ ਇਸੇ ਹੀ ਆਸ ਨਾਲ ਕਿ ਤੁਸੀਂ ਜ਼ਰੂਰ ਆਪਣਾ ਗੁਰਬਾਣੀ ਵੱਲ ਧਿਆਨ ਦਿਓਗੇ, ਗੁਰਬਾਣੀ ਪੜ੍ਹਨੀ ਸ਼ੁਰੂ ਕਰੋਗੇ, ਸਮਝਣੀ ਸ਼ੁਰੂ ਕਰੋਗੇ। ਆਸ ਨਾਲ ਅਸੀਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।